ਵਾਹਿਗੁਰੂ ਸਾਹਿਬ ਜੀ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੋਹਨੋ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਭਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲਵਰ ਭੰਡਾ, ਕਰ ਕਰ ਰੱਖੇ ਧਾਰੇ। ਸਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨੇ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ। ਸੋ ਪਾਤ ਸਾਹੁ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ। ਸੋ ਪਾਤ ਸਾਹੁ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਫਿਰ ਤੋਂ ਬਖਸ਼ਿਸ਼ ਕੀਤੀ। ਸਾਨੂੰ ਸਵਾਸ ਮਹਾਰਾਜ ਜੀ ਨੇ ਬਖਸ਼ੇ ਨੇ। ਭਾਈ ਸਿਫਤ ਸਲਾਹ ਕਰ ਲੈ, ਅਜੇ ਵੀ ਕਰ ਲੈ। ਜੇ ਤੂੰ ਬ੍ਰਹਮ ਗਿਆਨੀ ਨਹੀਂ ਬਣਿਆ ਤਾਂ ਵੀ ਕਰ। ਜੇ ਬ੍ਰਹਮ ਗਿਆਨੀ ਬਣ ਗਿਆ, ਹੁਣ ਜ਼ਿੰਮੇਵਾਰੀ ਵੱਧ ਗਈ ਹੈ, ਤੇ ਹੁਣ ਹੋਰ ਵੀ ਕਰ। ਕਿਉਂਕਿ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਭਾਵੇਂ ਤੂੰ ਸਾਰੀ ਜ਼ਿੰਦਗੀ ਮਾੜੇ ਕਰਮਾਂ ਵਿੱਚ, ਕੁਕਰਮਾਂ ਦੇ ਵਿੱਚ ਹੀ ਬਤੀਤ ਕੀਤੀ। ਮਾੜੇ ਕਰਮਾਂ ਦਾ ਅਰਥ ਸਿਰਫ ਇਹ ਹੁੰਦਾ ਹੈ ਪਰਮੇਸ਼ਵਰ ਦੀ ਯਾਦ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ। ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਵੱਡਾ ਮਾੜਾ ਕਰਮ ਹੈ। ਤੇ ਦਾਦਾ ਜੀ ਮਿਹਰ ਕਰਦੇ ਨੇ। ਅੱਜ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਅਸਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰੱਬੀ ਬਾਣੀ, ਇਲਾਹੀ ਬਾਣੀ ਦੀ 27ਵੀਂ ਪੌੜੀ ਸ਼ਰਵਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹਰ ਇੱਕ ਮਨੁੱਖ ਦੀ ਜੋ ਮੰਜ਼ਿਲ ਹੈ ਨਾ, ਉਹ ਹੈ ਪਰਮੇਸ਼ਵਰ ਦੇ ਘਰ ਤੱਕ ਪਹੁੰਚਣਾ। ਜਿਸ ਤਰ੍ਹਾਂ ਅਸੀਂ ਕਿਤੇ ਵੀ ਚਲੇ ਜਾਈਏ, ਅਸੀਂ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਈਏ, ਧਿਆਨ ਕੀ ਹੁੰਦਾ ਹੈ? ਘਰੇ ਪਹੁੰਚਣਾ ਹੈ। ਅਸੀਂ ਕਿਸੇ ਫੰਕਸ਼ਨ ਪਾਰਟੀ ਤੇ ਚਲੇ ਜਾਈਏ, ਧਿਆਨ ਹੁੰਦਾ ਹੈ ਘਰ ਪਹੁੰਚਣਾ ਹੈ। ਇੱਥੋਂ ਤੱਕ ਕਿ ਗੁਰੂ ਘਰ ਵੀ ਚਲੇ ਜਾਈਏ, ਧਿਆਨ ਹੁੰਦਾ ਹੈ ਘਰ ਪਹੁੰਚਣਾ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ। ਅਸਲ ਵਿੱਚ ਤੇਰਾ ਜੋ 4 ਕੁ ਲੱਕੜਾਂ ਖੜੀਆਂ ਕਰਕੇ ਘਰ ਬਣਾਇਆ, 4 ਕੁ ਇੱਟਾਂ ਖੜੀਆਂ ਕਰਕੇ ਘਰ ਬਣਾਇਆ, ਇਹ ਤੇਰਾ ਅਸਲੀ ਘਰ ਨਹੀਂ। ਤੇ ਜਿਹੜਾ ਅਸਲੀ ਘਰ ਆ, ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੈ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਤੂੰ ਕੈਸਾ ਬੰਦਾ ਹੈ? ਤੈਨੂੰ ਇੰਨੀ ਤਾਂ ਸਮਝ ਪੈ ਗਈ
ਕਿ ਇਹ ਜਿਹੜਾ ਸੰਸਾਰੀ ਘਰ ਆ ਮੈਨੂੰ 80 90 100 ਸਾਲ ਰੈਂਟ ਵਾਸਤੇ ਮਿਲਿਆ। ਇਹ ਰੈਂਟ ਤੇ ਹੀ ਸਾਨੂੰ ਮਿਲਿਆ। ਮਤ ਸੋਚੀਏ ਕਿ ਅਸੀਂ ਇਹ ਘਰ ਆਪਣਾ ਲੈ ਲਿਆ, ਰੈਂਟ ਤੇ ਹੈ ਭਾਈ। ਆਪਣਾ ਤੇ ਸਿਰਫ ਪਰਮੇਸ਼ਵਰ ਦਾ ਘਰ ਹੁੰਦਾ ਹੈ, ਜਿੱਥੇ ਪਰਮੇਸ਼ਵਰ ਸਦੀਵ ਕਾਲ ਵਾਸਤੇ ਅਟਲ ਹੈ। ਜਾਂ ਫਿਰ ਜੋ ਭਗਤੀ ਕਰਨ ਵਾਲੇ ਪਰਮੇਸ਼ਵਰ ਦੇ ਪਿਆਰੇ ਸੰਤ ਮਹਾਪੁਰਖ ਭਗਤ ਜਨ ਭਗਤੀ ਕਰ ਕਰਕੇ ਰੱਬ ਦੇ ਵਿੱਚ ਲੀਨ ਹੋ ਗਏ, ਉਹਨਾਂ ਨੂੰ ਮਿਲਿਆ ਨਾਨਕ ਬੱਧਾ ਘਰ ਤਹਾ, ਜਿੱਥੈ ਮਿਰਤ ਨਾ ਜਨਮ ਜਰਾ। ਤੂੰ ਆਪਣੀਆਂ ਚਾਰ ਕੋ ਖੜੀਆਂ ਕੀਤੀਆਂ ਕੰਧਾਂ ਨੂੰ ਮਹਿਸੂਸ ਕਰਦਾ ਹੈ, ਇਹ ਘਰ ਮੇਰਾ ਹੈ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਅਸਲੀ ਹੈ ਉਹਦੀ ਤੈਨੂੰ ਫਿਕਰ ਹੀ ਨਹੀਂ। ਤੇ ਜੋ ਮਨੁੱਖ ਆਪਣਾ ਘਰ ਹੀ ਭੁੱਲ ਜਾਏ, ਫੋਰ ਐਗਜ਼ਾਮਪਲ ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਅਸੀਂ ਬਾਹਰੋਂ ਕਿਸੇ ਵੀ ਕੰਮਕਾਰ ਦੇ ਵਿੱਚੋਂ ਮਸ਼ਰੂਫ ਹੋ ਕੇ ਵਾਪਸ ਆਏ ਹਾਂ ਤੇ ਸਾਡਾ ਪਿੰਡ ਹੈ ਜੀ, ਚਲੋ ਮੰਨ ਲਓ ਮੋਗਾ ਹੈ। ਅਸੀਂ ਮੋਗੇ ਜਾ ਕੇ ਤੇ ਅਸੀਂ ਲੋਕਾਂ ਨੂੰ ਪੁੱਛਦੇ ਫਿਰੀਏ ਮੈਨੂੰ ਆਪਣਾ ਘਰ ਹੀ ਭੁੱਲ ਗਿਆ, ਘਰ ਦੱਸਿਓ ਕਿੱਥੇ ਗਾ, ਤੇ ਸਾਰਿਆਂ ਨੇ ਹੱਸਣਾ ਕਿ ਤੈਨੂੰ ਦੂਜਿਆਂ ਦੇ ਘਰਾਂ ਦਾ ਪਤਾ ਹੈ, ਤੈਨੂੰ ਆਪਣੇ ਘਰ ਦਾ ਪਤਾ ਨਹੀਂ। ਤੇ ਸਾਰੇ ਹੱਸਣਗੇ ਹੀ ਨਹੀਂ, ਮੌਜ ਵੀ ਉਡਾਉਣਗੇ, ਮਜ਼ਾਕ ਵੀ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮਨੁੱਖ ਨਾਲ ਭੱਦਾ ਮਜ਼ਾਕ ਹੋਏਗਾ। ਤੇ ਦੇਖੋ ਸੰਸਾਰੀ ਤੌਰ ਤੇ ਬੰਦਾ ਘਰ ਭੁੱਲ ਜਾਏ ਤੇ ਉਸ ਨੂੰ ਆਖਿਆ ਜਾਂਦਾ ਹੈ ਕਿ ਵਿਚਾਰਾ ਸਿੱਧਾ ਜਾਇਆ, ਭੋਲਾ ਆ। ਇਹ ਧਾਰਮਿਕ ਸ਼ਬਦਾਵਲੀ ਆ। ਜੇਕਰ ਅਸੀਂ ਸੰਸਾਰਿਕ ਸ਼ਬਦਾਵਲੀ ਦੀ ਗੱਲ ਕਰੀਏ ਤੇ ਇਹ ਆਖਿਆ ਜਾਂਦਾ ਭੁਲੱਕੜ ਆ, ਇਹ ਮੂਰਖ ਆ, ਇਹਨੂੰ ਆਪਣਾ ਘਰ ਹੀ ਭੁੱਲ ਗਿਆ। ਇਹ ਬੰਦਾ ਆਉਣ ਵਾਲੇ ਸਮੇਂ 'ਚ ਸਕਸੈਸ ਕਿਵੇਂ ਹਾਸਲ ਕਰੇਗਾ? ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉਹ ਭਾਈ ਤੂੰ ਪਹੁੰਚਣਾ ਹੈ ਕਿਤੇ, ਇਹ ਰੈਂਟ ਤੇ ਘਰ ਹੈ, ਹੁਣ ਤੇਰਾ ਹੈ। ਜਦੋਂ ਚੜ੍ਹਾਈ ਕਰੇਗਾ ਪਰਤ ਕੇ ਤੇਰੇ ਬੱਚਿਆਂ ਦਾ ਹੋ ਜਾਣਾ ਹੈ। ਬੱਚਿਆਂ ਦੀ ਉਮਰ ਕਿਤਨੀ ਕੁ ਹੈ, ਉਹਨਾਂ ਨੇ ਚੜ੍ਹਾਈ ਕਰ ਜਾਣਾ, ਉਹਨਾਂ ਨੂੰ ਮੌਤ ਨੇ ਆਪਣੀ ਗੋਦ ਵਿੱਚ ਪਾ ਕੇ ਲੋਰੀ ਸੁਣਾਉਣੀ ਹੈ, ਪਰਤ ਕੇ ਉਹਨਾਂ ਦੇ ਬੱਚਿਆਂ ਕੋਲ ਚਲਾ ਜਾਣਾ ਹੈ। ਤੂੰ ਕਿਵੇਂ ਦਾਅਵਾ ਕਰ ਸਕਦਾ ਹੈ ਕਿ ਇਹ ਘਰ ਤੇਰਾ ਹੈ? ਪਰ ਜਿਸ ਘਰ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਹੋਵੇ, ਉਹ ਘਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਘਰ ਨਹੀਂ, ਉਹ ਗੁਰੂ ਘਰ ਹੈ, ਉਹ ਧਨਤਾ ਯੋਗ ਹੈ, ਜਿੱਥੇ ਜਾ ਕੇ ਪਰਮੇਸ਼ਵਰ ਦੇ ਸਾਧੂ ਸੰਤਾਂ ਗੁਰਸਿੱਖਾਂ ਗੁਰਮੁਖਾਂ ਦੀ ਸੇਵਾ ਹੁੰਦੀ ਹੈ ਤੇ ਪਰਤ ਕੇ ਪਰਮੇਸ਼ਵਰ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ, ਭੂਤ ਬਸੈ ਦਿਨ ਮਾਹੇ। ਜਿੱਥੇ ਮਹਾਪੁਰਸ਼ਾਂ ਦੀ ਸਿਫਤ ਸਲਾਹ ਨਹੀਂ, ਜੁੜੇ ਹੋਇਆਂ ਦੀ ਮਨ ਦੇ ਵਿੱਚ ਸ਼ਰਧਾ ਨਹੀਂ, ਜਿੱਥੇ ਗੁਰੂ ਦੀਆਂ ਬਾਣੀਆਂ ਦੀਆਂ ਇਹਨਾਂ ਪੰਕਤੀਆਂ ਨੂੰ ਅਸੀਂ ਖੰਡਨ ਕਰਦੇ ਆ ਨਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਅਸੀਂ ਕਹਿੰਦੇ ਆ ਕੋਈ ਨਹੀਂ ਹੁੰਦਾ ਸੰਤ, ਮਹਾਰਾਜ ਜੀ ਕਹਿੰਦੇ ਨੇ ਤੂੰ ਜ਼ਿਆਦਾ ਸਿਆਣਾ। ਮਹਾਰਾਜ ਜੀ ਬਾਰ-ਬਾਰ ਗੱਲ ਕਰਦੇ ਨੇ, ਇੱਥੋਂ ਤੱਕ ਬਚਨ ਕਰਦੇ ਨੇ, ਕੇਸਾਂ ਕਾਕਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ। ਹੁਣ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਹੁਣ ਅਸੀਂ ਵੀ ਬਚਨ ਕੀਤਾ ਕਿ ਹੁਣ ਗੁਰੂ ਮਹਾਰਾਜ ਜੀ ਦੇ ਬਚਨਾਂ ਤੋਂ ਕੋਈ ਉੱਤੇ ਸ੍ਰਿਸ਼ਟੀ ਦੀ ਤਾਕਤ ਹੈ ਜੋ ਮਹਾਰਾਜ ਜੀ ਦੇ ਬਚਨਾਂ ਨੂੰ ਕੱਟ ਸਕੇ? ਪਰ ਬਖਸ਼ ਲਿਓ ਅਸੀਂ ਕੱਟਦੇ ਹੀ ਹਾਂ। ਕਿਉਂ? ਕਿਉਂਕਿ ਸਾਡੇ ਕੋਲ ਉਹਨਾਂ ਪਵਿੱਤਰ ਜੀਵਨ ਨਹੀਂ ਤੇ ਅਸੀਂ ਸੋਚਦੇ ਹਾਂ ਜਿਹੋ ਜਿਹੇ ਅਸੀਂ ਆ ਨਾ, ਸਾਰੀ ਦੁਨੀਆ ਹੀ ਉਹੋ ਜਿਹੀ। ਜਿਸ ਤਰ੍ਹਾਂ ਕਹਿੰਦੇ ਨੇ ਭਾਈ ਭੱਲਣ ਜੀ ਨੇ ਕਿਸੇ ਨੂੰ ਆਖਿਆ ਕਿ ਭਾਈ ਸਾਰੀ ਸ੍ਰਿਸ਼ਟੀ ਵਿੱਚ ਰੱਬ ਵਸਿਆ ਹੋਇਆ। 6ਵੇਂ ਪਾਤਸ਼ਾਹ ਵੇਲੇ ਸਿੱਖ ਹੋਇਆ ਭਾਈ ਭੱਲਣ। ਭਾਈ ਭੱਲਣ ਜੀ ਕਹਿੰਦੇ ਨੇ ਮੈਂ ਜਿਸ ਵੇਲੇ ਸ਼੍ਰੀ ਜਪਜੀ ਸਾਹਿਬ ਦੇ 21 ਪਾਠ ਅੰਮ੍ਰਿਤ ਵੇਲੇ ਕਰਦਾ ਹਾਂ, ਨੇਤਰ ਖੋਲਦਾ ਹਾਂ, ਮੈਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ। ਕਈ ਵਾਰ ਧਰਤੀ ਦੇ ਕਣਾਂ ਵਿੱਚੋਂ ਇੰਨਾ ਗੂੜ, ਇੰਨਾ ਵੱਡਾ ਤੇ ਇੰਨਾ ਪ੍ਰਚੰਡ ਪ੍ਰਕਾਸ਼ ਨਿਕਲਦਾ ਹੈ, ਮੇਰੀ ਸੁਰਤ ਸੱਚਖੰਡ ਵਿੱਚ ਪਹੁੰਚ ਜਾਂਦੀ ਹੈ। ਮਹਾਰਾਜ ਜੀ ਬੜਾ ਪਿਆਰ ਕਰਦੇ ਨੇ, ਬੜਾ ਪਿਆਰ ਕਰਦੇ ਨੇ। ਹੁਣ ਸਾਡਾ ਹਾਲ ਪਤਾ ਕੀ ਹੈ ਜੀ? ਹੁਣ ਸਾਡੀ ਉਹ ਅਵਸਥਾ ਨਹੀਂ। ਅਸੀਂ ਕਹਿੰਦੇ ਆ ਕਿਹੜਾ ਪ੍ਰਕਾਸ਼, ਕਿਹੜੀ ਅਵਸਥਾ, ਕਿਹੜਾ ਰੱਬ, ਕਿਹੜਾ ਗੁਰੂ ਨਾਨਕ। ਜੇ ਸਾਨੂੰ ਨਹੀਂ ਦਿਸਦਾ ਉਹ ਹੈ ਹੀ ਨਹੀਂ। ਉਹ ਭਾਈ ਤੈਨੂੰ ਤੇ ਦਹੀਂ ਵਿੱਚ ਪਿਆ ਹੋਇਆ ਬੈਕਟੀਰੀਆ ਨਹੀਂ ਦਿਸਦਾ, ਤੇ ਸਾਇੰਸ ਜੇ ਕਹਿ ਦੇਵੇ ਕਿ ਉਹ ਹੈ ਤੇ ਅਸੀਂ ਕਹਾਂਗੇ ਹਾਂ ਸਾਇੰਸ ਕਹਿੰਦੀ ਆ ਫਿਰ ਤੇ ਹੋਏਗਾ। ਜੇ ਗੁਰੂ ਕਹਿੰਦਾ ਕਿ ਮਹਾਂਪੁਰਖ ਹੁੰਦੇ ਨੇ, ਅਸੀਂ ਕਹਿੰਦੇ ਹਾਂ ਨਾ ਜੀ ਮਹਾਰਾਜ ਜੀ ਸਾਇੰਸ ਕੋਲੋਂ ਤੁਸੀਂ ਪਹਿਲਾਂ ਪ੍ਰਮਾਣ ਲਵੋ। ਸਾਡਾ ਹਿਰਦਾ ਐਸਾ ਹੋ ਚੁੱਕਾ ਹੈ।
ਤੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ, ਜਿੰਨਾ ਚਿਰ ਖੁਦ ਦਾ ਅਨੁਭਵ ਨਹੀਂ ਉਹਨਾਂ ਚਿਰ ਬੰਦਾ ਨੇਤਰਹੀਣ ਵਾਲੀ ਜ਼ਿੰਦਗੀ ਜਿਉਂਦਾ ਹੈ। ਤੇ ਜਿਨ੍ਹਾਂ ਦੇ ਕੋਲ ਅਨੁਭਵ ਆ ਜਾਂਦਾ ਹੈ ਉਹ ਕਹਿੰਦਾ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਦੱਸੋ ਰੱਬ ਤੋਂ ਬਿਨਾ ਵੀ ਕੋਈ ਬੋਲਦਾ ਹੈ? ਪੰਛੀਆਂ ਦੀ ਅੰਦਰ ਦੀ ਜੋ ਆਵਾਜ਼ ਹੈ, ਚੀਂ ਚੀਂ ਚਹਿਚਹਾਹਟ ਹੈ, ਉਹਦੇ ਵਿੱਚ ਵੀ ਮੇਰਾ ਮਾਲਕ ਬੋਲਦਾ ਹੈ। ਗਾਂ ਦੀ ਆਵਾਜ਼ ਵਿੱਚ ਇੱਥੋਂ ਤੱਕ ਕਿ ਕੀੜੀਆਂ ਵੀ ਸਾਊਂਡ ਪ੍ਰੋਡਿਊਸ ਕਰਦੀਆਂ ਨੇ, ਬਹੁਤ ਭਾਰੀ, ਬਹੁਤ ਭਾਰੀ, ਇੰਨੀ ਉੱਚੀ ਆਵਾਜ਼ ਪ੍ਰੋਡਿਊਸ ਕਰਦੀਆਂ ਨੇ। ਜੇਕਰ ਕਿਸੇ ਦੀ ਸੁਰਤ ਜੁੜੀ ਹੋਵੇ ਉਹਨੂੰ ਪਤਾ ਲੱਗੇਗਾ ਕੀੜੀਆਂ ਬੋਲਦੀਆਂ ਨੇ। ਹਾਥੀ ਤੋਂ ਵੱਡੀ ਆਵਾਜ਼ ਹੁੰਦੀ ਉਹਨਾਂ ਦੀ, ਜੁੜਿਆ ਹੋਇਆ ਸਮਝ ਸਕਦਾ। ਤੇ ਮਹਾਰਾਜ ਜੀ ਕਹਿੰਦੇ ਨੇ ਦੇਖ ਸਾਰਿਆਂ ਦੇ ਵਿੱਚ ਉਹੀ ਬੋਲਦਾ ਹੈ। ਮਹਾਰਾਜ ਜੀ ਸਾਨੂੰ ਤੇ ਕਦੇ ਸੁਣਦਾ ਨਹੀਂ, ਸਾਨੂੰ ਤੇ ਚਿੜੀ ਦਿਸਦੀ ਆ। ਮਹਾਰਾਜ ਜੀ ਕਹਿੰਦੇ ਨੇ ਫਿਰ ਪ੍ਰੋਬਲਮ ਤੇਰੀ ਆ, ਕੰਨਾਂ ਦਾ ਇਲਾਜ ਕਰਾ, ਤੈਨੂੰ ਟ੍ਰੀਟਮੈਂਟ ਦੀ ਲੋੜ ਆ। ਜੇ ਤੈਨੂੰ ਸੰਸਾਰੀ ਸ਼ਬਦ ਨਾ ਸੁਣੇ, ਕੰਨਾਂ ਵਿੱਚ ਰੇਸ਼ਾ ਪੈ ਜਾਏ ਜਾਂ ਕੋਈ ਜ਼ਖਮ ਹੋ ਜਾਏ, ਅਸੀਂ ਦੌੜਦੇ ਹਾਂ, ਕੰਨਾਂ ਵਿੱਚੋਂ ਖੂਨ ਨਿਕਲ ਆਏ, ਅਸੀਂ ਦੌੜ ਕੇ ਜਾਂਦੇ ਹਾਂ ਕਿ ਸਾਡੇ ਬੱਚੇ ਨੂੰ ਦੇਖੋ ਕੰਨਾਂ 'ਚੋਂ ਖੂਨ ਨਿਕਲਿਆ, ਕੰਨਾਂ ਦੇ ਵਿੱਚੋਂ ਰੇਸ਼ਾ ਨਿਕਲਿਆ, ਕੰਨਾਂ ਦੇ ਵਿੱਚ ਪੱਸ ਪੈ ਗਈ। ਇਹ ਕੰਨ ਖੁਰਕਦਾ ਰਹਿੰਦਾ, ਛੋਟੀ ਉਮਰ ਹੈ, ਦੱਸ ਨਹੀਂ ਸਕਦਾ, ਇਹ ਕੰਨਾਂ 'ਤੇ ਹੱਥ ਮਾਰਦਾ। ਸਾਨੂੰ ਇੰਨੀ ਸਮਝ ਲੱਗ ਜਾਂਦੀ ਹੈ ਕਿ ਕੰਨਾਂ ਨਾਲ ਸੁਣਦਾ ਨਹੀਂ ਜਾਂ ਫਿਰ ਕੁਝ ਨਾ ਕੁਝ ਐਸਾ ਵਰਤ ਰਿਹਾ ਜੋ ਨਹੀਂ ਹੋਣਾ ਚਾਹੀਦਾ। ਡਾਕਟਰ ਕੋਲ ਦੌੜਦੇ ਹਾਂ। ਤੇ ਜਿਸ ਮਨੁੱਖ ਨੂੰ ਪਰਮੇਸ਼ਵਰ ਦੀ ਸਿਫਤ ਸਲਾਹ ਨਹੀਂ ਸੁਣਦੀ ਪਈ, ਉਹਦਾ ਰੱਬੀ ਸੰਗੀਤ ਨਹੀਂ ਸੁਣਦਾ ਪਿਆ, ਵੇਖੋ ਉਹ ਕਿੰਨਾ ਉੱਚ ਪਾਏਦਾਰ ਦਾ ਬਿਮਾਰ ਹੋਏਗਾ, ਕਿੰਨਾ ਗੰਭੀਰ ਬਿਮਾਰ ਹੋਏਗਾ। ਪਰ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ। ਜੇ ਕਿਤੇ ਦਿੱਤਾ ਹੁੰਦਾ ਤੇ ਫਿਰ ਸਾਡੇ ਬੱਚੇ ਉਸ ਬ੍ਰਹਿਮੰਡੀ ਨਾਦ ਦੀ ਗੁੰਜਾਰ ਨੂੰ 24 ਘੰਟੇ ਸੁਣਦੇ, ਫਿਰ ਨਿੰਦਿਆ ਚੁਗਲੀਆਂ ਨਹੀਂ ਸੀ ਸੁਣਨੀਆਂ, ਫਿਰ ਗਲਤ ਮਲਤ ਟੀਵੀ ਦੇ ਵਿੱਚ, ਲੈਪਟਾਪ ਦੇ ਵਿੱਚ ਤੇ ਇਹਨਾਂ ਛੋਟੇ ਛੋਟੇ ਬੰਬਾਂ ਦੇ ਵਿੱਚ ਨਹੀਂ ਸੀ ਵੇਖਣਾ। ਜਿਹੜੇ ਫੋਨ ਅਸੀਂ ਹੱਥ 'ਚ ਫੜੇ ਨੇ ਨਾ, ਇਹ ਬੰਬ ਨੇ। ਮਹਾਂਪੁਰਖ ਕਹਿੰਦੇ ਨੇ ਬੰਬ ਨੇ। ਜਦੋਂ ਅਸੀਂ ਫੋਨ ਹੱਥ ਵਿੱਚ ਫੜਦੇ ਹਾਂ ਨਾ, ਸੈੱਲ ਫੋਨ, ਤੇ ਜੋ ਕੰਪਨੀਆਂ ਨੇ ਫੋਨ ਬਣਾਉਣ ਵਾਲੀਆਂ, ਉਹ ਕਹਿੰਦੀਆਂ ਨੇ ਕਿ ਜਦੋਂ ਬੰਦਾ ਫੜਦਾ ਹੈ ਪੂਰੀ ਬਾਂਹ ਦੇ ਉੱਪਰ ਸ਼ੋਲਡਰ ਤੱਕ ਜੋ ਰੇਡੀਏਸ਼ਨ ਕਿਰਨਾਂ ਹਨ, ਜੋ ਜਿੰਨੀਆਂ ਵੀ ਵਾਈਬ੍ਰੇਸ਼ਨਸ ਹਨ, ਉਹ ਮਾਰ ਕਰਦੀਆਂ ਨੇ। ਤੇ ਜੇਕਰ ਕੋਈ ਬੰਦਾ ਕੰਟੀਨਿਊਟੀ ਦੇ ਨਾਲ 60 ਘੰਟੇ ਫੋਨ ਫੜ ਲਵੇ ਨਾ, ਫੋਨ, ਉਹਦੀਆਂ ਆਰਟਰੀਜ਼ ਸਾਰੀਆਂ ਬਲੌਕ ਹੋ ਜਾਣਗੀਆਂ। ਫੋਨ ਇੰਨੀ ਖਤਰਨਾਕ ਚੀਜ਼ ਹੈ। ਜੇ 60 ਘੰਟੇ ਕੰਟੀਨਿਊਟੀ ਨਾਲ ਕੋਈ ਬੰਦਾ ਫੜ ਲਵੇ, ਉਹਨੂੰ ਬ੍ਰੇਨ ਅਟੈਕ ਹੋ ਸਕਦਾ ਹੈ। ਦੇਖੀ ਜਾਵੇ, ਦੇਖੀ ਜਾਵੇ। ਜਿਹੜੇ ਬਟਨਾਂ ਵਾਲੇ ਫੋਨ ਸੀ ਉਹ ਚੰਗੇ ਸੀ, ਉਹ ਇਸ ਕਰਕੇ ਚੰਗੇ ਸੀ, ਘੱਟੋ ਘੱਟ ਬੰਦਾ ਬਦਗੀ ਤੇ ਕਰਦਾ ਸੀ। ਹੁਣ ਇਨਫੋਰਮੇਸ਼ਨ ਇਕੱਠੀ ਕਰਨ ਵਾਲੇ ਪਾਸੇ ਤੁਰ ਪਿਆ। ਦਾਸ ਬੇਨਤੀ ਕਰੇ, ਗੁਰੂ ਨਾਨਕ ਦੇ ਘਰ ਦੇ ਵਿੱਚ ਇਨਫੋਰਮੇਸ਼ਨ ਪ੍ਰਵਾਨ ਨਹੀਂ ਹੈ। ਗੁਰੂ ਨਾਨਕ ਦੇ ਘਰ ਵਿੱਚ ਜੋ ਕੁਰਬਾਨ ਹੋ ਜਾਂਦਾ ਹੈ ਉਹ ਹੀ ਪ੍ਰਵਾਨ ਹੁੰਦਾ ਹੈ। ਤੇ ਕੁਰਬਾਨ ਹੋਣਾ ਕੀ ਹੈ? ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਮਹਾਰਾਜ ਜੀ ਕਹਿੰਦੇ ਨੇ ਭਾਈ, ਇੱਕ ਇੱਕ ਸਵਾਸ ਨੂੰ ਸਾਂਭ, ਬੜਾ ਕੀਮਤੀ ਆ। ਤੇਰੇ ਕੋਲ ਇੱਕ ਛੋਟੀ ਜੀ ਕਾਰ ਹੋਵੇ ਨਾ, ਜਿਹਨੂੰ ਤੂੰ ਬੜੀ ਉੱਚੀ ਕਾਰ ਕਹਿੰਦਾ, ਭਾਵੇਂ ਉਹ ਰੇਂਜ ਰੋਵਰ ਹੋਵੇ, ਵਟ ਐਵਰ ਕੋਈ ਵੀ ਹੋਵੇ, ਮਰਸਡੀ ਹੋਵੇ ਜਾਂ ਕੁਛ ਵੀ ਹੋਵੇ, ਤੂੰ ਬੜਾ ਧਿਆਨ ਰੱਖਦਾ ਹੈ ਕਿ ਇਹਦੀ ਜਿਹੜੀ ਸਰਵਿਸ ਆ ਕੰਪਨੀ ਤੋਂ ਕਰਾਉਣੀ ਹੈ। ਇਹ ਝਟਕੇ ਮਾਰ ਲੱਗ ਪਈ, ਇਹਨੂੰ ਦਿਖਾਓ। ਅਸੀਂ ਇੱਕ ਜਿਹੜਾ ਲੋਹਾ ਸੰਸਾਰੀ ਬੰਦੇ ਨੇ ਸਿਰਜਿਆ, ਅਸੀਂ ਉਹਦਾ ਇੰਨਾ ਖਿਆਲ ਰੱਖਦੇ ਹਾਂ ਕਿ ਅੰਦਰੋਂ ਵੈਕਿਊਮ ਕਰੋ ਜੀ, ਕਿਤੇ ਡਸਟ ਨਾ ਰਹਿ ਜਾਏ। ਬਾਹਰੋਂ ਧੋਵੋ, ਅੰਦਰੋਂ ਧੋਵੋ। ਜੇ ਅਸੀਂ ਨਾ ਧੋਤੀ ਕਰਦੇ, ਲੋਕੀ ਕੀ ਕਹਿਣਗੇ? ਬੰਦੇ ਦਾ ਹਾਲ ਦੇਖੋ, ਕਾਰ ਤੇ ਲੈ ਲਈ, ਸਾਂਭਣ ਦੀ ਜਾਂਚ ਨਹੀਂ ਆਈ। ਤੇ ਸੱਚੇ ਪਾਤਸ਼ਾਹ ਜੀ ਦਰਗਾਹ ਦੇ ਵਿੱਚ ਬੈਠੇ ਦੇਖ ਰਹੇ ਨੇ ਕਿ ਭਲਿਆ ਤੈਨੂੰ ਸਵਾਸ ਤੇ ਦਿੱਤੇ, ਤੈਨੂੰ ਸਾਂਭਣ ਦੀ ਜਾਂਚ ਨਹੀਂ ਆਈ। ਜਿਹੜੀ ਕਾਰ ਹੈ ਉਹਦੀ ਤੇ ਇੰਸ਼ੋਰੈਂਸ ਕਰਾ ਸਕਦਾ, ਉਹਦੀ ਇੰਸ਼ੋਰੈਂਸ ਹੋ ਸਕਦੀ, ਪਰ ਜਿਹੜਾ ਸਵਾਸ ਤੇਰੇ ਅੰਦਰੋਂ ਨਿਕਲ ਗਿਆ, ਇਹਦੀ ਕੋਈ ਇੰਸ਼ੋਰੈਂਸ ਨਹੀਂ। ਤੇ ਸਵਾਸ ਤੇਰੇ ਭਾਵੇਂ ਸਾਰੀ ਸ੍ਰਿਸ਼ਟੀ ਦੀਆਂ ਕਾਰਾਂ ਨੂੰ ਵੇਚ ਕੇ, ਕੰਪਨੀਆਂ ਨੂੰ ਵੇਚ ਕੇ ਤੂੰ ਇੱਕ ਸਾਹ ਨਹੀਂ ਲੈ ਸਕਦਾ। ਸਾਰੀ ਨੌਖੰਡ ਪ੍ਰਿਥਵੀ ਦੀ ਜਿੰਨੀ ਵੀ ਮਾਇਆ ਹੈ, ਜਿੰਨਾ ਵੀ ਪੈਸਾ ਹੈ, ਤੂੰ ਸਵਾਸ ਨਹੀਂ ਲੈ ਸਕਦਾ। ਫਿਰ ਦੱਸ ਕੀਮਤੀ ਕਿਹੜੀ ਚੀਜ਼ ਹੋਈ? ਤੇ ਜੇਕਰ ਗੁਰਬਾਣੀ ਵਿੱਚ ਇਹ ਬਚਨ ਆਉਂਦੇ ਨੇ
ਮਹਾਰਾਜ ਜੀ ਬਾਰ-ਬਾਰ ਕਹਿੰਦੇ ਨੇ, ਅਣਮੜਿਆ ਮੰਦਲ ਬਾਜੈ, ਬਿਨ ਸਾਵਨ ਕਨਹਰ ਗਾਜੈ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਮੋਹ ਕੋ ਮਿਲਿਓ RAM ਸਨੇਹੀ, ਜਿਤ ਮਿਲਿਆ ਦੇਹ ਬਦੀ। ਮਹਾਰਾਜ ਜੀ ਕਹਿੰਦੇ ਨੇ, ਮੈਨੂੰ ਪਰਮੇਸ਼ਵਰ ਮਿਲ ਗਿਆ। ਭਗਤ ਨਾਮਦੇਵ ਜੀ ਕਹਿੰਦੇ, ਹਰ ਵਾਰੀ ਮੈਂ ਦੇਖਿਆ, ਜੇਕਰ ਮ੍ਰਿਦੰਗ ਵੱਜਦਾ ਹੈ, ਤਬਲਾ ਵੱਜਦਾ ਹੈ, ਤੇ ਉਹ ਕਿਸੇ ਠੋਕਰ ਦੇ ਨਾਲ ਵੱਜਦਾ ਹੈ, ਹੁਣ ਉਹ ਸੰਗੀਤ ਮੇਰੇ ਅੰਦਰੋਂ ਪ੍ਰਗਟ ਹੋ ਗਿਆ ਤੇ ਕਣ ਕਣ ਚ ਸੁਣਦਾ ਹੈ, ਬਿਨਾਂ ਮੜੇ ਹੀ ਸੁਣ ਰਿਹਾ। ਬੱਦਲਾਂ ਤੋਂ ਬਿਨਾਂ ਹੀ ਬਾਰਿਸ਼ ਹੋ ਰਹੀ ਆ। ਉਹ ਕਿਹੜੀ ਬਾਰਿਸ਼? ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੇ ਮਹਾਰਾਜ ਜੀ ਨੇ ਬਾਰ-ਬਾਰ ਬਚਨ ਕੀਤਾ, ਤੈਨੂੰ ਰੱਬ ਮਿਲਿਆ ਨਹੀਂ ਮਿਲਿਆ, ਤੇਰਾ ਸਾਰਾ ਜੀਵਨ ਵਿਅਰਥ। ਮਹਾਰਾਜ ਜੀ ਸਾਨੂੰ ਡਿਕਲੇਅਰ ਕਰ ਦਿੰਦੇ ਨੇ, ਤੂੰ ਆਪਣੀ ਸਾਰੀ ਜ਼ਿੰਦਗੀ ਅਜਾਈ ਹੀ ਗਵਾ ਲਈ ਹੈ। ਕੀ ਕਰਦਾ ਰਿਹਾ ਤੂੰ? ਮਹਾਰਾਜ ਜੀ ਕਹਿੰਦੇ ਨੇ, ਜਿਸ ਤਰ੍ਹਾਂ ਪਸ਼ੂ ਛਕਦਾ ਹੈ ਤੂੰ ਵੀ ਛਕੀ ਜਾਂਦਾ ਹੈ, ਪਸ਼ੂ ਸੌਂਦਾ ਹੈ ਤੂੰ ਵੀ ਸੋਈ ਜਾਂਦਾ ਹੈ, ਪਸ਼ੂ ਦਾ ਵੀ ਪਰਿਵਾਰ ਤੇਰਾ ਵੀ ਪਰਿਵਾਰ, ਤੂੰ ਤਾਂ ਪਸ਼ੂ ਬਣ ਕੇ, ਪਸ਼ੂ ਵਾਂਗੂ ਜੀ ਕੇ ਤੇ ਪਸ਼ੂ ਦਾ ਜੀਵਨ ਧਾਰਨ ਕਰਕੇ ਪਸ਼ੂ ਤੋਂ ਹੀ ਥੱਲੇ ਡਿੱਗ ਕੇ ਤੇ ਹੁਣ ਤੂੰ ਮਰੇਗਾ ਵੀ ਪਸ਼ੂ ਵਾਂਗੂ। ਫਿਰ ਕੋਈ ਪ੍ਰਾਪਤੀ ਨਹੀਂ ਹੋਈ ਤੇਰੀ। ਤੇ ਅਸੀਂ ਹਰ ਵਾਰੀ ਖੰਡਨ ਪਤਾ ਕਿਹੜੀ ਚੀਜ਼ ਦਾ ਕਰਦੇ ਹਾਂ? ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਇੱਕ ਸੁਆਣੀ ਦੇ ਘਰ ਦੇ ਵਿੱਚ ਪਰਮੇਸ਼ਵਰ ਵੱਲੋਂ ਕੋਈ ਜੀਵ ਆਉਣ ਵਾਲਾ ਹੈ। ਆਪ ਜੀ ਤਵੱਜੋ ਬਖਸ਼ਿਓ, ਇੱਕ ਸੁਆਣੀ ਦੇ ਘਰ ਦੇ ਵਿੱਚ ਕੋਈ ਪ੍ਰਮਾਤਮਾ ਵੱਲੋਂ ਜੀਵ ਆਉਣ ਵਾਲਾ ਹੈ। ਤੇ ਜਿਸ ਵੇਲੇ ਪ੍ਰਸੂਤ ਦੀ ਪੀੜਾ ਹੋਈ, ਬੱਚੇ ਦਾ ਜਨਮ ਹੋਣ ਲੱਗਾ, ਤੇ ਆਪ ਜੀ ਨੂੰ ਪਤਾ ਹੈ ਜੀ, ਕੰਟਰੈਕਸ਼ਨ ਹੁੰਦੀ ਹੈ। ਫਿਰ ਅੰਦਰ ਇੱਕ ਸਰੀਰ ਨੇ ਦੂਜੇ ਸਰੀਰ ਨੂੰ ਜਨਮ ਦੇਣਾ, ਇਹ ਕਿੰਨੀ ਵੱਡੀ ਘਾਲਣਾ ਹੈ। ਇੱਕ ਸਰੀਰ ਦੇ ਵਿੱਚੋਂ ਦੂਜਾ ਸਰੀਰ ਪੈਦਾ ਹੋਣਾ। ਮਾਵਾਂ ਧੰਨ ਹੁੰਦੀਆਂ ਨੇ, ਮਾਵਾਂ ਧੰਨ ਹੁੰਦੀਆਂ ਨੇ। ਮਾਵਾਂ ਦੇ ਚਰਨ ਫੜ ਕੇ ਤੇ ਹਮੇਸ਼ਾ ਹੀ ਸਜਦਾ ਕਰਨਾ ਚਾਹੀਦਾ ਕਿ ਹੇ ਮਾਂ, ਤੂੰ ਇੰਨੀ ਪੀੜਾ ਸਹਾਰ ਕੇ ਤੂੰ ਮੈਨੂੰ ਜਨਮ ਦਿੱਤਾ, ਤੇਰਾ ਕੋਟਾਨ ਕੋਟ ਸ਼ੁਕਰਾਨਾ। ਵੈਸੇ ਤੇਰਾ ਦੇਣਾ ਨਹੀਂ ਦੇ ਸਕਦੇ, ਪਰ ਸ਼ੁਕਰਾਨਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਜਿਸ ਵੇਲੇ ਪ੍ਰਸੂਤ ਦੀ ਪੀੜਾ ਹੋਈ, ਜਿਸ ਵੇਲੇ ਅੰਦਰ ਪੀੜਾ ਬਹੁਤ ਜ਼ਿਆਦਾ ਹੋਣ ਲੱਗ ਪਈ, ਕੰਟਰੈਕਸ਼ਨ ਹੋਈ, ਤੇ ਉੱਚੀ ਉੱਚੀ ਉਸ ਬੱਚੀ ਨੇ, ਉਸ ਬੀਬੀ ਨੇ ਹਾਲ ਪਾਹਰਿਆ ਕੀਤਾ। ਉਹਦੀਆਂ ਚੀਕਾਂ ਦੀ ਆਵਾਜ਼ ਗੁਆਂਢਣ ਦੇ ਕੋਲ ਪਹੁੰਚੀ। ਦੇਖੋ, ਸਾਡੇ ਸਰੀਰ ਦੇ ਉੱਤੇ ਮੰਨ ਲਓ ਕਿ ਹੱਥ ਦੇ ਉੱਤੇ ਅਸੀਂ ਸੂਈ ਮਾਰ ਲਈਏ। ਸੂਈ ਦੇਖੋ ਬਿਲਕੁਲ ਬਰੀਕ ਹੈ। ਅਸੀਂ ਹੱਥ ਦੇ ਆਰ ਪਰ ਸੂਈ ਲਗਾ ਲਈਏ ਤੇ ਕਿੰਨੀ ਪੀੜ ਹੋਏਗੀ, ਹਨਾ ਜੀ। ਤੇ ਅਸੀਂ ਬਹੁਤ ਸਿਆਣੇ, ਅਸੀਂ ਸੂਈ ਨੂੰ ਫੜਦੇ ਹਾਂ ਬਹੁਤ ਬੋਚ ਕੇ ਧਿਆਨ ਨਾਲ। ਜੇ ਹੱਥ ਦੇ ਉੱਤੇ ਸੂਈ ਅਸੀਂ ਖੋਭ ਦਈਏ, ਸੂਈ ਨੂੰ ਅਸੀਂ ਝੁਬਾ ਦਈਏ, ਤੇ ਸਾਨੂੰ ਪਤਾ ਹੈ ਕਿ ਦਰਦ ਅਥਾਹ ਹੋਏਗੀ। ਫਿਰ ਉਹਦੇ ਵਿੱਚ ਪਸ ਪੈ ਸਕਦੀ ਹੈ, ਕੋਈ ਜੋ ਵੇਨ ਹੈ ਇਹ ਕੱਟੀ ਜਾ ਸਕਦੀ ਹੈ। ਜੇ ਕਲਾਈ ਉੱਤੇ ਜ਼ੋਰ ਦੇ ਨਾਲ ਸੂਈ ਮਾਰ ਦਿੱਤੀ ਜਾਂ ਗੰਧੂਈ ਮਾਰ ਦਿੱਤੀ, ਤੇ ਥੋੜਾ ਜਿਹਾ ਸਪੇਸ ਘੇਰਦੀ ਹੈ ਸੂਈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੈਨੂੰ ਇੰਨੀ ਪੀੜ ਹੋਈ, ਉਹ ਦੇਖ ਆਪਣੀ ਮਾਂ ਨੂੰ, ਜਿਸ ਵੇਲੇ ਤੇਰਾ ਸਰੀਰ ਉਹਦੇ ਸਰੀਰ ਵਿੱਚੋਂ ਨਿਕਲਿਆ ਤੇ ਉਹਨੂੰ ਕਿਤਨੀ ਪੀੜ ਹੋਈ ਹੋਏਗੀ। ਆਪਣੀ ਪਤਨੀ ਨੂੰ ਦੇਖ, ਸ਼ੁਕਰਾਨਾ ਕਰ, ਤੇਰੇ ਬੱਚਿਆਂ ਨੂੰ ਜਨਮ ਦਿੱਤਾ। ਕਿਉਂਕਿ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਹੈ ਹੀ ਸ਼ੁਕਰਾਨਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਇੱਕ ਜੋ ਬੀਬੀ ਹੈ ਹਾਲ ਪਾਹਰਿਆ ਕਰਦੀ ਪਈ ਹੈ, ਚੀਕਾਂ ਮਾਰਦੀ ਪਈ ਹੈ, ਤੇ ਜੋ ਆਸੇ-ਪਾਸੇ ਬੀਬੀਆਂ ਨੇ ਉਹਨਾਂ ਨੇ ਹੱਥਾਂ ਨੂੰ ਮਲਿਆ, ਉਹਨਾਂ ਨੇ ਬਾਰ-ਬਾਰ ਦਿਲਾਸਾ ਦਿੱਤਾ ਕਿ ਕੋਈ ਗੱਲ ਨਹੀਂ, ਸਮਾਂ ਨੇੜੇ ਆ ਗਿਆ, ਧੀਏ ਹੌਸਲਾ ਰੱਖ, ਹੌਸਲਾ ਰੱਖ। ਹੁਣ ਇੱਕ ਗੁਆਂਢਣ ਕੋਠੇ ਚੜੀ, ਚਬਾਰੇ ਚੜੀ ਤੇ ਕਹਿਣ ਲੱਗੀ, ਐਵੇਂ ਮਾਰੀ ਜਾਂਦੀ ਹੈ ਚੀਕਾਂ, ਪਖੰਡ ਕਰਦੀ ਆ, ਬੱਚਾ ਹੀ ਜੰਮਣਾ ਆ, ਚੀਕਾਂ ਕਾਹਦੇ ਵਾਸਤੇ ਮਾਰਨੀਆਂ ਹੈ। ਹੁਣ ਤੇ ਅਸੀਂ ਨਾ ਸਪਾਈਨਲ ਕੋਰਡ ਦੇ ਵਿੱਚ ਪੇਨ ਕਿਲਰ ਇੰਜੈਕਸ਼ਨ ਲੱਗ ਜਾਂਦਾ, ਰੀੜ੍ਹ ਦੀ ਹੱਡੀ ਵਿੱਚ। ਇਹ ਬਾਹਰ ਦੀ ਖੋਜ ਹੈ, ਜਿਸ ਖੋਜ ਨੇ ਬੇੜਾ ਗਰਕ ਕਰ ਛੱਡਿਆ ਹੈ, ਸਿਜ਼ੇਰੀਅਨ ਨੇ। ਪੁਰਾਣੇ ਸਮੇਂ 'ਚ ਕਿਹੜਾ ਸਿਜ਼ੇਰੀਅਨ ਹੁੰਦਾ ਸੀ? ਡਾਕਟਰ ਕਹਿੰਦੇ ਨੇ ਆਰਾਮ ਕਰੋ, ਆਰਾਮ ਕਰੋ, ਆਰਾਮ ਕਰੋ। ਤੇ ਜਿਹੜੇ ਸਰੀਰ ਨੇ ਆਰਾਮ ਕੀਤਾ, ਦੱਸੋ ਜੀ ਉਹ ਆਪਣੇ ਸਰੀਰ ਵਿੱਚੋਂ ਸਰੀਰ ਨੂੰ ਕਿਵੇਂ ਜਨਮ ਦੇ ਸਕਦੀ ਹੈ? ਤੇ ਉਹ ਹੁਣ ਗੁਆਂਢਣ ਕਹਿੰਦੀ ਹੈ, ਸਾਡਾ ਹਾਲ ਕੀ ਹੈ ਦੱਸ, ਬੇਨਤੀ ਕਰਦਾ ਪਿਆ। ਗੁਆਂਢਣ ਕਹਿੰਦੀ ਹੈ ਪਖੰਡ ਕਰਦੀ ਹੈ, ਬੱਚਾ ਹੀ ਜੰਮਣਾ।
ਤੇ ਬੱਚਾ ਜੰਮਣ ਲੱਗਿਆ ਚੀਕਾਂ ਕਾਹਦੇ ਵਾਸਤੇ ਮਾਰਨੀਆਂ? ਬੱਚਾ ਜੰਮਣ ਵੇਲੇ ਦੱਸੋ ਕਿਹੜੀ ਪੀੜਾ ਹੁੰਦੀ ਹੈ? ਤੇ ਜੋ ਥੱਲੇ ਉਸ ਘਰ ਦੇ ਵਿੱਚ ਬੀਬੀ ਖੜੀ ਸੀ, ਜਿਸ ਘਰ ਦੇ ਵਿੱਚ ਬੱਚੇ ਦਾ ਜਨਮ ਹੋਣ ਲੱਗਾ, ਅੱਗੋਂ ਉਸ ਬੀਬੀ ਨੇ ਆਖਿਆ ਕਿ ਤੂੰ ਤਾਂ ਬਾਂਝ ਆ, ਤੇਰੇ ਘਰ 'ਚ ਸੰਤਾਨ ਹੋਈ ਨਹੀਂ। ਤੇ ਜਿਨ੍ਹਾਂ ਦੇ ਘਰ ਵਿੱਚ ਨਿੱਜੀ ਸੰਤਾਨ ਨਹੀਂ ਨਾ ਹੁੰਦੀ, ਜਿਨ੍ਹਾਂ ਨੇ ਸੰਤਾਨ ਨੂੰ ਜਨਮ ਨਹੀਂ ਨਾ ਦਿੱਤਾ, ਉਹਨਾਂ ਨੂੰ ਕੀ ਪਤਾ ਹੈ ਕਿ ਪ੍ਰੈਕਟੀਕਲ ਕੀ ਹੁੰਦਾ ਹੈ ਤੇ ਜਨਮ ਦੇਣ ਵੇਲੇ ਦੀ ਪੀੜਾ ਕੀ ਹੁੰਦੀ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਇਹ ਭਾਈ ਪ੍ਰੈਕਟੀਕਲ ਦੁਨੀਆ ਹੈ, ਇਹ ਸੁਣਨ ਸੁਣਾਉਣ ਵਾਲੀ ਦੁਨੀਆ ਨਹੀਂ ਹੈ ਕਿ ਗਿਆਨੀ ਜੀ ਆਏ, ਉਹਨਾਂ ਨੇ ਕਥਾ ਕੀਤੀ, ਉਹਨਾਂ ਨੇ 40-50 ਕਿਤਾਬਾਂ ਪੜ੍ਹੀਆਂ ਤੇ ਸੁਣਨ ਵਾਲਿਆਂ ਨੇ ਕਿਹਾ ਵਾਹ 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 ਵਾਹ, ਬੜਾ ਗਿਆਨ ਇਕੱਠਾ ਕੀਤਾ। ਸੁਣਨ ਵਾਲਾ ਵੀ ਅੰਨਾ ਤੇ ਬੋਲਣ ਵਾਲਾ ਵੀ ਅੰਨਾ। ਤੇ ਜੇ ਬੋਲਣ ਵਾਲਾ ਕਹੇ ਭਾਈ ਗਿਆਨ ਹੀ ਗੁਰੂ ਆ, ਗਿਆਨ ਗੁਰੂ ਹੈ, ਪਰ ਬ੍ਰਹਮ ਗਿਆਨ ਗੁਰੂ ਹੈ। ਬ੍ਰਹਮ ਗਿਆਨ ਜੋ ਸੰਸਾਰ ਦੀ ਨੌਲੇਜ ਹੈ, ਜੇ ਉਹ ਗੁਰੂ ਹੋਣ ਲੱਗ ਪਿਆ, ਫਿਰ ਤੇ ਅਖਬਾਰ ਦੇ ਵਿੱਚ ਵੀ ਅੱਖਰ ਹੀ ਲਿਖੇ ਨੇ। ਅਖਬਾਰ ਨੂੰ ਨਹੀਂ ਮੱਥਾ ਟੇਕ ਦਿੰਦੇ ਜੀ, ਗੰਦੀਆਂ ਮੰਦੀਆਂ ਮੈਗਜ਼ੀਨਸ ਹਨ, ਅਸੀਂ ਉਹਨਾਂ ਨੂੰ ਮੱਥਾ ਨਹੀਂ ਟੇਕ ਦਿੰਦੇ, ਉੱਥੇ ਵੀ ਅੱਖਰ ਹੀ ਲਿਖੇ ਨੇ। ਪਰ ਇੱਥੇ ਧੁਰ ਕੀ ਬਾਣੀ ਹੈ, ਅਖਬਾਰ ਦੇ ਵਿੱਚ ਧੁਰ ਕੀ ਬਾਣੀ ਨਹੀਂ ਹੈ। ਅਖਬਾਰ ਦੇ ਅੱਖਰ ਦਰਗਾਹ ਤੋਂ ਸਾਡੇ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਨਹੀਂ ਕੀਤੇ, ਪਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਹਰੂਫ, ਇੱਕ ਇੱਕ ਅੱਖਰ ਮਹਾਂਪ੍ਰਕਾਸ਼, ਪ੍ਰਚੰਡ ਪ੍ਰਕਾਸ਼, ਅਗੰਮੀ ਪ੍ਰਕਾਸ਼ ਤੇ ਸੱਚਖੰਡ ਦੀ ਸੰਪੂਰਨ ਸ਼ਕਤੀ ਨਾਲ ਭਰਿਆ ਹੈ। ਇਸੇ ਕਰਕੇ ਜਿਵੇਂ ਜਿਵੇਂ ਅਸੀਂ ਜਪੀ ਜਾਂਦੇ ਹਾਂ, ਤਿਵੇਂ ਤਿਵੇਂ ਸਾਡੇ ਜੀਵਨ ਦੇ ਵਿੱਚ ਠੰਡਕ ਆਈ ਜਾਂਦੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਬਿਮਾਰ ਹਾਂ, ਇਸ ਕਰਕੇ ਪਾਠ ਨਹੀਂ ਹੋਇਆ, ਸਾਡੇ ਸਿਰ ਤੇ ਕਰਜ਼ਾ ਹੈ, ਇਸ ਕਰਕੇ ਪਾਠ ਨਹੀਂ ਹੋਇਆ। ਤੇ ਅਰਦਾਸ ਮਹਾਰਾਜ ਜੀ ਨੇ ਇਸੇ ਕਰਕੇ ਬਚਨ ਕੀਤਾ, ਉਹ ਦੇਖ ਕਿਸੇ ਦਾ ਖੋਪਰ ਲੱਥ ਰਿਹਾ, ਪਾਠ ਹੋ ਰਿਹਾ, ਉਹ ਦੇਖ ਬੰਦ ਕੱਟਿਆ ਜਾ ਰਿਹਾ, ਪਾਠ ਹੋ ਰਿਹਾ। ਉਹ ਗੁਰੂ ਨੇ ਤੇ ਇੰਨੀ ਸ਼ਕਤੀ ਇਸ ਬਾਣੀ ਵਿੱਚ ਟਿਕਾ ਦਿੱਤੀ, ਇੱਥੇ ਤੇ ਬਾਹਰ ਦਾ ਕੋਈ ਹਥਿਆਰ ਤੈਨੂੰ ਦੁੱਖ ਨਹੀਂ ਪਹੁੰਚਾ ਸਕਦਾ। ਜਿਹੜਾ ਦੁੱਖ ਤੈਨੂੰ ਮਹਿਸੂਸ ਹੋ ਰਿਹਾ ਇਹ ਤੇਰੇ ਮਾੜੇ ਕਰਮਾਂ ਕਰਕੇ। ਇਸ ਕਰਕੇ ਜੋ ਬੀਬੀ ਬਾਂਝ ਹੁੰਦੀ ਹੈ, ਉਸ ਬੀਬੀ ਨੂੰ ਪਤਾ ਨਹੀਂ ਕਿ ਸੰਤਾਨ ਦੇ ਜਨਮ ਵੇਲੇ ਪੀੜਾ ਕੀ ਹੁੰਦੀ ਹੈ। ਤੇ ਜਿਸ ਵੇਲੇ ਬੱਚਾ ਦੇਖ ਲੈਂਦੀ ਹੈ, ਉਸੇ ਵੇਲੇ ਸਾਰੀ ਪੀੜਾ ਭੁੱਲ ਜਾਂਦੀ ਹੈ, ਕਿਉਂਕਿ ਹੁਣ ਫਲ ਦੀ ਪ੍ਰਾਪਤੀ ਹੋ ਗਈ। ਜਿਸ ਵੇਲੇ ਬੱਚੀ ਨੇ ਆਪਣੇ ਬੱਚੇ ਨੂੰ ਦੇਖਿਆ ਜਾਂ ਫਿਰ ਬੱਚੀ ਨੂੰ ਦੇਖਿਆ, ਘੁੱਟ ਕੇ ਗਲਵਕੜੀ ਪਾਈ, ਪਿਆਰ ਕਰਦੀ ਹੈ, ਜਦ ਕਿ ਸਰੀਰ ਵਿੱਚੋਂ ਨਿਕਲਿਆ ਬੱਚਾ ਅਜੇ ਲਿਬੜਿਆ ਹੈ, ਬਲੱਡ ਲੱਗਾ ਹੈ, ਪਰ ਮਾਂ ਨੂੰ ਬਲੱਡ ਨਹੀਂ ਦਿਖਦਾ। ਮਾਂ ਨੂੰ ਇੰਜ ਨਹੀਂ ਮਹਿਸੂਸ ਹੁੰਦਾ ਕਿ ਇਹ ਤਾਂ ਅੰਦਰ ਬਲੈਡਰ ਦੇ ਵਿੱਚੋਂ ਨਿਕਲਿਆ। ਇਹਦੇ ਇਰਦ ਗਿਰਦ ਪਲੇਜ਼ੈਂਟਾ ਸੀ, ਇਹ ਤਾਂ ਗੰਦਗੀ ਵਾਲੀ ਥਾਂ 'ਚੋਂ ਆਇਆ, ਪੇਟ ਦੇ ਨਿਚਲੇ ਹਿੱਸੇ ਤੋਂ ਆਇਆ। ਮਾਂ ਸਭ ਭੁੱਲ ਜਾਂਦੀ ਹੈ, ਸਾਰੀ ਪੀੜਾ ਭੁੱਲ ਜਾਂਦੀ ਹੈ। ਇੱਥੋਂ ਤੱਕ ਜੇਕਰ ਮਾਤਾ ਜਨਮ ਵੇਲੇ ਇਹ ਸ਼ਬਦ ਸੁਣਦੀ ਹੈ ਕਿ ਜਾਂ ਤੇਰਾ ਬੱਚਾ ਰਹਿ ਸਕਦਾ ਜਿਉਂਦਾ, ਜਾਂ ਫਿਰ ਤੂੰ ਦੱਸ ਵੀ ਤੂੰ ਕੀ ਚਾਹੁੰਦੀ ਹੈ। ਬੱਚਾ ਚਾਹੁੰਦੀ ਹੈ ਕਿ ਜਾਂ ਤੂੰ ਆਪਣੀ ਜ਼ਿੰਦਗੀ ਚਾਹੁੰਦੀ ਹੈ। ਬੱਚੇ ਦੀ ਮੌਤ ਤੇਰੀ ਜ਼ਿੰਦਗੀ ਹੈ, ਇੱਕ ਹੀ ਬਚ ਸਕਦਾ। ਤੇ ਮਾਂ ਕਹੇਗੀ ਕੋਈ ਗੱਲ ਨਹੀਂ, ਮੇਰਾ ਜੋ ਬੱਚਾ ਆ, ਮੇਰਾ ਲਾਲ ਆ, ਇਹਨੂੰ ਕੁਝ ਨਾ ਹੋਵੇ, ਇਹਨੂੰ ਇੱਕ ਝਰੀਟ ਨਾ ਪਵੇ, ਕੋਈ ਗੱਲ ਨਹੀਂ, ਮੈਂ ਜੇ ਮਰ ਵੀ ਜਾਵਾਂ ਫਿਰ ਕਿਹੜੀ ਗੱਲ ਹੈ। ਤੇ ਸਾਡਾ ਜੋ ਗੁਰੂ ਹੈ ਨਾ, ਗੁਰੂ ਇੱਕ ਮਾਂ ਹੈ, ਕਹਿੰਦੀ ਹੈ ਭਾਵੇਂ ਮੈਂ ਸਾਰਾ ਸਰਬੰਸ ਕੁਰਬਾਨ ਕਰ ਦੇਵਾਂ, पर इन गरीब सिखन को देऊं पातशाही, ये याद करे हमरी गुरियाई। महाराज जी ने साडे वाल इशारा करके कहा सी, इन पुत्रन के सीस पर वार दिए सुत चार, चार मुए तो क्या हुआ जीवत कई हजार। ते वेखो साडा गुरु साडे वास्ते इन्ना कुछ करदा है। असीं अपने बच्चियां नूं गुड मॉर्निंग, गुड आफ्टरनून, गुड नाइट, बस गुड गुड असीं सिखाई जाने आ, ते बच्चियां दा अंदर मलीन होया पिया, ते जो सिखा रहे ने वो भी मलीनता च फसे पे ने। जे किते तूं गुरु दी फतेह सिखाई हुंदी ते तेरे बच्चियां ने फतेह बुला बुला के गुरु के शब्द विच जुड़ जाना सी। ते जदों कोई गुरु के शब्द विच जुड़ जांदा है ते जिहड़ी शक्ति दी प्राप्ति हुंदी है, महाराज जी कहंदे ने जिस वेले बूंद सागर विच लीन होई, हुण एक बूंद सारे सागर दा रूप बन गई, ਵੱਖਰੀ नहीं की जा सकती। हुण जिन्ना बल सागर विच सारा बल बूंद विच, जिन्ना डूंगा समुंदर उन्नी डूंगी बूंद हुण फैल गई है। असीं तां थोड़ी जी जिंदगी जिउंदे हां जी, घटिया जी, बख्श लिओ। महाराज जी इस जिंदगी नूं पता की कहंदे ने, नाम बिना जेता व्यवहार, ज्यों मृतक मिथ्या सिंगार।
ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਹੁੰਦਾ ਹੈ ਨਾ, ਦਾਸ ਨੇ ਕੈਨੇਡਾ ਵਿੱਚ ਦੇਖਿਆ, ਕਹਿੰਦੇ ਨੇ ਕਿ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਹੈ। ਕਿਹਨੂੰ? ਬਾਪੂ ਸਾਡਾ ਚੜ੍ਹਾਈ ਕਰ ਗਿਆ। ਦਾਸ ਨੇ ਪੁੱਛਿਆ, ਬਾਪੂ ਪਹਿਲਾਂ ਕਰਦਾ ਰਿਹਾ ਪਾਠ? ਨਾ ਜੀ, ਉਹਦੇ ਪੱਬਾਂ 'ਚ ਜਾਂਦਾ ਸੀ, ਤੇ ਆਖਰੀ ਸਮੇਂ 'ਚ ਹੌਸਪੀਟਲ ਵਿੱਚ ਸੀ, ਤੇ ਕਹਿੰਦਾ ਸੀ ਡਾਊਨਟਾਊਨ ਲੈ ਜਾਓ ਮੈਨੂੰ, ਮੈਂ ਪੱਬਾਂ 'ਚ ਜਾ ਕੇ ਤੇ ਆਹ ਜਿਹੜਾ ਵੀਕਐਂਡ ਆ ਮਨਾ ਲਵਾਂ। ਉਹ ਕਹਿੰਦੇ, ਬਾਪੂ ਸਵਾਸ ਤੇਰੇ ਆਖਰੀ ਨੇ, ਕਬਰ 'ਚ ਤੇਰੇ ਪੈਰ ਨੇ, ਤੇ ਤੂੰ ਫੇਰ ਪੱਬਾਂ ਵਿੱਚ ਜਾਣ ਨੂੰ ਫਿਰਦਾ, ਵਾਹਿਗੁਰੂ ਕਹਿ। ਅੱਗੋਂ ਕਹਿਣ ਲੱਗਾ, ਨਹੀਂ, ਸਾਰੀ ਜ਼ਿੰਦਗੀ ਕਮਾਇਆ ਇਸੇ ਕਰਕੇ, ਮੌਜਾਂ ਕਰਨੀਆਂ ਨੇ। ਬਾਪੂ ਗੱਲ ਕਰਦਾ ਪਿਆ ਸੀ, ਉਸੇ ਵੇਲੇ ਮੂੰਹ ਦੇ ਵਿੱਚੋਂ ਬਲੀਡਿੰਗ ਹੋ ਗਈ ਜੀ, ਬਲੱਡ ਆ ਗਿਆ। ਬਾਪੂ ਨੇ ਚੜ੍ਹਾਈ ਕਰ ਗਏ, ਤੇ ਵੇਖੋ ਉੱਥੇ ਬਾਪੂ ਜੀ ਨੂੰ ਸਜਾਇਆ, ਤੇ ਇਸ ਢੰਗ ਨਾਲ ਸਜਾਇਆ, ਕੈਮੀਕਲ ਵਗੈਰਾ ਲਾ ਕੇ। ਦਾਸ ਨੂੰ ਆਖਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਹੁਣ ਜੋ ਅਸਲ ਵਿੱਚ ਗੁਰਮਤ ਹੈ, ਇਹ ਅਸੀਂ ਉੱਥੇ ਸਮਝਾਈਏ, ਗੁਰੂ ਮਹਾਰਾਜ ਜੀ ਦਾ ਬਚਨ ਉੱਥੇ ਦੱਸੀਏ ਜਿੱਥੇ ਸਾਰੇ ਬੋਲੇ ਨੇ ਤੇ ਅੰਨੇ ਨੇ ਤੇ ਗੂੰਗੇ ਨੇ, ਉੱਥੇ ਗੁਰੂ ਕੇ ਸ਼ਬਦ ਦੀ ਨਰਾਦਰੀ ਹੋ ਸਕਦੀ ਹੈ। ਹੁਣ ਕੀ ਹੁੰਦਾ ਹੈ, ਦਾਸ ਉੱਥੇ ਜਾਂਦਾ ਹੈ, ਉਹ ਕਲਬੂਤ ਦੇ ਕੋਲ ਜਾ ਕੇ ਦੇਖਦਾ ਤੇ ਬਾਪੂ ਜੀ ਦੀ ਸੋਹਣੀ ਦਸਤਾਰ ਸਜਾਈ, ਤੇ ਬਾਪੂ ਜੀ ਇੰਝ ਮਹਿਸੂਸ ਹੋਣ, ਬਾਪੂ ਜੀ ਆਰਾਮ ਕਰਦੇ ਪਏ ਨੇ, ਹੁਣੇ ਉੱਠ ਕੇ ਕਹਿਣਾ ਕਿ ਪੱਬ ਵਿੱਚ ਲੈ ਜਾਓ, ਕਿ ਪੱਬ ਦੇ ਵਿੱਚੋਂ ਸ਼ਾਇਦ ਸੱਚਖੰਡ ਦੀ ਪ੍ਰਾਪਤੀ ਹੋ ਜਾਣੀ ਹੈ। ਹੁਣ ਸਾਰੀ ਜ਼ਿੰਦਗੀ ਜਿਸ ਬੰਦੇ ਨੇ ਵਿਸ਼ੇ ਵਿਕਾਰ ਭੋਗੇ, ਆਖਰੀ ਸਮੇਂ ਵਿੱਚ ਵਿਸ਼ਾ ਵਿਕਾਰ ਹੀ ਯਾਦ ਆਏਗਾ। ਤੇ ਦਾਸ ਨੇ ਉੱਥੇ ਜਿਸ ਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ, ਪਰਤ ਕੇ ਜਿਸ ਵੇਲੇ ਫਿਊਨਰਲ ਦੇ ਉੱਤੇ ਉਹ ਸਰੀਰ ਭਸਮ ਹੋ ਜਾਂਦਾ ਹੈ ਨਾ ਜੀ, ਤੇ ਫਿਰ ਉਸ ਤੋਂ ਪਹਿਲਾਂ ਸ਼੍ਰੀ ਸੋਹਲੇ ਸਾਹਿਬ ਜੀ ਦਾ ਜਾਪ ਕੀਤਾ ਜਾਂਦਾ ਹੈ। ਦਾਸ ਨੇ ਜਾਪ ਕੀਤਾ, ਤੇ ਦਾਸ ਨੇ ਨਾਲ ਹੀ ਬੇਨਤੀ ਕੀਤੀ, ਜੇ ਬਾਪੂ ਪੱਬਾਂ ਦੇ ਵਿੱਚ ਜਾਂਦਾ ਰਿਹਾ, ਪੱਬ ਵਿੱਚ ਸੁਰਤ ਸੀ, ਤੇ ਹੁਣ ਮਰ ਕੇ ਵੀ ਪੱਬ ਦੇ ਵਿੱਚ ਹੀ ਜਾਏਗਾ। ਇਸ ਬਾਪੂ ਦੀ ਗਤੀ ਨਹੀਂ ਜੇ ਹੋਣੀ, ਨਹੀਂ ਹੋਣੀ ਬਿਲਕੁਲ ਗਤੀ। ਤੇ ਜਾਂ ਫਿਰ ਕੋਈ ਐਸੀ ਮਹਾਨ ਆਤਮਾ, ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵਰਗੀ ਮਹਾਪੁਰਸ਼ਾਂ ਵਰਗੀ ਆਤਮਾ, ਜਾਂ ਸੰਤ ਬਾਬਾ ਅਤਰ ਸਿੰਘ ਜੀ ਵਰਗੀ ਆਤਮਾ, ਜਾਂ ਸੰਤ ਬਾਬਾ ਨਾਨਕ ਸਿੰਘ ਜੀ ਵਰਗੀ ਹਸਤੀ ਹੋਵੇ, ਉਹ ਮੁਕਤ ਕਰਾ ਸਕਦੀ ਹੈ। ਉਹਦੇ ਵਿੱਚ ਸਮਰੱਥਾ ਹੈ, ਉਹਨਾਂ ਵਿੱਚ ਉਹ ਰੱਬ ਰੂਪ ਹੁੰਦੇ ਨੇ। ਪਰ ਰੱਬ ਰੂਪ ਇਹੋ ਜਿਹਿਆਂ ਦੀ ਅਰਦਾਸ ਨਹੀਂ ਕਰਦੇ। ਉਹ ਕਹਿੰਦੇ ਨੇ ਰੱਬ ਨੂੰ ਲੇਖਾ ਜੋਖਾ ਦੇਣਾ ਪੈ ਜਾਣਾ, ਕਾਹਦੇ ਵਾਸਤੇ ਅਰਦਾਸਾਂ ਸੁਣਨਾ, ਛੱਡੋ। ਜਿਹੋ ਜਿਹੇ ਕਰਮ ਕੀਤੇ ਨੇ, ਮੇਰਾ ਬਾਬਾ ਕਹਿੰਦਾ ਆਪੇ ਬੀਜ ਆਪੇ ਹੀ ਖਾਓ। ਵੇਖੋ ਨਿਰੰਤਰ ਰੋਜ਼ਾਨਾ ਹੀ ਇਹ ਪੰਕਤੀ ਸਾਹਮਣੇ ਆ ਜਾਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤੇਰਾ ਹਾਲ ਐਸਾ ਹੈ ਜਿਸ ਤਰ੍ਹਾਂ ਇੱਕ ਬੱਚੀ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਤੇ ਭੰਡੀ ਕਰਦੀ ਹੈ ਉਹਦੀ, ਜਿਹਨੇ ਬੱਚੇ ਨੂੰ ਜਨਮ ਦਿੱਤਾ। ਦੋਵਾਂ ਵਿੱਚ ਅੰਤਰ ਬਹੁਤ ਹੈ। ਤੇਰਾ ਆਪਣਾ ਅਨੁਭਵ ਨਹੀਂ, ਆਪਣਾ ਅਭਿਆਸ ਨਹੀਂ, ਤੇ ਤੂੰ ਕਹਿ ਸਕਦੀ ਹੈ ਹੇ ਆਤਮਾ ਕਿ ਇਹ ਸਭ ਝੂਠ ਹੈ ਜੀ। ਇਹ ਗੁਰਪ੍ਰਸਾਦ ਕੀ ਹੁੰਦਾ ਹੈ? ਮੈਂ ਤੇ ਕੜਾਹ ਪ੍ਰਸ਼ਾਦ ਹੀ ਦੇਖਿਆ। ਸਾਡੀ ਪਹੁੰਚ ਕੜਾਹ ਪ੍ਰਸ਼ਾਦ ਤੱਕ ਹੀ ਆ, ਖਾਣ ਪੀਣ ਤੱਕ ਹੀ ਸਾਡੀ ਪਹੁੰਚ ਆ ਨਾ ਜੀ। ਤੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ, ਜਿਉਂ ਕੂਕਰ ਜੂਠਨ ਮਹਿ ਪਾਏ। ਜਿਵੇਂ ਕੁੱਤਾ ਕੋਈ ਪ੍ਰਸ਼ਾਦਾ ਜਾਂ ਸਬਜ਼ੀ ਜਾਂ ਖਾਣ ਵਾਲਾ ਪਦਾਰਥ ਜੂਠਾ ਕਰ ਦਿੰਦਾ ਹੈ ਨਾ ਜੀ, ਤੇ ਇਸ ਤਰ੍ਹਾਂ ਤੂੰ ਪ੍ਰਸ਼ਾਦਾ ਛਕਦਾ ਪਿਆ, ਤੂੰ ਪ੍ਰਸ਼ਾਦਾ ਜੂਠਾ ਕਰ ਦਿੱਤਾ। ਕਿਉਂਕਿ ਜਿਨੇ ਪ੍ਰਸ਼ਾਦਾ ਦਿੱਤਾ, ਜਿਨੇ ਜੀਵਨ ਦਿੱਤਾ, ਜਿਨੇ ਤੇਰੇ ਕੋਲੋਂ ਕਮਾਈ ਕਰਾਈ, ਜਿਨੇ ਤੈਨੂੰ ਦੰਦ ਦਿੱਤੇ, ਜਿਨੇ ਹੱਥਾਂ ਵਿੱਚ ਤਾਕਤ ਦਿੱਤੀ, ਤੂੰ ਬੁਰਕੀ ਤੋੜ ਸਕਦਾ ਹੈ। ਜਿਨੇ ਤਾਕਤ ਦਿੱਤੀ, ਤੂੰ ਮੂੰਹ ਖੋਲ ਕੇ ਪਾ ਸਕਦਾ ਹੈ, ਚਬਾ ਸਕਦਾ ਹੈ, ਲੰਘਾ ਸਕਦਾ ਹੈ, ਪਚਾ ਸਕਦਾ ਹੈ, ਉਹਦਾ ਬਲੱਡ ਬਣ ਸਕਦਾ ਹੈ, ਸ਼ਕਤੀ ਬਣੇਗੀ। ਉਹਦਾ ਤੇ ਸ਼ੁਕਰਾਨਾ ਕੀਤਾ ਕੋਈ ਨਹੀਂ। ਜਿਵੇਂ ਕੁੱਤੇ ਨੇ ਪ੍ਰਸ਼ਾਦਾ ਛਕਿਆ, ਉਹਦਾ ਪ੍ਰਸ਼ਾਦਾ ਝੂਠਾ ਮੰਨਿਆ ਜਾਂਦਾ ਹੈ। ਕਿਸੇ ਦੇ ਘਰ ਵਿੱਚ ਕਿਸੇ ਨੇ ਬਹੁਤ ਵਧੀਆ ਸਵਾਦਿਸ਼ਟ ਸਬਜ਼ੀ ਬਣਾਈ ਹੋਵੇ ਨਾ, ਮੰਨ ਲਓ ਪਨੀਰ ਦੀ ਸਬਜ਼ੀ ਬਣਾਈ ਹੋਵੇ, ਮਸ਼ਰੂਮ ਪਨੀਰ ਦੀ ਸਬਜ਼ੀ ਬਣਾਈ ਹੋਵੇ, ਤੇ ਸਾਰੇ ਪ੍ਰਸ਼ਾਦਾ ਛਕਣ ਬੈਠਣ ਤੇ ਇੱਕਦਮ ਕੁੱਤਾ ਆ ਕੇ ਮੂੰਹ ਪਾ ਕੇ ਤੇ ਦੌੜ ਜਾਵੇ। ਸਾਰਿਆਂ ਨੇ ਕਹਿਣਾ ਕਿ ਕੁੱਤੇ ਨੇ ਮੂੰਹ ਪਾ ਦਿੱਤਾ। ਕੁੱਤਾ ਬੈਕਟੀਰੀਆ ਦੇ ਨਾਲ ਭਰਿਆ ਹੋਇਆ ਜੀਵ ਹੈ, ਆਪਾਂ ਨਹੀਂ ਪ੍ਰਸ਼ਾਦਾ ਛਕਣਾ, ਅਚਾਰ ਨਾਲ ਛਕ ਲਓ, ਐਵੇਂ ਕੋਈ ਬਿਮਾਰੀ ਲੱਗੂ। ਮਹਾਰਾਜ ਜੀ ਨੇ ਪਾਣੀ ਵਿੱਚ ਬਚਨ ਕੀਤਾ, ਤੇਰਾ ਜੀਵਨ ਸਿਰਫ ਕੂਕਰ ਵਰਗਾ ਹੀ ਹੋ ਗਿਆ। ਦਾਸ ਬੇਨਤੀ ਕਰੇ ਜੀ, ਸਾਡਾ ਨਿਤਨੇਮ ਇੰਨਾ ਕੁ ਪਰਪੱਕ ਹੋਣਾ ਚਾਹੀਦਾ, ਇਤਨਾ ਕੁ ਵਿਸ਼ਾਲ ਹੋਣਾ ਚਾਹੀਦਾ, ਇੰਨਾ ਭਰੋਸੇ ਵਾਲਾ ਹੋਣਾ ਚਾਹੀਦਾ ਹੈ। ਭਾਵੇਂ ਜੈਸਾ ਮਰਜ਼ੀ ਸਰੀਰ ਦਾ ਹਾਲ ਹੋਵੇ, ਸਾਨੂੰ ਨਿਤਨੇਮ ਨਹੀਂ ਛੱਡਣਾ ਚਾਹੀਦਾ। ਜਿਸ ਤਰ੍ਹਾਂ ਦਾਸ ਦੇ ਮਨ ਨੇ ਆਖਿਆ, ਮਨਾ ਤੈਨੂੰ 104 ਬੁਖਾਰ ਹੈ, ਤੇ ਅੱਜ ਮੈਸੇਜ ਪਾ ਦੇ ਕਿ ਭਾਈ ਇਹ ਬੁਖਾਰ ਮੇਰੇ ਸਿਰ ਨੂੰ ਚੜ੍ਹ ਗਿਆ, ਤੇ ਅੱਜ
ਜੋ ਦਾਸ ਨੂੰ ਨਿਵਾਜਣ ਵਾਸਤੇ ਹੁੰਦੇ ਨੇ। ਗੁਰਮੁਖ ਪਿਆਰੇ, ਭਾਈ ਅੱਜ ਤੁਸੀਂ ਨਾ ਘਰ ਵਿੱਚ ਨਿਤਨੇਮ ਕਰ, ਤੇ ਜਿਹੜੀ ਸੰਗਤ ਅਸੀਸਾਂ ਬਖਸ਼ਦੀ ਪਈ ਹੈ ਨੇੜੇ ਦੀ ਦੂਰ ਦੁਰਾਡੇ ਦੀ, ਉਹਨਾਂ ਨੂੰ ਵੀ ਕਹਿ ਦਈਏ ਕਿ ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਕਰੋ। ਫਿਰ ਇੱਕਦਮ ਮਨ ਵਿੱਚ ਆਇਆ ਖਿਆਲ, ਮਨਾ ਆ ਪਿਛਲਾ ਮਹੀਨਾ ਕਿਹੜਾ ਲੰਘਿਆ ਭਲਾ। ਕਲਗੀਧਰ ਪਾਤਸ਼ਾਹ ਇਤਨੇ ਭਿਅੰਕਰ ਸਮੇਂ ਦੇ ਵਿੱਚ ਵੀ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਆਪਣਾ ਨਿਤਨੇਮ ਨਿਭਾਉਂਦੇ ਨੇ, ਦੂਜਿਆਂ ਨੂੰ ਸਿੱਖਿਆ ਦੇ ਰਹੇ ਨੇ। ਜਦੋਂ ਤੂੰ ਬੇਹੋਸ਼ ਹੋ ਜਾਵੇਂ ਫਿਰ ਕੋਈ ਗੱਲ ਨਹੀਂ, ਜਿੰਨਾ ਚਿਰ ਤੂੰ ਠੀਕ ਹੈ ਤੂੰ ਗੁਰੂ ਕੀ ਸਿਫਤ ਸਲਾਹ ਕਰ। ਐਵੇਂ ਨਾ ਹੋਵੇ ਅੱਜ ਤੂੰ ਬਹੁਤ ਜ਼ਿਆਦਾ ਬਿਮਾਰ ਹੈ, ਪਤਾ ਨਹੀਂ ਥੋੜੇ ਸਮੇਂ ਬਾਅਦ ਤੇਰਾ ਭੋਗ ਹੀ ਪੈ ਜਾਏ। ਤੇ ਦਾਸ ਦਾ ਗਲਾ ਬਹੁਤ ਖਰਾਬ ਸੀ। ਦਾਸ ਨੇ ਫਿਰ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ, ਸਿਫਤ ਸਲਾਹ ਕਰਦਿਆਂ ਕਰਦਿਆਂ ਗਲਾ ਭਾਵੇਂ ਬਲੌਕ ਵੀ ਹੋ ਜਾਏ, ਗੂੰਗੇ ਵੀ ਹੋ ਜਾਈਏ, ਸਟਕ ਹੋ ਜਾਏ, ਕੋਈ ਪਰਵਾਹ ਨਹੀਂ, ਪਰ ਦਾਤਿਆ ਤੇਰੀ ਸਿਫਤ ਸਲਾਹ ਨਾ ਕਿਤੇ ਰੁਕੇ। ਤੇ ਜੇਕਰ ਧਰਮ ਦੇ ਪ੍ਰਚਾਰਕ ਥੋੜੀ ਜਿਹੀ ਤਕਲੀਫ ਦੇ ਉੱਤੇ ਆਪਣਾ ਨਿਤਨੇਮ ਛੱਡ ਦੇਣਗੇ, ਫਿਰ ਦੂਜੀ ਸੰਗਤ ਕੀ ਕਹੇਗੀ? ਆਖੇ ਬਾਬਾ ਜੀ ਨੂੰ ਵੀ ਇਹ ਪ੍ਰੋਬਲਮ ਹੋ ਗਈ ਸੀ ਤੇ ਇਹਨਾਂ ਨੇ ਛੱਡ ਦਿੱਤਾ, ਤੇ ਸਾਨੂੰ ਤੇ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ? ਨੀਂਦ ਦੀ, ਤੇ ਆਪਾਂ ਵੀ ਛੱਡ ਹੀ ਦਿੰਦੇ ਹਾਂ। ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ, ਕਲਗੀਧਰ ਪਾਤਸ਼ਾਹ ਜੀ ਨੇ ਟਿਕਾਈ ਹੈ ਕਿ ਤੂੰ ਮੇਰਾ ਪੁੱਤਰ ਹੈ, ਤੇਰੇ ਸਿਰ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਆਪ ਪਵਿੱਤਰ ਜੀਵਨ ਅਖਤਿਆਰ ਕਰ ਤੇ ਦੂਜਿਆਂ ਨੂੰ ਪਵਿੱਤਰਤਾ ਵਾਲਾ ਜੀਵਨ ਬਖਸ਼। ਤੇ ਇਸੇ ਕਰਕੇ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਸ ਵੇਲੇ ਪੈਰਾਲਾਈਜ਼ ਦਾ ਅਟੈਕ ਹੋਇਆ ਸੀ, ਅਟੈਕ ਹੋਇਆ ਕਹਿੰਦੇ ਨੇ ਕਿ ਰਾਤ ਨੂੰ ਤਕਰੀਬਨ 12:30 ਦਾ ਸਮਾਂ ਸੀ, ਤੇ ਮਹਾਂਪੁਰਸ਼ਾਂ ਨੂੰ ਅਟੈਕ ਹੋਇਆ ਤੇ ਸਾਰੇ ਪਾਸੇ ਹਾਹਾਕਾਰ ਮਚ ਗਈ ਵਿਦਿਆਰਥੀਆਂ ਦੇ ਵਿੱਚ। ਮਹਾਂਪੁਰਸ਼ਾਂ ਨੂੰ ਦੌਰਾ ਪੈ ਗਿਆ, ਅਟੈਕ ਹੋ ਗਿਆ ਪੈਰਾਲਾਈਜ਼ ਦਾ। ਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਅਰਦਾਸਾ ਸੋਚਿਆ, ਹੇ ਦਾਤਿਆ ਭਾਵੇਂ ਸਰੀਰ ਅੱਧਾ ਖੜ ਜਾਏ, ਮੈਂ ਅੱਧੇ ਸਰੀਰ ਦੇ ਵਰਕ ਕਰਨ ਦੇ ਨਾਲ ਮੈਂ ਤੇਰੀ ਕਥਾ ਕਰਾਂਗਾ। ਮਹਾਂਪੁਰਸ਼ਾਂ ਨੇ ਨਿਤਨੇਮ ਵੀ ਆਪਣੀ ਮਰਿਆਦਾ ਅਨੁਸਾਰ ਕੀਤਾ। ਫਿਰ ਪਰਤ ਕੇ ਮਹਾਂਪੁਰਸ਼ਾਂ ਨੇ 10 ਵਜੇ ਨਾਲ ਪਹੁੰਚ ਕੇ ਉੱਥੇ ਪਿੰਡ ਸ਼੍ਰੀ ਅਖੰਡ ਪਾਠ ਸਾਹਿਬ ਜੀ ਤੋਂ ਬਾਅਦ ਉੱਥੇ ਵਿਆਖਿਆ ਵੀ ਕੀਤੀ, ਦੁਪਹਿਰ ਨੂੰ ਦੂਜੇ ਪਿੰਡ ਕੀਤੀ, ਫਿਰ ਸ਼ਾਮ ਨੂੰ ਕਿਸੇ ਹੋਰ ਪਿੰਡ ਕੀਤੀ। ਤੇ ਮਹਾਂਪੁਰਸ਼ਾਂ ਨੂੰ ਆਖਿਆ ਕਿ ਬਾਬਾ ਜੀ ਤੁਸੀਂ ਤਾਂ ਠੀਕ ਨਹੀਂ, ਤੇ ਆਰਾਮ ਕਰਨਾ ਚਾਹੀਦਾ ਸੀ। ਤੇ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਕੀਤਾ, ਭਾਈ ਆਰਾਮ ਹਰਾਮ ਹੈ, ਸਭ ਤੋਂ ਵੱਡਾ ਆਰਾਮ ਗੁਰੂ ਕੇ ਸ਼ਬਦ ਦੇ ਵਿੱਚ ਹੈ। ਅਸੀਂ ਬਾਣੀ ਵਿੱਚ ਪਤਾ ਕੀ ਪੜ੍ਹਦੇ ਹਾਂ ਜੀ? ਜਪ ਮਨ ਸਤਨਾਮ, ਅੱਗੇ ਕੀ ਲਿਖਿਆ? ਵੀਕਐਂਡ ਤੇ ਪੜ੍ਹਨਾ ਸਦਾ ਸਤਨਾਮ। ਜਪ ਮਨ ਸਤਨਾਮ, ਸਦਾ ਸਤਨਾਮ, ਕੋਈ ਛੁੱਟੀ ਨਹੀਂ, ਕੋਈ ਵੀਕਐਂਡ ਨਹੀਂ, ਸਾਰੇ ਵਰਕਿੰਗ ਡੇਜ਼ ਨੇ। ਭੋਗ ਪੈਣ ਤੋਂ ਪਹਿਲਾਂ ਇਕੱਠਾ ਕਰ ਲੈ। ਜਦੋਂ ਤੂੰ ਸਰੀਰ ਛੱਡੇਗਾ ਉਸ ਵੇਲੇ ਤੈਨੂੰ ਜਮਾ ਦੀ ਫਾਹੀ ਪੈਣੀ। ਉਸ ਵੇਲੇ ਤੂੰ ਜਮਾ ਨੂੰ ਕਹਿਣਾ ਕਿ ਮੈਂ ਤਾਂ ਕਲਗੀਧਰ ਪਾਤਸ਼ਾਹ ਜੀ ਦਾ ਪੁੱਤਰ ਹਾਂ, ਤੇ ਨਾਲ ਹੀ ਜਮਾ ਨੇ ਕਹਿਣਾ ਜੇ ਪੁੱਤਰ ਹੁੰਦਾ ਤੇ ਫਿਰ ਅਸੀਂ ਨਹੀਂ ਸੀ ਹੋਣਾ, ਫਿਰ ਤੇ ਕਲਗੀਧਰ ਪਾਤਸ਼ਾਹ ਜੀ ਨਹੀਂ ਹੋਣਾ ਸੀ। ਜਦੋਂ ਕਿਸੇ ਬੱਚੇ ਨੂੰ ਤਕਲੀਫ ਹੋਵੇ ਨਾ ਤੇ ਪਿਓ ਭੱਜਾ ਆਉਂਦਾ ਹੈ। ਅਸੀਂ ਸਾਰੇ ਬੱਚਿਆਂ ਵਾਲੇ ਹਾਂ ਜੀ। ਹੁਣ ਸਾਡੇ ਬੱਚੇ ਨੂੰ ਕੋਈ ਤਕਲੀਫ ਹੋਵੇ ਤੇ ਬੱਚਾ ਕਹੇ ਬਾਬੂ ਮੈਂ 8000 ਕਿਲੋਮੀਟਰ ਦੂਰ, ਮੈਂ 800 ਕਿਲੋਮੀਟਰ ਦੂਰ, ਤੇ ਬਾਪੂ ਦਇਆ ਕਰ ਮੇਰੀ ਲੱਤ ਟੁੱਟ ਗਈ, ਆਸੇ ਪਾਸੇ ਕੋਈ ਨਹੀਂ, ਤੂੰ ਆ ਜਾ। ਦਾਸ ਦਾਵੇ ਨਾ ਕਹਿ ਸਕਦਾ ਹੈ ਕਿ ਉਸ ਬਾਪ ਦੇ ਪੈਰਾਂ ਵਿੱਚ ਜੋੜਾ ਹੋਵੇ ਨਾ ਹੋਵੇ, ਸਨੋ ਪਈ ਹੋਵੇ ਤੇ ਸਾਰੇ ਪਾਸੇ ਹਾਈ ਅਲਰਟ ਹੋਇਆ ਹੋਵੇ, ਰੈੱਡ ਅਲਰਟ ਹੋਇਆ ਹੋਵੇ ਕਿ ਕੋਈ ਵੀ ਕਾਰ ਨਾ ਚਲਾਵੇ, ਉਹ ਬਾਪ ਕਹੇਗਾ ਕਿ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤੇ ਫਾਇਦਾ ਕੀ? ਉਸੇ ਵੇਲੇ ਕਾਰ ਨੂੰ ਸੈਲਫ ਮਾਰੇਗਾ ਤੇ ਤੁਰ ਪਏਗਾ, ਭਾਵੇਂ ਉਹਦੀ ਖੁਦ ਦੀ ਮੌਤ ਹੋ ਜਾਏ। ਜੇ ਸੰਸਾਰਕ ਪਿਤਾ ਆਪਣੇ ਬੱਚੇ ਵਾਸਤੇ ਜਾਨ ਕੁਰਬਾਨ ਕਰ ਸਕਦਾ ਹੈ ਤੇ ਦੇਖੋ ਜੀ ਉਹ ਤੇ ਫਿਰ ਸਾਡਾ ਪਿਤਾ ਕਲਗੀਧਰ ਪਾਤਸ਼ਾਹ ਹੈ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸੱਚੇ ਪਾਤਸ਼ਾਹ ਜੀ ਨੇ ਕਰਕੇ ਦਿਖਾਇਆ, ਆਪਣਾ ਪਿਤਾ ਵਾਰਿਆ, ਫਿਰ ਪਰਤ ਕੇ ਆਪਣੀ ਭੂਆ ਦੇ ਪੁੱਤ ਵਾਰੇ, ਫਿਰ ਪਰਤ ਕੇ ਦੇਖੋ ਜੀ ਆਪਣੇ ਸਾਹਿਬਜ਼ਾਦੇ ਵਾਰੇ, ਫਿਰ ਮਾਤਾ ਜੀ ਵਾਰਨੇ ਕੀਤੇ, ਮਾਤਾ ਜੀ ਨੂੰ ਵਾਰਿਆ। ਫਿਰ ਕਹਿੰਦੇ ਨੇ ਸਭ ਤੋਂ ਵੱਧ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਹਲਕੀ ਜਿਹੀ ਦੁੱਖ ਦੀ ਅੰਦਰ ਚੁਭਨ ਮਹਿਸੂਸ ਕੀਤੀ ਜਿਸ ਵੇਲੇ ਆਪਣੇ ਪਰਿਵਾਰ ਤੋਂ ਵੱਧ ਪਿਆਰੇ ਸਿੱਖਾਂ ਨੂੰ ਵਾਰਿਆ। ਤੇ ਮਹਾਰਾਜ ਜੀ ਨੇ ਆਖਿਆ ਸੀ ਭਾਈ ਸਾਨੂੰ ਜਾਣ ਦਿਓ, ਤੇ ਅਸੀਂ
ਹੱਸ ਹੱਸ ਕੇ ਸ਼ਹੀਦ ਹੋ ਜਾਣਾ ਹੈ। ਕੱਲ ਨੂੰ ਕੋਈ ਇਹ ਨਾ ਕਹੇ ਗੋਬਿੰਦ ਸਿੰਘ ਦੂਜਿਆਂ ਦੇ ਪੁੱਤ ਮਰਵਾ ਗਏ। ਭਾਈ ਦਇਆ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਦਾਤਿਆ ਤੈਨੂੰ ਅਸੀਂ ਹੁਕਮ ਨਹੀਂ ਕਰ ਸਕਦੇ, ਕਿਉਂਕਿ ਤੂੰ ਸਾਡਾ ਗੁਰੂ ਹੈ, ਤੇ ਗੁਰੂ ਨੂੰ ਹੁਕਮ ਪੰਜ ਪਿਆਰੇ ਕਿਵੇਂ ਕਰ ਸਕਦੇ ਨੇ? ਜਿਹੜੇ ਪੰਜ ਪਿਆਰੇ ਸੱਚਖੰਡ ਦੇ ਵਾਸੀ ਕਲਗੀਧਰ ਪਾਤਸ਼ਾਹ ਜੀ ਨੇ ਬਣਾ ਦਿੱਤੇ ਹੋਣ, ਹੱਥ ਜੋੜ ਕੇ ਆਖਿਆ, ਦਾਤਿਆ ਸਾਡੇ ਵਰਗੇ ਪੰਜ ਪਿਆਰੇ ਅਰਬਾਂ ਖਰਬਾਂ ਜਾਂ ਫਿਰ ਅਸੰਖ ਹੋ ਜਾਣ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਦਾ ਨਹੀਂ ਕਰ ਸਕਦੇ। ਦਾਤਿਆ ਸਾਡੇ ਵਰਗੇ ਕੁਰਬਾਨ ਹੋ ਜਾਣ, ਤੂੰ ਸਾਡੇ ਵਰਗੇ ਅਰਬਾਂ ਖਰਬਾਂ ਹੀ ਪੈਦਾ ਕਰ ਦੇਂਗਾ। ਇਸ ਕਰਕੇ ਸਾਨੂੰ ਤੇਰੀ ਲੋੜ ਹੈ, ਸੰਸਾਰ ਨੂੰ ਤੇਰੀ ਲੋੜ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਵੀ ਕੀਤਾ, ਜੇ ਅਸੀਂ ਸਰੀਰ ਤਿਆਗ ਵੀ ਦੇਵਾਂਗੇ ਤੇ ਤਾਂ ਵੀ ਅਸੀਂ ਹਰ ਸਿੱਖ ਦੇ ਹਿਰਦੇ ਦੇ ਵਿੱਚ ਵਸਾਂਗੇ, ਅਸੀਂ ਸਿੱਖ ਦੇ ਚੁਗਿਰਦੇ ਵਸਾਂਗੇ ਹਰ ਦਮ। ਪਰ ਅਸੀਂ ਪੁੱਤਰ ਬਣਾਂਗੇ ਤਾਂ ਹੀ ਨਾ, ਪੁੱਤਰ ਅਸੀਂ ਬਣੇ ਨਹੀਂ ਤੇ ਦਾਵਾ ਅਸੀਂ ਕਰੀਏ ਤੁਹਾਨੂੰ ਪਤਾ ਮੇਰਾ ਬਾਪੂ ਕੌਣ ਹੈ? ਕਲਗੀਧਰ ਪਾਤਸ਼ਾਹ। ਬਾਪੂ ਦੀ ਗੱਲ ਤੇ ਮੰਨੀ ਕੋਈ ਨਹੀਂ। ਖੈਰ ਦਾਸ ਫਿਰ ਤੋਂ ਵਿਸਥਾਰ ਵੱਲ ਚਲਾ ਗਿਆ ਜੀ। ਤੇ ਸੱਚ ਹੈ, ਭਾਵੇਂ ਸਰੀਰ ਨੂੰ ਕਾਂਬਾ ਛੇੜਦਾ ਪਿਆ, ਭਾਵੇਂ ਅੰਦਰ ਹੀਟ ਮਹਿਸੂਸ ਹੁੰਦੀ ਪਈ ਹੈ, ਪਰ ਦਾਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਸਿਫਤ ਸਲਾਹ ਕਰਾ ਰਹੇ ਨੇ। ਜੇ ਜ਼ਬਾਨ ਨੂੰ ਅਟੈਕ ਹੋ ਜਾਏ ਕੋਈ ਗੱਲ ਨਹੀਂ, ਘੱਟੋ ਘੱਟ ਨੇਮ ਤੇ ਨਿਭ ਗਿਆ ਨਾ ਸਾਡਾ। ਮਹਾਰਾਜ ਜੀ ਕਹਿੰਦੇ ਨੇ ਤੇਰਾ ਨੇਮ ਨਹੀਂ ਛੁੱਟਣਾ ਚਾਹੀਦਾ, ਕਿਉਂਕਿ ਨੇਮ ਹੀ ਪਰਤ ਕੇ ਪ੍ਰੇਮ ਦਾ ਰੂਪ ਬਣਦਾ ਹੈ। ਅਸੀਂ ਆਪਣੇ ਸ਼ਬਦ ਵੱਲ ਆਈਏ ਜੀ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸੋ ਦਰ ਕਿਹਾ, ਇਹਨੂੰ ਦਰ ਨਹੀਂ ਕਹਿਣਾ, ਦਰ ਦੱਦੇ ਉੱਤੇ ਅਦਕ ਲਾ ਕੇ ਬੋਲਣਾ ਨਹੀਂ, ਇਸ ਨੂੰ ਪੋਲਾ ਪੜਨਾ ਹੈ। ਕਿਵੇਂ ਪੜਨਾ ਹੈ? ਸੋ ਦਰ ਕਿਹਾ, ਇੱਥੇ ਕਿਹਾ ਤੇ ਰੁਕ ਜਾਣਾ ਹੈ। ਸੋ ਘਰ ਕਿਹਾ, ਫਿਰ ਰੁਕ ਜਾਣਾ ਹੈ। ਜਿੱਤ ਬਹਿ, ਫਿਰ ਥੋੜਾ ਜਿਹਾ ਰੁਕਣਾ ਹੈ। ਸਰਬ ਸੰਭਾਲੇ, ਇੱਥੇ ਜੋ ਸਰਬ ਅਲਫਾਜ਼ ਹੈ ਇਹ ਭੱਬੇ ਦੇ ਨਾਲ ਨਹੀਂ ਬੋਲਣਾ। ਜੇ ਅਸੀਂ ਕਹਾਂਗੇ ਨਾ ਸਰਬ ਇੱਕਦਮ ਪੜਾਂਗੇ ਤੇ ਫਿਰ ਭੱਬਾ ਪੈ ਜਾਏਗਾ। ਜਦੋਂ ਅਸੀਂ ਕਹਾਂਗੇ ਨਾ ਸਰਬ, ਬੱਬੇ ਨੂੰ ਬੋਲਣ ਲੱਗਿਆਂ ਦੋਵੇਂ ਸਾਡੇ ਜੋ ਲਿਪਸ ਨੇ ਬੋਲਣੇ ਟੱਚ ਹੁੰਦੇ ਨੇ। ਭੱਬਾ ਬੋਲਣ ਲੱਗਿਆਂ ਇੱਕਦਮ ਟੱਚ ਹੁੰਦੇ ਨੇ ਤੇ ਬਾਅਦ ਚੋਂ ਫਿਰ ਖੁੱਲ ਜਾਂਦੇ ਨੇ। ਇਸ ਨੂੰ ਬੋਲਣਾ ਹੈ ਸਰਬ, ਸਰਬ ਤੇ ਸਰਬ। ਜਦੋਂ ਸਰਬ ਗਿਆ ਭੱਬਾ ਪੈ ਗਿਆ ਜੀ। ਮਹਾਰਾਜ ਜੀ ਕਹਿੰਦੇ ਨੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਹੇ ਪ੍ਰਭੂ, ਹੇ ਮੇਰੇ ਮਾਲਕ ਜੀ, ਉਹ ਕੈਸਾ ਦਰ ਹੈ, ਉਹ ਕੈਸਾ ਘਰ ਹੈ ਜਿੱਥੇ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਦਾ ਨਿਰਮਾਣ ਕਰਦਾ ਹੈ, ਪਾਲਣਾ ਕਰਦਾ ਹੈ, ਸਾਰਿਆਂ ਨੂੰ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਫਲ ਦਿੰਦਾ ਹੈ। ਕਿਹੜਾ ਐਸਾ ਤੇਰਾ ਦਰ ਹੈ, ਕਿਹੜਾ ਐਸਾ ਘਰ ਹੈ ਜੋ ਕਿ ਅਸੀਮ ਖੰਡਾਂ ਬ੍ਰਹਿਮੰਡਾਂ ਨੂੰ ਚਲਾ ਰਿਹਾ ਹੈ। ਪਤਾ ਨਹੀਂ ਕਰੋੜਾਂ ਅਰਬਾਂ ਖਰਬਾਂ ਹੀ ਸੂਰਜ ਨੇ ਜਿਨ੍ਹਾਂ ਨੂੰ ਤੂੰ ਚਲਾ ਰਿਹਾ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਜਿਤ ਦਰ ਵਸੈ ਹੈ ਕਵਨ ਦਰ ਕਹੀਐ, ਦਰਾ ਭੀਤਰ ਦਰ ਕਵਨ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਮੈਂ ਤਾਂ ਨਿਰਾਸ਼ ਹੋ ਗਿਆ, ਮੈਂ ਤਾਂ ਉਦਾਸ ਹੋ ਗਿਆ, ਮੈਂ ਤਾਂ ਉਪਰਾਮ ਹੋ ਗਿਆ। ਦਾਦੇ ਤੂੰ ਰਹਿੰਦਾ ਕਿੱਥੇ ਆ? ਦੇਖਾਂ ਦਰਸ਼ਨ। ਤੇ ਮੈਨੂੰ ਪਤਾ ਲੱਗਿਆ ਜਦੋਂ ਤੂੰ ਦਰਸ਼ਨ ਦਿੰਦਾ ਹੈ ਨਾ, ਫਿਰ ਤੂੰ ਆਪਣੇ ਵਿੱਚ ਸਦੀਵ ਕਾਲ ਵਾਸਤੇ ਗਲਵਕੜੀ ਪਾ ਕੇ ਟਿਕਾ ਲੈਣਾ ਹੈ। ਤੇ ਦਾਤਿਆ ਕਰ ਬਖਸ਼ਿਸ਼। ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਇਸ ਨੂੰ ਵਾਵਣ ਕਹਿਣਾ ਹੈ, ਵਾਵਣ ਅਣਾਣੇ ਨਾਲ, ਵਾਵਨ ਹਾਰੇ ਨਹੀਂ ਕਹਿਣਾ। ਦੋਵੇਂ ਸ਼ਬਦਾਂ ਨੂੰ ਦੇਖਿਓ, ਵਾਵਣ ਹਾਰੇ ਤੇ ਵਾਵਨ ਹਾਰੇ, ਕਿੰਨਾ ਫਰਕ ਹੈ ਜੀ। ਮਹਾਰਾਜ ਜੀ ਕਹਿੰਦੇ ਨੇ, ਪਰਮੇਸ਼ਵਰ ਦੇ ਦਰ ਦੇ ਅੱਗੇ ਕੋਈ ਇੱਕ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਵਿੱਚ ਸ਼ਬਦ ਉਚਾਰਨ ਨਹੀਂ ਹੋ ਰਿਹਾ। ਇੱਥੇ ਨਾਦ ਦਾ ਅਰਥ ਹੈ ਕੋਈ ਐਸਾ ਸ਼ਬਦ ਜੋ ਕਿ ਦਿਸਣ ਵਾਲਾ ਨਾ ਹੋਵੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕਹਿੰਦੇ ਨੇ ਅਨੇਕਾਂ ਹੀ ਜੀਵ ਨੇ ਜੋ ਕਿ ਅਨੇਕਾਂ ਤੰਤੀ ਸਾਜ਼ਾਂ ਦੇ ਨਾਲ, ਅਨੇਕਾਂ ਵਾਜਿਆਂ ਦੇ ਨਾਲ, ਅਨੇਕਾਂ ਐਸੇ ਸਾਜ਼ਾਂ ਦੇ ਨਾਲ ਦਾਤਿਆਂ ਤੇਰੀ ਸਿਫਤ ਸਲਾਹ ਕਰਦੇ ਨੇ। ਜਿਹੜੇ ਵਾਜੇ ਨੇ, ਜਿਹੜੇ ਹੱਥ ਵਿੱਚ ਫੜਨ ਵਾਲੇ ਇੰਸਟਰੂਮੈਂਟ ਹਨ, ਜਿਵੇਂ ਅਸੀਂ ਅੱਜ ਸਮੇਂ 'ਚ ਦੇਖੀਏ ਰਬਾਬ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਈ। ਪਰਤ ਕੇ ਸਰੰਦਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਝੋਲੀ ਵਿੱਚ ਪਾਇਆ।
ਫਿਰ 6ਵੇਂ ਪਾਤਸ਼ਾਹ ਜੀ ਨੇ ਤਾਊਸ ਪਾਇਆ ਜੀ, ਫਿਰ 10ਵੇਂ ਪਾਤਸ਼ਾਹ ਜੀ ਨੇ ਫਿਰ ਵੀਣਾ, 10ਵੇਂ ਪਾਤਸ਼ਾਹ ਜੀ ਨੇ ਫਿਰ ਦਿਲਰੂਬਾ ਦਾ ਸਾਜ਼ ਪਾਇਆ। ਸਾਨੂੰ ਤੇ ਇਹ ਵੀ ਨਹੀਂ ਪਤਾ ਕਿਹੜੇ ਗੁਰੂ ਨੇ ਸਾਡੀ ਝੋਲੀ ਵਿੱਚ ਸਾਜ਼ ਕਿਹੜਾ ਪਾਇਆ। ਵੇਖੋ ਸਾਡੀ ਕੈਸੀ ਹਾਲਤ ਹੋ ਗਈ। ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਗੁਰੂ ਮਹਾਰਾਜ ਜੀ ਆਪਣੇ ਨਾਲ ਸ਼ਸਤਰਾਂ ਨੂੰ ਤੇ ਰੱਖਦੇ ਹੀ ਰੱਖਦੇ ਸਨ ਤੇ ਸਾਜ਼ ਵੀ ਨਾਲ ਰੱਖਦੇ ਸਨ। ਮਹਾਰਾਜ ਜੀ ਦੋਵਾਂ ਉਸ ਪਰਮੇਸ਼ਵਰ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਅੰਗ ਸੰਗੇ ਰੱਖਦੇ ਸਨ। ਤੇ ਵੇਖੋ ਸਾਡੇ ਕੋਲ ਦੋਵੇਂ ਦਾਤਾਂ ਨਹੀਂ ਹਨ। ਨਾ ਸ਼ਸਤਰਾਂ ਦਾ ਸਾਨੂੰ ਸ਼ੌਂਕ ਰਿਹਾ ਤੇ ਨਾ ਸਾਨੂੰ ਸਾਜ਼ਾਂ ਦਾ ਸ਼ੌਂਕ ਰਿਹਾ। ਬੱਚੇ ਨੇ ਜੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ, ਫਿਕਰ ਹੈ ਹੁਣ ਇਹਨੇ ਕਾਲਜ ਵਿੱਚ ਜਾਣਾ ਹੈ। ਅੱਛਾ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ, ਹੁਣ ਯੂਨੀਵਰਸਿਟੀ ਵਿੱਚ ਜਾਣਾ ਹੈ। ਸਾਡੀਆਂ ਬਸ ਨਾ ਸੋਚਾਂ ਕਾਲਜ, ਸਕੂਲ ਤੋਂ ਕਾਲਜ, ਕਾਲਜ ਤੋਂ ਯੂਨੀਵਰਸਿਟੀ ਦੇ ਅੱਗੇ ਨਹੀਂ ਜਾਂਦੀਆਂ। ਫਿਰ ਬੱਚੇ ਨੇ ਹੁਣ ਕਮਾਉਣਾ ਹੈ, ਬੱਚਾ 4 ਟਕੇ ਕਮਾਉਣ ਜੋਗਾ ਆ ਗਿਆ, ਹੁਣ ਵਿਆਹ ਕਰ ਦਿਓ, ਚਲੋ ਜੀ। ਜਿਵੇਂ ਮੈਂ ਕੱਖ ਨਹੀਂ ਭਗਤੀ ਕੀਤੀ ਤੇ ਮੈਂ ਆਪਣੇ ਬੱਚੇ ਨੂੰ ਵੀ ਉਹੀ ਸਿੱਖਿਆ ਦਿੱਤੀ, ਪੁੱਤ ਭਗਤੀ ਨਹੀਂ ਕਰਨੀ, ਇਹ ਸੰਸਾਰ ਦੇ ਸਾਰੇ ਮਾੜੇ ਕਰਮ ਕਰਨੇ ਆ, ਕੋਈ ਗੱਲ ਨਹੀਂ। ਰੱਬ ਨੇ ਜ਼ਿੰਦਗੀ ਦਿੱਤੀ ਹੀ ਇਹ ਖੇ ਸਵਾਹ ਖਾਣ ਵਾਸਤੇ ਤੇ ਇਹ ਸੰਸਾਰ ਦੇ ਵਿੱਚ ਆ ਕੇ ਤੇ ਵਿਸ਼ੇ ਵਿਕਾਰ ਭੋਗਣ ਵਾਸਤੇ। ਇਹ ਸੱਚ ਹੈ। ਤੁਸੀਂ ਭਾਵੇਂ ਨਾ ਵੀ ਕਹੋ ਆਪਣੇ ਬੱਚਿਆਂ ਨੂੰ ਕਿ ਬੇਟਾ ਸ਼ਰਾਬ ਪੀਣੀ ਚਾਹੀਦੀ ਹੈ, ਨਾ ਵੀ ਕਹੋ ਕਿ ਪੁੱਤ ਜਿਹੜਾ ਤੰਬਾਕੂ ਆ ਨਾ ਉਹ ਸਸਤਾ ਮਿਲ ਜਾਂਦਾ, ਉਹ ਪੀ ਲੈਣਾ ਚਾਹੀਦਾ ਹੈ, ਹੈਰੋਇਨ ਮਹਿੰਗੀ ਮਿਲਦੀ ਹੈ ਨਾ, ਉਹ ਨਹੀਂ ਆਪਾਂ ਪੀਣੀ, ਆਪਾਂ ਤੰਬਾਕੂ ਪੀਣਾ ਹੈ, ਤੰਬਾਕੂ ਖਾਣਾ ਹੈ। ਬੇਟਾ ਅਫੀਮ ਤੇ ਇਹ ਤਾਂ ਚੜ੍ਹਦੀ ਕਲਾ ਵਾਲੀ ਗੱਲ ਆ। ਅਫੀਮ ਤੇ ਨਾ ਜੇਬ ਵਿੱਚ ਇੰਜ ਰੱਖਣੀ ਆ ਜਿਸ ਤਰ੍ਹਾਂ ਤੂੰ ਜੇਬ ਦੇ ਵਿੱਚ ਫੋਨ ਰੱਖਦਾ। ਅਸੀਂ ਕਹਾਂਗੇ ਅਸੀਂ ਤਾਂ ਆਪਣੇ ਬੱਚਿਆਂ ਨੂੰ ਕਦੀ ਕਿਹਾ ਨਹੀਂ, ਬਾਬਾ ਤੇਰਾ ਦਿਮਾਗ ਹਿੱਲ ਗਿਆ, ਉਹ ਗਿਆਨੀ ਤੇਰਾ ਦਿਮਾਗ ਹਿੱਲ ਗਿਆ। ਪਰ ਮਹਾਰਾਜ ਜੀ ਕਹਿੰਦੇ ਨੇ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਮਾਨ। ਜੇ ਤੂੰ ਜ਼ਬਾਨ ਤੋਂ ਨਹੀਂ ਕਹਿੰਦਾ, ਤੂੰ 3.5 ਕਰੋੜ ਰੋਮਾਂ ਦੇ ਰਾਹੀਂ ਆਪਣੇ ਬੱਚੇ ਦੇ ਅੰਦਰ ਉਹ ਚੀਜ਼ ਪਾ ਦਿੱਤੀ ਹੈ। ਕਿਉਂਕਿ ਜ਼ਬਾਨ ਕੱਲੀ ਬੋਲੇ ਉਹ ਤੇ ਸੁਣ ਕੇ ਦੂਰ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਬੱਚੇ ਨੂੰ ਘੁੱਟ ਕੇ ਗਲਵੱਕੜੀ ਪਾਓ, ਸਿਰ ਤੇ ਹੱਥ ਰੱਖੋ, ਭਾਵੇਂ ਬੱਚੇ ਦੀ ਲੱਤਾਂ, ਬੱਚਾ ਛੋਟਾ ਹੋਵੇ ਨਾ, ਲੱਤਾਂ ਅਸੀਂ ਘੁੱਟ ਦਿੰਦੇ, ਥੱਕ ਜਾਂਦਾ ਹੈ। ਤੁਸੀਂ ਮੂਲ ਮੰਤਰ ਦਾ ਜਾਪ ਕਰੋ, ਸ਼੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰੋ, ਬੱਚੇ ਦੇ ਕੰਨਾਂ ਵਿੱਚ ਨਾਮ ਹੀ ਪਾਓ। ਦਾਸ ਗੁਰੂ ਦੇ ਆਸਰੇ ਇਹ ਦਾਅਵਾ ਕਰ ਸਕਦਾ ਹੈ ਕਿ ਜਦੋਂ ਬੱਚਾ ਥੋੜਾ ਕੁ ਵੱਡਾ ਹੋਏਗਾ, 4-5 ਸਾਲ ਦਾ ਹੋਏਗਾ, ਤੇ ਉਹਦੇ ਅੰਦਰ ਉਹ ਸ਼ਬਦ ਚੱਲ ਪਏਗਾ, ਉਹ ਸ਼ਬਦ ਚੱਲ ਪਏਗਾ। ਕਿਉਂਕਿ ਤੁਸੀਂ ਆਪਣੇ ਰੂਹਾਨੀ ਜੀਵਨ ਦੇ ਵਿੱਚੋਂ ਤਰੰਗਾਂ ਦਿੱਤੀਆਂ ਤੇ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੀ ਰੂਹਾਨੀਅਤ ਹੈ। ਮਹਾਰਾਜ ਜੀ ਕਹਿੰਦੇ ਨੇ ਉਹ ਭਾਈ ਪਰਮੇਸ਼ਵਰ ਦੇ ਦਰ ਦੀ ਸਿਫਤ ਕੀ ਕਰੀਏ, ਉਹਦੇ ਦਰ ਦੇ ਉੱਤੇ ਅਨੇਕਾਂ ਹੀ ਸਾਜ਼ ਨੇ ਤੇ ਅਨੇਕਾਂ ਹੀ ਸਾਜ਼ ਵਜਾਉਣ ਵਾਲੇ ਨੇ। ਮਹਾਰਾਜ ਜੀ ਦੱਸੋ ਹਾਂ ਕਿੰਨੇ ਕੁ ਨੇ? 1000 ਜਾਂ ਫਿਰ ਮਿਲੀਅਨ, ਬਿਲੀਅਨ, ਟ੍ਰਿਲੀਅਨ? ਮਹਾਰਾਜ ਜੀ ਕਹਿੰਦੇ ਕੋਈ ਗਿਣਤੀ ਨਹੀਂ, ਕੋਈ ਗਿਣਤੀ ਨਹੀਂ। ਇਹ ਕੌਣ ਕਹਿ ਰਿਹਾ ਹੈ? ਦੀਨ ਦੁਨੀ ਦਾ ਮਾਲਕ, ਖੁਦ ਪਰਮੇਸ਼ਵਰ ਰੂਪ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਖੁਦ ਪਰਮੇਸ਼ਵਰ ਦਾ ਸਾਖਸ਼ਾਤ ਸਰੂਪ ਕਹਿ ਰਿਹਾ ਹੈ। ਕਿਉਂ ਕਹਿ ਰਿਹਾ ਹੈ? ਕਿਉਂਕਿ ਉਹਨੇ ਸਾਰੇ ਦੇਖੇ ਨੇ, ਉਹਨੇ ਸਾਰੇ ਸੁਣੇ ਨੇ, ਤਾਂ ਕਹਿ ਰਿਹਾ ਹੈ। ਇਹ ਦੇਖਿਆ ਹੋਇਆ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਇਆ। ਕਿਉਂ? ਉਹ ਭਾਈ ਤੂੰ ਵੀ ਦੇਖ, ਤੂੰ ਵੀ ਦੇਖ ਕਿ ਸੁਣਨ ਤੱਕ ਹੀ ਸੀਮਤ ਰਹਿ ਜਾਏਗਾ। ਇਮਾਨਦਾਰੀ ਵਾਲੀ ਕਮਾਈ ਛਕੋ ਜੀ, 10 ਨੋਆਂ ਦੀ ਕਿਰਤ ਕਰੋ, ਫਿਰ ਬਸ ਉਡਾਓ, ਫਿਰ ਕੋਈ ਗੱਲ ਨਹੀਂ, ਨਿੰਦਿਆ ਚੁਗਲੀ ਜ਼ੋਰ ਨਾਲ ਕਰੋ। ਜੇ ਅਸੀਂ ਗੁਰੂ ਦਾ ਸ਼ਬਦ ਨਹੀਂ ਨਾ ਜਪਦੇ, ਸਾਡੀ ਇਮਾਨਦਾਰੀ ਨੂੰ ਤੁਸੀਂ ਇੰਝ ਸਮਝੋ ਕਿ ਤਿਲ ਮਾਤਰ ਵੀ ਥਾਂ ਨਹੀਂ ਰੱਬ ਦੇ ਘਰ ਵਿੱਚ। ਐਵੇਂ ਅਸੀਂ ਭੁਲੇਖਿਆਂ ਵਿੱਚ ਜਿਉਂਦੇ ਪਏ ਹਾਂ। ਆਪਾਂ ਤੇ ਨਾ ਜਦੋਂ ਜਾਣਾ ਨਾ, ਸਰੀਰ ਤਿਆਗਣਾ, ਤੇ 10 ਪਾਤਸ਼ਾਹੀਆਂ ਨੇ ਆਉਣਾ ਹੈ ਤੇ ਕਹਿਣਾ ਕਿ ਸ਼ੁਕਰ ਆ ਭਰਾਵਾ ਤੂੰ ਸਰੀਰ ਤੇ ਆ ਗਿਆ, ਆ ਜਾ, ਤੇਰੇ ਵਾਸਤੇ ਸੰਘਾਸਣ ਤਿਆਰ ਆ। ਹੈ ਤੂੰ ਨਿਕੰਮਾ ਹੀ ਆ, ਹੈ ਤੇਰੇ ਕਰਮਾਂ ਦੇ ਵਿੱਚ ਮਲੀਨਤਾ ਹੀ ਆ, ਹੈ ਤੂੰ ਵਿਸ਼ੇ ਵਿਕਾਰ ਹੀ ਭੋਗੇ ਆ। ਕਿਸੇ ਨੂੰ ਇੱਕ ਚੁਲੀ ਪਰ ਪਾਣੀ ਨਹੀਂ ਦਿੱਤਾ ਤੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀਆਂ ਤੂੰ ਉਹਨਾਂ ਦੀ ਨਿੰਦਿਆ ਕੀਤੀ ਹੈ। ਇੰਜ ਨਹੀਂ ਨਾ ਹੋਣਾ। ਤੇ ਜਮਦੂਤਾਂ ਨੇ ਆ ਕੇ ਫਿਰ ਘੜੀਸ ਕੇ ਲੈ ਕੇ ਜਾਣਾ। ਜਮ ਕਾ ਡੰਡ ਮੂੰਦ ਮਹਿ ਲਾਗਿਆ। ਕਹਿੰਦੇ ਨੇ ਜਦੋਂ ਜਮਾਂ ਦਾ ਡੰਡਾ ਸਿਰ ਦੇ ਵਿੱਚ ਲੱਗਾ ਨਾ, ਫੇਰ ਜਾ ਕੇ ਬੰਦਾ ਜਾਗਦਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਪਰਮੇਸ਼ਵਰ ਦੇ ਘਰ ਦੇ ਉੱਤੇ ਅਨੇਕਾਂ ਹੀ ਸਾਜ਼ ਨੇ। ਉਹਨਾਂ ਦੇ ਨਾਮ ਦੀ ਮੈਨੂੰ ਸਮਝ ਹੀ ਨਹੀਂ ਕਿ ਕਿਹੜਾ ਕਿਹੜਾ ਸਾਜ਼ ਮੈਂ ਬਿਆਨ ਕਰਾਂ।
ਅਸਲ ਵਿੱਚ ਸੱਚੇ ਪਾਤਸ਼ਾਹ ਜੀ ਜੇ ਅਸੀਂ ਕਹੀਏ ਨਾ ਬਿਆਨ ਨਹੀਂ ਕਰ ਸਕਦੇ ਨੇ ਮਹਾਰਾਜ, ਤੇ ਫੇਰ ਤੇ ਘੱਟੋ ਘੱਟ 10-20 ਲੱਖ ਜਿੰਨੇ ਵੀ ਅੰਗ ਹੋਣੇ ਸੀ ਨਾ, ਉਹ ਸਾਜ਼ਾਂ ਦੇ ਨਾਮ ਹੀ ਹੋਣੇ ਸੀ ਕਿ ਭਾਈ ਸਰੰਦਾ ਹੈ, ਭਾਈ ਤਾਊਸ ਹੈ, 1 ਤਾਰਾ ਹੈ, 2 ਤਾਰਾ ਹੈ, 3 ਤਾਰਾ ਹੈ। ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਅਸੀਂ ਤੇ ਅੱਗੇ ਆਲਸ ਦੇ ਮਾਰੇ ਹੋਏ ਹਾਂ, ਤੇ ਇਹ ਜਪਜੀ ਸਾਹਿਬ 8 ਅੰਗਾਂ ਦਾ ਪਾਠ ਕਰ ਲਵੇ ਤੇ ਬੜਾ ਵੱਡਾ ਯੋਧਾ ਅਸੀਂ ਮੰਨਾਂਗੇ ਕਿ ਵਾਕਈ ਨੇ ਪਾਠ ਕੀਤਾ ਹੈ। ਤੇ ਜੇ ਮਹਾਰਾਜ ਜੀ ਦੀ ਅਸੀਂ ਗੱਲ ਕਰੀਏ, ਮਹਾਰਾਜ ਜੀ ਦੀ ਸਮਰੱਥਾ ਦੀ, ਦਾਸ ਨੂੰ ਇੰਨਾ ਭਰੋਸਾ ਹੈ ਕਿ ਦਾਤਾ ਜਿਹੜੀਆਂ ਬਾਤਾਂ ਸੱਚੇ ਪਾਤਸ਼ਾਹ ਜੀ ਨੇ ਜੋ ਇਲਾਹੀ ਦਰਗਾਹੀ ਸ਼ਬਦ ਅੰਕਿਤ ਕੀਤੇ ਨੇ ਨਾ, ਮਹਾਰਾਜ ਜੀ ਕੁਦਰਤ ਦੇ ਇੱਕ ਇੱਕ ਕਣ ਦੀ ਵਿਆਖਿਆ ਕਰ ਸਕਦੇ ਨੇ। ਉਹ ਖੁਦ ਮਾਲਕ ਹੈ। ਜਿਸ ਵੇਲੇ ਪਰਮੇਸ਼ਵਰ ਨੇ ਕਿਹਾ, ਐ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਵਰ, ਤੇ ਅੱਜ ਤੋਂ ਬਾਅਦ ਮੈਂ ਸਾਰੀ ਸ਼ਕਤੀ ਤੈਨੂੰ ਦਿੱਤੀ, ਤੂੰ ਗੁਰ ਪਰਮੇਸ਼ਰ, ਜਿੰਨੀ ਮੇਰੀ ਸਾਰੀ ਸ਼ਕਤੀ ਸਾਰੀ ਤੇਰੀ। ਜਾਓ ਇਹ ਪ੍ਰੇਮ ਦਾ ਪਿਆਲਾ ਪੀ ਕੇ ਤੇ ਸਾਰੇ ਪਾਸੇ ਤੁਸੀਂ ਇਹਦਾ ਛਿੱਟਾ ਮਾਰੋ, ਤੇ ਜਿੱਥੇ ਜਿੱਥੇ ਤੁਹਾਡੇ ਦਰਸ਼ਨ ਕੋਈ ਕਰੇਗਾ, ਗੁਰੂ ਨਾਨਕ ਜਿਨ ਪਰਸਿਆ ਸੇ ਇਤ ਉਤ ਸਦਾ ਮੁਕਤੇ। ਗੁਰੂ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਸਪਰਸ਼ ਕੀਤਾ, ਸਪਰਸ਼ ਕਿਵੇਂ ਕਰਨਾ ਹੁੰਦਾ ਹੈ? ਅਸੀਂ ਬੈਠੇ ਹਾਂ ਨਾ ਜੀ, ਸਾਹਮਣੇ ਦੇਖੋ, ਸਾਹਮਣੇ ਕੰਧ ਹੈ, ਅੱਖਾਂ ਨੇ ਸਪਰਸ਼ ਕਰ ਲਿਆ। ਅਸੀਂ ਅੱਖਾਂ ਦੇ ਨਾਲ ਗੁਰੂ ਕੇ ਸ਼ਬਦ ਦੇ ਦਰਸ਼ਨ ਕਰ ਰਹੇ ਹਾਂ, ਅਸੀਂ ਗੁਰੂ ਕੇ ਚਰਨਾਂ ਨੂੰ ਸਪਰਸ਼ ਕਰ ਲਿਆ। ਸਾਡੇ ਕੰਨ ਵੀ ਸਪਰਸ਼ ਕਰਦੇ ਨੇ, ਸਾਡੀ ਜ਼ੁਬਾਨ ਸਪਰਸ਼ ਕਰਦੀ ਹੈ। ਭਾਵੇਂ ਅਸੀਂ ਕੌੜੀ ਚੀਜ਼ ਛਕ ਲਈ, ਢਿੱਡ 'ਚ ਪਹੁੰਚ ਗਈ, ਪਰ ਉਹਦਾ ਸਪਰਸ਼ ਕਾਫੀ ਚਿਰ ਤੱਕ ਕਹੇਗਾ, ਓਹੋ ਕਰੇਲੇ ਦਾ ਜੂਸ ਸੀ, ਮੂੰਹ ਕੌੜਾ ਕਰ ਛੱਡਿਆ। ਫਿਰ ਅੰਦਰ ਵੀ ਉਹੋ ਜਿਹਾ ਸਿਸਟਮ ਚੱਲੇਗਾ। ਜੇਕਰ ਸ਼ੂਗਰ ਦੀ ਪ੍ਰੋਬਲਮ ਹੋਏਗੀ ਤੇ ਉਹ ਥੋੜੀ ਜਿਹੀ ਕੰਟਰੋਲ ਹੋ ਜਾਏ। ਖੈਰ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਵਾਜੇ ਨਾਦ ਅਨੇਕ ਅਸੰਖਾ, ਕੋਈ ਗਿਣਤੀ ਨਹੀਂ। ਪਹਿਲਾਂ ਮਹਾਰਾਜ ਜੀ ਨੇ ਸ਼ਬਦ ਵਰਤਿਆ ਅਨੇਕ, ਅਨੇਕ ਦਾ ਕੀ ਅਰਥ ਇਹ ਹੈ, ਅਨੇਕਾਂ ਹੀ। ਤੇ ਅੱਗੇ ਸ਼ਬਦ ਵਰਤਿਆ, ਹੁਣ ਕੋਈ ਬੰਦਾ ਕਹੇ ਕਿੰਨੇ ਕੁ ਅਨੇਕਾਂ, ਮਿਲੀਅਨ, ਬਿਲੀਅਨ, ਟ੍ਰਿਲੀਅਨ। ਮਹਾਰਾਜ ਜੀ ਨੇ ਕਿਹਾ ਅਸੰਖਾ, ਕੋਈ ਸੰਖਿਆ ਨਹੀਂ, ਕੋਈ ਗਿਣਤੀ ਨਹੀਂ। ਕੇਤੇ ਵਾਵਣ ਹਾਰੇ, ਤੇ ਉਸ ਨੂੰ ਵਜਾਉਣ ਵਾਲੇ ਜੋ ਗੰਧਰਵ ਹਨ, ਜੋ ਰਾਗੀ ਹਨ, ਜੋ ਦੇਵੀ ਦੇਵਤੇ ਹਨ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਕੇਤੇ ਰਾਗ ਪਰਿਸਿਓ ਕਹੀਨ, ਕੇਤੇ ਗਾਵਣ ਹਾਰੇ, ਗਾਵਹਿ ਤੋਹਨੋ ਪਾਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਰਮੇਸ਼ਵਰ ਜੀ ਦੇ ਦਰ ਦੇ ਅੱਗੇ, ਇੱਥੇ ਇਹ ਸ਼ਬਦ ਵਰਤਿਆ ਕਿ ਦਰ ਦੇ ਅੱਗੇ। ਮਹਾਰਾਜ ਜੀ ਦੇ ਘਰ ਦੇ ਵਿੱਚ ਦੀ ਨਹੀਂ ਗੱਲ ਕਰ ਰਹੇ ਮਹਾਰਾਜ। ਮਹਾਰਾਜ ਜੀ ਕਹਿ ਰਹੇ ਨੇ ਦਰ ਤੱਕ ਦੇਵੀ ਦੇਵਤੇ ਦੀ ਪਹੁੰਚ ਨਹੀਂ ਹੈ, ਪਰ ਐ ਸਿੱਖਾ ਤੂੰ ਕਿਤੇ ਸ਼ਬਦ ਦਾ ਜਾਪ ਕਰੇ, ਤੈਨੂੰ ਸਭ ਤੋਂ ਵੱਡਮੁੱਲੀ ਦਾਤ ਇਹ ਸਰੀਰ ਦਿੱਤਾ ਹੈ। ਇਹ 10 ਕੁ ਹੱਥਾਂ ਦੀਆਂ ਉਂਗਲਾਂ ਤੇ 10 ਕੁ ਪੈਰਾਂ ਦੀਆਂ ਉਂਗਲਾਂ ਤੇ 1 ਨਾਸਾਂ ਤੇ 2 ਕੁ ਮੋਹਰੀਆਂ ਅੱਖਾਂ ਦੀਆਂ ਤੇ 2 ਕੁ ਮੋਹਰੀਆਂ ਕੰਨਾਂ ਦੀਆਂ, ਤੂੰ ਇਹ ਨਹੀਂ ਹੈ। ਤੂੰ ਉਸ ਪਰਮੇਸ਼ਵਰ ਵੱਲੋਂ ਬਖਸ਼ਿਆ ਹੋਇਆ ਅਸ਼ਰੂਫ ਮਖਲੂਕਾਤ ਹੈ, ਅਸ਼ਰੂਫ ਮਖਲੂਕਾਤ ਹੈ। ਤੂੰ ਕੁੱਲ ਮਾਲਕ ਦੀ ਅੰਸ਼ ਹੈ। ਇਸ ਕਰਕੇ ਤੂੰ ਜੇ ਗੁਰੂ ਕੇ ਸ਼ਬਦ ਨੂੰ ਕਮਾ ਲਵੇਂ ਤੇ ਜਿੰਨੇ ਵੀ ਦੇਵੀ ਦੇਵਤੇ ਨੇ ਉਹ ਸਾਰੇ ਤੇਰੀ ਸੇਵਾ ਵਿੱਚ ਹਾਜ਼ਰ ਹੋ ਜਾਣਗੇ। ਤੂੰ ਮਾਲਕ ਦੇ ਘਰ ਤੱਕ ਪਹੁੰਚ ਸਕਦਾ ਹੈ। ਤੇਰੇ ਗੁਰੂ ਨੇ ਤੇਰੇ ਤੇ ਇੰਨੀ ਵੱਡੀ ਬਖਸ਼ਿਸ਼ ਕੀਤੀ। ਜਿੰਨੇ ਦੇਵੀ ਦੇਵਤੇ, ਜਿੰਨੇ ਰਾਗ ਨੇ, ਜਿੰਨੀਆਂ ਰਾਗਣੀਆਂ ਨੇ, ਜਿੰਨੇ ਵੀ ਪਰਮੇਸ਼ਵਰ ਨੇ ਸਿਰਜੇ ਨੇ, ਉਹ ਸਾਰੇ ਹੀ ਉਹਦੇ ਦਰ ਤੋਂ ਬਾਰ-ਬਾਰ ਹੀ ਸਿਫਤ ਕਰੀ ਜਾਂਦੇ ਨੇ। ਜਾਂ ਫਿਰ ਜਿੱਥੇ ਉਹ ਇੰਪਲੋਈ ਲੱਗੇ ਨੇ, ਜਿਵੇਂ ਕਿਹੜੇ ਇੰਪਲੋਈ ਲੱਗੇ ਜੀ, ਉਹ ਪਰਮੇਸ਼ਵਰ ਦੇ ਘਰ ਤੱਕ ਹੁਣ ਪਹੁੰਚੇ ਨਹੀਂ, ਉਹ ਰਹਿ ਰਹੇ ਨੇ ਧਰਤੀ ਦੇ ਉੱਤੇ। ਕਿੰਨਾ ਰੂਪਾਂ ਦੇ ਵਿੱਚ ਅਸੀਂ ਹੁਣ ਮਹਾਰਾਜ ਜੀ ਕੋਲੋਂ ਉਹ ਸੁਣਾਂਗੇ। ਕਹਿੰਦੇ ਨੇ ਉਹ ਮਾਲਕ ਦੀ ਸਿਫਤ ਸਲਾਹ ਕਰਦੇ ਨੇ, ਦਾਤਿਆ ਸਾਨੂੰ ਮਨੁੱਖਾ ਸਰੀਰ ਮਿਲੇ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇ। ਇਸ ਨੂੰ ਭਜ ਨਹੀਂ ਕਹਿਣਾ, ਇਹ ਭਜ ਹੈ, ਓਲਾ ਭਾਵ ਭਜਨ ਕਰ। ਸੋ ਦੇਹੀ ਭਜ ਹਰ ਕੀ ਸੇਵ, ਹਰੀ ਦੀ ਸੇਵਾ ਕੀ ਹੈ, ਉਹਨੂੰ ਜਪ ਕੇ ਉਹਦੇ ਵਰਗਾ ਹੋ ਜਾਣਾ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕੇਤੇ ਰਾਗ ਪਰਿਸਿਓ ਕਹੀਨ, ਕੇਤੇ ਗਾਵਣ ਹਾਰੇ। ਪਰਮੇਸ਼ਵਰ ਦੇ ਦਰ ਦੇ ਅੱਗੇ
ਅਨੇਕਾਂ ਹੀ ਰਾਗ ਹਨ। ਇੱਥੇ ਰਾਗ ਦਾ ਅਰਥ ਹੈ ਪੁਰਸ਼ਵਾਚਕ, ਪੁਰਸ਼ਵਾਚਕ ਸੰਬੋਧਨ ਹੈ। ਅੱਗੇ ਹੈ ਪਰੀ। ਜੋ ਪਰੀ ਸ਼ਬਦ ਹੈ ਇਹ ਹੈ ਰਾਗ ਦੀਆਂ ਘਰ ਵਾਲੀਆਂ। ਤੇ ਜੇ ਅਸੀਂ ਹੁਣ ਇਹਦੀ ਵਿਆਖਿਆ ਵੇਖਣੀ ਹੋਵੇ ਤੇ ਰਾਗ ਮਾਲਾ ਤੋਂ ਬਿਨਾਂ ਵਿਆਖਿਆ ਨਹੀਂ ਹੋ ਸਕਦੀ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੈ ਆਠੋ ਨੰਦਨ, ਪ੍ਰਥਮ ਰਾਗ ਭੈਰੋ ਵੈ ਕਰਹੀ, ਸੰਗ ਰਾਗਨੀ ਸੰਗ ਉਚਰਹੀ। ਤੇ ਹੁਣ ਦਾਸ ਬਖਸ਼ੀ ਲਵੇ, ਕਿਉਂਕਿ ਮੈਨੂੰ ਇੰਨੀ ਸਮਝ ਨਹੀਂ, ਸੂਝ ਨਹੀਂ। ਸਾਡਾ ਇੱਕ ਸਿੱਖ ਧਰਮ ਦੇ ਵਿੱਚ ਸਿਮਰਨ ਕਰਨ ਵਾਲਾ ਅਦਾਰਾ ਹੈ ਜੀ, ਅਖੰਡ ਕੀਰਤਨੀ ਜਥਾ। ਉਹ ਕਹਿੰਦੇ ਨੇ ਅਸੀਂ ਰਾਗ ਮਾਲਾ ਨਹੀਂ ਪੜ੍ਹਨੀ। ਫਿਰ ਤੇ ਭਰਾਵੋ ਤੁਸੀਂ ਗੁਰੂ ਬਣ ਗਏ, ਅਸੀਂ ਤੁਹਾਨੂੰ ਹੀ ਮੱਥਾ ਟੇਕ ਦਿੰਦੇ ਹਾਂ। ਉਹ ਕਹਿੰਦੇ ਨੇ ਰਾਗ ਮਾਲਾ ਨਹੀਂ ਪੜ੍ਹਨੀ। ਤੇ ਜਿਹੜਾ ਦੁਸ਼ਟ ਭਸੋੜੀਆ ਸੀ, ਆਪ ਜੀ ਨੂੰ ਪਤਾ ਹੋਏਗਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਸਰੂਪ ਦਾ ਪ੍ਰਕਾਸ਼ ਉਹਨੇ ਕਰਾਇਆ, ਉਹਦੇ ਵਿੱਚ ਰਾਗ ਮਾਲਾ ਤੋਂ ਬਿਨਾਂ ਪ੍ਰਕਾਸ਼ ਕਰਾ ਦਿੱਤਾ। ਤੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਵੇਲੇ ਦੇਖਿਆ ਕਿ ਰਾਗ ਮਾਲਾ ਨਹੀਂ ਹੈ, ਇਹਦੇ ਵਿੱਚ ਰਾਗ ਮਾਲਾ ਮਿਸਿੰਗ ਹੈ, ਤੇ ਉਸੇ ਵੇਲੇ ਮਹਾਂਪੁਰਖਾਂ ਨੂੰ, ਤੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠ ਹੈ, ਤੇ ਮਹਾਂਪੁਰਸ਼ਾਂ ਨੇ ਕੰਠ ਹੀ ਜਾਪ ਕੀਤਾ। ਫਿਰ ਮਹਾਂਪੁਰਸ਼ਾਂ ਨੇ ਬਚਨ ਕੀਤਾ, ਜਿਹੜਾ ਗੁਰੂ ਕੇ ਇੱਕ ਸ਼ਬਦ ਉੱਤੇ ਵੀ ਉਂਗਲੀ ਕਰੇਗਾ ਉਹਦੀ ਜ਼ੁਬਾਨ 'ਚ ਕੀੜੇ ਪੈਣਗੇ। ਆਪ ਜੀ ਨੂੰ ਪਤਾ ਹੋਏਗਾ, ਉਹ ਮਿਸ਼ਨਰੀ ਕਾਲਜ ਦਾ ਬੰਦਾ ਸੀ। ਉਹ ਪਹਿਲਾਂ ਮੁੱਢ ਬੰਨਣ ਵਾਲਾ ਉਹੀ ਸੀ, ਉਹਦੀ ਜ਼ੁਬਾਨ 'ਚ ਕੀੜੇ ਪੈ ਗਏ ਸੀ, ਮੌਤ ਨਹੀਂ ਸੀ ਹੁੰਦੀ। ਫਿਰ ਉਹਨੇ ਮਾਫੀ ਮੰਗੀ ਸੀ। ਤੇ ਸਾਰੇ ਕਹਿੰਦੇ ਨੇ, ਭਾਈ ਰਣਧੀਰ ਸਿੰਘ ਜੀ ਕਹਿੰਦੇ ਨੇ, ਰਾਗ ਮਾਲਾ ਦੇ ਉੱਤੇ ਕੋਈ ਮਹੱਲਾ ਨਹੀਂ, ਕੋਈ ਘਰ ਨਹੀਂ, ਕੋਈ ਰਾਗ ਨਹੀਂ। ਉਹ ਤੇ ਭਾਈ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਵੀ ਨਹੀਂ ਹੈ। ਤੇ ਅਸੀਂ ਹੁਣ ਇਹਦੇ ਉੱਤੇ ਵੀ ਉਂਗਲੀ ਕਰ ਲਈਏ। ਉਂਗਲੀਆਂ ਉਹ ਕਰਦੇ ਨੇ ਜਿਨ੍ਹਾਂ ਨੇ ਕੁਝ ਕਰਨਾ ਕਤਰਨਾ ਨਹੀਂ ਹੁੰਦਾ। ਉਂਗਲੀ ਕਰਨ ਦੀ ਕਿਹੜੀ ਗੱਲ ਹੈ? ਕੱਢ ਦਿਓ ਜੀ, ਕੋਈ ਵੀ ਤੁਸੀਂ ਨੁਕਸ ਕੱਢ ਦਿਓ। ਮੰਨ ਲਓ ਕਿਸੇ ਬੰਦੇ ਨੇ 1 ਬਿਲੀਅਨ ਦਾ ਘਰ ਲਿਆ, ਦਾਸ ਗਿਆ ਜੀ, ਦਾਸ ਅੰਦਰ ਗਿਆ ਤੇ ਦਾਸ ਨੇ ਆਖਿਆ ਬਾਕੀ ਸਭ ਠੀਕ ਆ, ਇਹ ਲੱਕੜ ਦਾ ਘਰ ਕਿਉਂ ਬਣਾਇਆ? ਅਸੀਂ ਤੇ ਇੰਡੀਆ ਦੇ ਵਿੱਚ ਇੱਟਾਂ ਦਾ ਘਰ ਬਣਾਉਂਦੇ ਆ, ਮੈਨੂੰ ਨਹੀਂ ਤੁਹਾਡਾ ਘਰ ਚੰਗਾ ਲੱਗਾ। ਅਗਲੇ ਨੇ ਕਹਿਣਾ ਮੇਰੀ ਜਾਨ ਨਿਕਲ ਗਈ, ਕਰਜ਼ਾ ਮੇਰੇ ਸਿਰ ਦੇ ਉੱਤੇ, 35 ਸਾਲਾਂ ਬਾਅਦ ਕਿਤੇ ਇਹ ਘਰ ਫ੍ਰੀ ਹੋਇਆ। ਤੇ ਇਸ ਬੰਦੇ ਨੇ ਮਿੰਟਾਂ 'ਚ ਨੁਕਸ ਕੱਢਤਾ, ਸਕਿੰਟਾਂ 'ਚ। ਅਸੀਂ ਨੁਕਸ ਕੱਢਣ 'ਚ ਸ਼ੇਰ ਆ। ਕਿਸੇ ਵੀ ਗੁਰਮੁਖ ਪਿਆਰੇ ਨੂੰ ਪੁੱਛ ਲਓ, ਸਾਰੇ ਹੀ ਮਾਸਟਰ ਨੇ ਨੁਕਸ ਕੱਢਣ ਦੇ ਵਿੱਚ। ਜਿਨ੍ਹਾਂ ਨੇ ਕਦੀ ਵਾਹਿਗੁਰੂ ਸ਼ਬਦ ਨਹੀਂ ਨਾ ਕਿਹਾ ਹੁੰਦਾ, ਉਹ ਜਦੋਂ ਆਉਂਦੇ ਨੇ ਨਾ, ਦਾਸ ਨੂੰ ਇੱਕ ਗੁਰਮੁਖ ਪਿਆਰਾ ਮਿਲਿਆ, ਕਹਿੰਦਾ ਬਾਬਾ ਜੀ ਇੱਕ ਗੱਲ ਦੱਸੋ। ਮੈਂ ਕਿਹਾ ਹਾਂਜੀ। ਗੁਰਬਾਣੀ ਦੇ ਵਿੱਚ ਪਾਪ ਸ਼ਬਦ ਕਿੰਨੀ ਵਾਰੀ ਆਇਆ ਤੇ ਪਾਪਾਂ ਸ਼ਬਦ ਕਿੰਨੀ ਵਾਰੀ ਆਇਆ? ਦਾਸ ਨੇ ਹੱਥ ਜੋੜ ਕੇ ਆਖਿਆ ਕਿ ਮਹਾਂਪੁਰਖੋ, ਮੈਨੂੰ ਇੰਨੀ ਸਮਝ ਨਹੀਂ, ਮੈਨੂੰ ਤਾਂ ਇੰਨਾ ਪਤਾ ਹੈ ਕਿ ਅੱਖਰ ਲਿਖੇ ਸਈ ਗਾਵਾ ਅਵਰ ਨਾ ਜਾਣਾ ਪਾਣੀ। ਉਹ ਕਹਿੰਦਾ ਜੇ ਤੁਹਾਨੂੰ ਇੰਨਾ ਹੀ ਨਹੀਂ ਪਤਾ, ਸਿਹਾਰੀਆਂ ਕਿੰਨੀਆਂ, ਬਿਹਾਰੀਆਂ ਕਿੰਨੀਆਂ, ਔਂਕੜ ਕਿੰਨੇ, ਦੁਲੈਂਕੜ ਕਿੰਨੇ, ਤੁਸੀਂ ਕਾਹਦੇ ਪ੍ਰਚਾਰਕ ਜੇ? ਦਾਸ ਨੇ ਉਸ ਵੇਲੇ ਕਬੂਲ ਕੀਤਾ, ਸੱਚ ਕਿਹਾ। ਅਸੀਂ ਗੁਰੂ ਦੇ ਸਿੱਖ ਬਣ ਜਾਈਏ ਨਾ, ਬੱਚੇ ਬਣ ਜਾਈਏ, ਅਸੀਂ ਇਹ ਬਣਨਾ ਆ, ਪ੍ਰਚਾਰਕ ਥੋੜਾ ਬਣਨਾ ਹੈ। ਤੇ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਬੰਦੇ ਦੀ ਸਟੱਡੀ ਇਹ ਹੈ, ਉਸੇ ਵੇਲੇ ਕਹਿਣ ਅੱਛਾ ਤੁਸੀਂ ਬੜੇ ਪੜ੍ਹੇ ਲਿਖੇ ਜੇ, ਮੈਂ ਆਪਣੇ ਸ਼ਬਦ ਵਾਪਸ ਲੈਣਾ ਆ, ਹੋਰ ਸੁਣਾਓ ਆਪਣਾ ਫੋਨ ਨੰਬਰ ਦੇ ਦਿਓ। ਸੰਸਾਰਕ ਪੜ੍ਹਾਈ ਸੁਣ ਕੇ ਉਹ ਬੰਦਾ ਆਜਿਜ਼ ਹੋ ਗਿਆ। ਸਭ ਤੋਂ ਸਰਵ ਸ੍ਰੇਸ਼ਟ, ਸਭ ਤੋਂ ਔਖੀ ਸਟੱਡੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਤੇ ਸਰਟੀਫਿਕੇਟ ਪਤਾ ਕਦੋਂ ਮਿਲਦਾ ਹੈ ਜੀ? ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ, ਸਰਟੀਫਿਕੇਟ ਅਜੇ ਤੱਕ ਨਹੀਂ ਕੋਈ ਮਿਲਿਆ। ਇੱਥੇ ਹੁਣ ਤੇ ਸੰਸਥਾਵਾਂ ਬਣ ਗਈਆਂ ਨਾ, ਪਤਾ ਨਹੀਂ ਕਿਹੜਾ ਸੀ ਚਾਓ ਚੂ, ਪਤਾ ਨਹੀਂ ਕਿਹੜਾ ਸੀ, ਪ੍ਰਭ ਮਿਲਣਾ ਹੈਗਾ ਚਾਓ। ਉਹ ਕਹਿੰਦੇ ਨੇ ਅਸੀਂ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦਿੰਦੇ ਆ। ਧੰਨ ਨਾ ਭਰਾਵਾ ਤੂੰ ਸੇਵਾ ਸਿੰਘ ਤਰਵਾਲਾ ਸਾਹਿਬ, ਤੁਹਾਨੂੰ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਿਸੇ ਨੇ ਸਰਟੀਫਿਕੇਟ ਨਹੀਂ ਦਿੱਤਾ। ਉਦੋਂ ਵੀ ਚੈੱਕ ਸਨ, ਉਦੋਂ ਵੀ ਸਰਟੀਫਿਕੇਟ ਸਨ, ਸਭ ਕੁਝ ਸੀ। ਫਿਰ ਬਾਅਦ ਵਿੱਚ ਮਹਾਂਪੁਰਖਾਂ ਦਾ ਆਗਾਜ਼ ਹੋਇਆ, ਉਹ ਦੈਵਿਕ ਸ਼ਕਤੀਆਂ ਫਿਰ ਮਹਾਂਪੁਰਖਾਂ ਦੇ ਚੋਲਿਆਂ ਵਿੱਚ ਆਈਆਂ। ਗੁਰੂ ਮਹਾਰਾਜ ਜੀ ਨੇ ਬਚਨ ਕੀਤਾ 84 ਜਾਮਿਆਂ ਵਿੱਚ ਆਵਾਂਗੇ ਜੀ, ਤੇ ਉਹਨਾਂ ਨੇ ਵੀ ਕਿਸੇ ਨੇ ਸਰਟੀਫਿਕੇਟ ਨਹੀਂ ਦਿੱਤਾ। ਤੇ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਹਲਕੋਵਾਲ ਵਾਲਿਆਂ ਨੇ ਹਮੇਸ਼ਾ ਹੀ ਇਹ ਕਿਹਾ, ਭਾਵੇਂ ਕਿਸੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੰਠ ਵੀ ਹੋ ਜਾਏ, ਭਾਵੇਂ ਕਿਸੇ ਦਾ ਸਵਾਸ ਸਵਾਸ ਸਿਮਰਨ ਵੀ ਹੋਵੇ, ਹੱਥ ਜੋੜ ਕੇ ਪਤਾ ਕੀ ਕਹੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹੇ ਦਾਤਿਆ ਮੇਰਾ ਹਾਲ ਦੇਖ,
ਮੈਂ ਤੇ ਬੜੇ ਔਗੁਣਾਂ ਨਾਲ ਭਰਿਆ ਆ। ਤੇ ਜੇ ਕੋਈ ਕਵੇ ਉਹ ਤੇਰਾ ਤੇ ਸਵਾਸ ਸਿਮਰਨ ਚੱਲਦਾ, ਫਿਰ ਸਿੱਖ ਕਹਿੰਦਾ ਉਹ ਸਿਮਰਨ ਮੇਰੇ ਗੁਰੂ ਦਾ ਗੁਰ ਪ੍ਰਸਾਦ ਹੈ, ਮੇਰੇ ਗੁਰੂ ਦੀ ਬਖਸ਼ਿਸ਼ ਹੈ, ਤਵੈ ਪ੍ਰਸਾਦ ਹੈ। ਉਹ ਮੇਰੇ ਗੁਰੂ ਦੀ ਫਤਿਹ ਹੈ, ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਮੇਰੇ ਤੇ। ਨਹੀਂ ਤੇ ਅਸੀਂ ਤੇ ਪਤਾ ਨਹੀਂ ਕਿੰਨੇ ਕੁ ਪਾਪਾਂ ਦੇ ਪਹਾੜ ਲਈ ਬੈਠੇ ਸੀ। ਬਖਸ਼ਿਸ਼ ਕੀ ਹੋਈ? ਦਸਤਾਰ ਬੰਨ੍ਹ ਲਈ, ਇਹ ਬਖਸ਼ਿਸ਼ ਹੋਈ। ਮਹਾਰਾਜ ਜੀ ਨੇ ਆਖਿਆ ਜੇ ਸਵੇਰੇ ਤੂੰ ਗੁਰੂ ਕੇ ਸ਼ਬਦ ਨੂੰ ਜਪਣਾ ਸ਼ੁਰੂ ਕੀਤਾ ਨਾ ਤੇ ਫਿਰ ਤੇਰੇ ਅੰਦਰੋਂ ਮੈਲ ਧੁੱਪੀ। ਜੇ ਮਹਾਂਪੁਰਖਾਂ ਦੀ ਪੂਰਨ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਭਾਵੇਂ ਤੂੰ ਟਰੱਕ ਚਲਾਉਂਦਾ ਤੂੰ ਕਹੇਗਾ ਕਿ ਮੈਂ ਤੇ ਬਹੁਤੀ ਸੰਗਤ ਕਰਦਾ ਹੀ, 15 ਦਿਨ ਜਾਣ ਲੱਗਦੇ ਨੇ ਅਮਰੀਕਾ, 15 ਦਿਨ ਆਉਣ ਲੱਗਦੇ ਨੇ। ਪਰ ਮਹਾਰਾਜ ਜੀ ਕਹਿੰਦੇ ਨੇ ਤੂੰ ਇੱਕ ਇੱਕ ਸਾਧ ਸੰਗਤ ਕਰਦਾ ਹੈ, ਆਪਣੇ ਖਿਆਲਾਂ ਦੀ ਸੰਗਤ ਕਰ। ਤੇਰੇ ਖਿਆਲਾਂ ਦੀ ਸੰਗਤ ਵਿੱਚ ਗੁਰੂ ਹੋਣਾ ਚਾਹੀਦਾ, ਕਰਕੇ ਤੇ ਵੇਖ। ਤੂੰ ਘੱਟੋ ਘੱਟ ਹਫਤਾ ਗੁਰੂ ਗੁਰੂ ਜਪ, ਜੇ ਤੇਰਾ ਅੰਦਰ ਨਾ ਪਲਟੇ, ਜੇ ਤੇਰਾ ਅੰਦਰ ਤਬਦੀਲ ਨਾ ਹੋਵੇ, ਜੇ ਤੇਰੇ ਅੰਦਰ ਬਖਸ਼ਿਸ਼ ਨਾ ਵਰਤੇ, ਤੇ ਤੂੰ ਗੁਰੂ ਨੂੰ ਕਹਿ ਸਕਦਾ ਹੈ ਮਹਾਰਾਜ ਤੁਸੀਂ ਵੀ ਕਹਿੰਦੇ ਜੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ। ਹਾਂਜੀ ਮਹਾਰਾਜ ਜੀ ਤੁਸੀਂ ਕਹੀ ਜਾਂਦੇ ਹੋ ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਗੁਰੂ ਨਾਓ। ਮਹਾਰਾਜ ਜੀ ਅਸੀਂ ਤਾਂ ਸਾਰਾ ਕੁਝ ਕੀਤਾ, ਗੱਲ ਤੇ ਬਣੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਨੇ ਉਹ ਭਲਿਆ ਜਦੋਂ ਤੂੰ ਜਪਿਆ ਮੈਂ ਪਹਿਲਾਂ ਤੇਰੇ ਅੰਦਰ ਵਸਿਆ ਤੇ ਫੇਰ ਤੂੰ ਜਪਿਆ। ਜੇ ਤੈਨੂੰ ਅਜੇ ਵੀ ਭਰੋਸਾ ਨਹੀਂ ਤੇ ਫੇਰ ਤੇਰੇ ਉੱਤੇ ਬਖਸ਼ਿਸ਼ ਹੋਈ ਨਹੀਂ ਸਕਦੀ। ਬਖਸ਼ਿਸ਼ ਸਾਡੇ ਤੇ ਹੋ ਗਈ ਜੀ, ਅਸੀਂ ਫਿਰ ਬਖਸ਼ਿਸ਼ ਲੱਭਦੇ ਫਿਰੀਏ। ਕੋਈ ਬੰਦਾ ਕੋਮਾ 'ਚ ਗਿਆ ਹੋਵੇ, ਉਹਨੂੰ ਡ੍ਰਿਪ ਲਾ ਦਿੱਤੀ, ਅੰਦਰ ਗਲੂਕੋਜ਼ ਪਹੁੰਚ ਗਿਆ, એનર્ਜੀ ਪੈਦਾ ਹੋਈ, ਸ਼ਕਤੀ ਮਿਲੀ ਸਰੀਰ ਨੂੰ, ਤੇ ਜਦੋਂ ਥੋੜਾ ਜਿਹਾ ਬਾਹਰ ਆਉਂਦਾ ਉਹ ਕਹਿੰਦਾ 2 ਮਹੀਨੇ ਹੋ ਗਏ ਤੁਸੀਂ ਖਵਾਏ ਕੁਝ ਨਹੀਂ, ਤੁਸੀਂ ਮੈਨੂੰ ਜਗਾਇਆ ਹੀ ਨਹੀਂ, ਮੈਂ ਮੂਵੀਆਂ ਦੇਖਣੀਆਂ ਸੀ। ਵੇਖੋ ਸਾਡੇ ਬੱਚਿਆਂ ਨੂੰ, ਇੱਥੋਂ ਤੱਕ ਕਿ ਵੱਡਿਆਂ ਨੂੰ ਵੀ ਇੰਨਾ ਪਤਾ ਹੈ ਕਿ ਇਸ ਮੂਵੀ ਦਾ ਨਾਮ ਕੀ ਹੈ, ਮੂਵੀ ਕਿਹੜੇ ਸਮੇਂ 'ਚ ਆਈ ਸੀ, ਇਸ ਮੂਵੀ ਦੇ ਵਿੱਚ ਜਿਨ੍ਹਾਂ ਨੇ ਰੋਲ ਅਦਾ ਕੀਤਾ ਉਹ ਕੌਣ ਨੇ। ਤੇ ਅਸੀਂ ਕਹੀਏ ਜੀ ਬੱਚੇ ਵੇਖਦੇ ਨੇ, ਅਸੀਂ ਥੋੜਾ ਉਹਨਾਂ ਨੂੰ ਕਿਹਾ ਕਿ ਤੁਸੀਂ ਵੇਖੋ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੰਨਾਂ ਵਿੱਚ ਗੁਰੂ ਕਾ ਸ਼ਬਦ ਪਾਇਆ ਹੁੰਦਾ ਤੇ ਅੰਦਰ ਗੁਰੂ ਕੇ ਸ਼ਬਦ ਦੇ ਬੀਜ ਹੁੰਦੇ ਤੇ ਇਹਨਾਂ ਨੇ ਗੁਰੂ ਕੇ ਸ਼ਬਦ ਵਾਲੇ ਪਾਸੇ ਹੀ ਜਾਣਾ ਸੀ। ਪਰ ਤੇਰੀ ਬੜੀ ਵੱਡੀ ਗਲਤੀ ਹੈ। ਨਾਨਕ ਬਾਰਕ ਕਛੂ ਨਾ ਜਾਣੇ, ਰਾਖਣ ਕੋ ਹਰ ਮਾਈ ਬਾਪ। ਬੱਚੇ ਨੂੰ ਮਾਂ ਜ਼ਹਿਰ ਵੀ ਦੇ ਸਕਦੀ ਹੈ ਤੇ ਦੁੱਧ ਵੀ ਪਿਆ ਸਕਦੀ ਹੈ। ਹੁਣ ਮਾਂ ਜ਼ਹਿਰ ਪਿਆ ਕੇ ਕਵੇ ਪਤਾ ਨਹੀਂ ਕਿਉਂ ਮਰ ਗਿਆ, ਮੈਂ ਤੇ ਜ਼ਹਿਰ ਹੀ ਪਿਆਇਆ ਸੀ। ਤੇ ਜੇ ਜ਼ਹਿਰ ਹੀ ਪਿਆ ਦਿੱਤਾ ਤਾਂ ਮਰਨਾ ਹੀ ਸੀ। ਮਾਂ ਆਪਣੇ ਆਪ ਨੂੰ ਸੇਵ ਕਰਕੇ ਰੱਖਦੀ ਹੈ, ਸੈਪਰੇਟ ਕਰਕੇ ਰੱਖਦੀ ਹੈ। ਪਿਓ ਵੀ ਆਪਣੇ ਆਪ ਨੂੰ ਸੈਪਰੇਟ ਕਰਕੇ ਰੱਖਦਾ ਹੈ। ਫਿਰ ਕਹਿੰਦੇ ਨੇ ਇਹ ਬੱਚੇ ਨਹੀਂ ਆਖੇ ਲੱਗਦੇ। ਜੇ ਤੁਸੀਂ ਗੁਰੂ ਦੇ ਆਖੇ ਲੱਗੇ ਹੁੰਦੇ ਤੇ ਹੁਣ ਨੂੰ ਬੱਚਿਆਂ ਨੇ ਵੀ ਦੂਸਰੇ ਪਾਸੇ ਨਹੀਂ ਸੀ ਜਾਣਾ। ਸਤਿਕਾਰਯੋਗ ਭਾਈ ਮਨੀ ਸਿੰਘ ਜੀ ਦੇ ਅੱਗੇ ਜਿੰਨੀਆਂ ਸੰਤਾਨਾਂ ਹੋਈਆਂ ਨੇ ਸਾਰੇ ਹੀ ਸ਼ਹੀਦ। ਭਾਈ ਬੱਲੂ ਜੀ ਤੋਂ ਇਹ ਬਖਸ਼ਿਸ਼ ਨਾਜ਼ਲ ਹੋਈ 6ਵੇਂ ਪਾਤਸ਼ਾਹ ਤੋਂ। ਭਾਈ ਬੱਲੂ ਜੀ ਸ਼ਹੀਦ ਹੋਏ ਜੀ। ਤੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਮੇਰੇ ਤੇ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਨੇ ਕੀ? ਮਹਾਰਾਜ ਜੀ ਨੇ ਇਹ ਸ਼ਬਦ ਕਹੇ ਜੋ ਮੰਗੋਗੇ ਦਿਆਂਗੇ। ਮਹਾਰਾਜ ਜਦੋਂ ਸਾਡਾ ਸਰੀਰ ਦਾ ਅੰਤਲਾ ਸਮਾਂ ਆਵੇ ਨਾ, ਤੁਹਾਡੀ ਗੋਦ ਹੋਵੇ ਤੇ ਮੇਰਾ ਸਿਰ ਹੋਵੇ। ਵਾਹਿਗੁਰੂ ਐਸੀ ਕਿਤੇ ਅੰਦਰ ਮੰਗ, ਅੰਦਰ ਐਸੀ ਉਮੰਗ, ਅੰਦਰ ਐਸਾ ਪਿਆਰ ਕਿਤੇ ਪੈਦਾ ਹੋ ਜਾਏ। ਦਾਸ ਨੇ ਇੱਥੋਂ ਤੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਦੇਖੇ ਨੇ, ਜੇ ਕਿਤੇ ਸ਼ਬਦ ਗੁਰਬਾਣੀ ਦਾ ਉੱਚੀ ਲੱਗਾ ਨਾ ਜੀ ਤੇ ਉਹ ਕਹਿੰਦੇ ਨੇ ਉਹ ਕੰਨਾਂ ਵਿੱਚ ਵੱਜਦਾ ਆ, ਇਹ ਸਾਡਾ ਸਿਰ ਪੀੜ ਹੋਣ ਲੱਗ ਪਿਆ, ਇਹ ਬੰਦ ਕਰੋ। ਕੈਨੇਡਾ ਵਿੱਚ ਅਸੀਂ ਨਾ ਬਾਹਰ ਵੇਖੋ ਜੀ ਰੂਲ ਕਿੰਨਾ ਸੋਹਣਾ ਸਾਡੇ ਕੈਨੇਡਾ 'ਚ, ਕੀ ਬਾਹਰ ਸਪੀਕਰ ਨਹੀਂ ਲਾਉਂਦੇ। ਤੇ ਸੱਚ ਇਹ ਹੈ ਜੇ ਪੰਜਾਬ ਦੀ ਧਰਤੀ ਬਚੀ ਹੈ ਨਾ ਜੀ, ਇਹ ਜਿਹੜੀਆਂ ਹਵਾਵਾਂ ਦੇ ਵਿੱਚ ਗੁਰੂ ਕੀ ਬਾਣੀ ਦੀਆਂ ਤਰੰਗਾਂ ਜਾਂਦੀਆਂ ਨੇ ਨਾ, ਪਸਰਦੀਆਂ ਨੇ, ਇਹ ਤਾਂ ਇਹ ਧਰਤੀ ਬਚੀ ਹੈ। ਨਹੀਂ ਤਾਂ ਹਵਾ ਇੰਨੀ ਜ਼ਹਿਰੀਲੀ ਹੋ ਜਾਣੀ ਸੀ। ਸਾਡੀਆਂ ਆਤਮਿਕ ਤਰੰਗਾਂ, ਵਾਸ਼ਨਾਵਾਂ ਦੀਆਂ ਤਰੰਗਾਂ ਹਵਾ 'ਚ ਮਿਲ ਜਾਂਦੀਆਂ ਨੇ। ਹਵਾ ਇੰਨੀ ਜ਼ਹਿਰੀਲੀ ਹੋ ਜਾਣੀ ਸੀ ਜੇ ਕੋਈ ਸਾਹ ਲਵੇ ਦੀ ਮੌਤ ਵੀ ਹੋ ਸਕਦੀ ਹੈ, ਮੌਤ ਹੋ ਸਕਦੀ ਹੈ। ਇਹ ਤਾਂ ਗੁਰੂ ਕੀ ਬਾਣੀ ਦਾ ਕੋਟਾਨ ਕੋਟ ਧੰਨਵਾਦ ਕਰੀਏ। ਜਿਸ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਜਾਪ ਹੁੰਦਾ ਹੈ ਤੇ ਘੱਟੋ ਘੱਟ ਘਰ 'ਚ ਬੈਠਿਆਂ ਨੂੰ ਗੁਰੂ ਕੀ ਬਾਣੀ ਸੁਣਦੀ ਤੇ ਹੈ। ਇਹ ਸਾਡਾ ਪਤਨ ਹੈ। ਬਾਹਰ ਗੁਰੂ ਕੀ ਬਾਣੀ ਦੇ ਸਪੀਕਰ ਨਾ ਚੱਲਣੇ। ਖੈਰ ਦਾਸ ਭਾਵਨਾ ਦੇ ਵਿੱਚ
ਕੁਝ ਜ਼ਿਆਦਾ ਦੂਰੀ ਨਾ ਚਲਾ ਜਾਏ। ਦਾਸ ਬੇਨਤੀ ਕਰੇ ਜੀ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਕੇਤੇ ਰਾਗ ਪਰੀਸਿਉ ਕਹੀਨ, ਕੇਤੇ ਗਾਵਨ ਹਾਰੇ। हे ਪ੍ਰਭੂ, ਤੇਰੇ ਦਰ ਦੇ ਅੱਗੇ ਅਨੇਕਾਂ ਹੀ ਰਾਗ ਨੇ, ਅਨੇਕਾਂ ਹੀ ਉਹਨਾਂ ਦੀਆਂ ਘਰ ਵਾਲੀਆਂ ਹਨ, ਅਨੇਕਾਂ ਹੀ ਰਾਗਣੀਆਂ ਨੇ। ਕੇਤੇ ਰਾਗ ਪਰੀ ਸਿਉ ਕਹੀਨ, ਸਾਰੇ ਸਿਫਤ ਕਰਦੇ ਨੇ, ਰਾਗ ਵੀ ਤੇ ਉਹਨਾਂ ਦੇ ਘਰ ਵਾਲੀਆਂ ਵੀ, ਉਹਨਾਂ ਦੇ ਅੱਗੇ ਬੱਚੇ ਵੀ। ਆਪ ਜੀ ਜਦੋਂ ਪੜ੍ਹੋਗੇ ਨਾ ਇਸ ਰਾਗਮਾਲਾ ਦੀ ਪਾਵਨ ਪਵਿੱਤਰ ਬਾਣੀ, ਉਹਦੇ ਵਿੱਚ ਆਪ ਜੀ ਨੂੰ ਪਤਾ ਲੱਗੇਗਾ ਕਿ ਭੈਰੋ ਦੀਆਂ ਕਿੰਨੀਆਂ ਘਰ ਵਾਲੀਆਂ ਆ, ਕਿੰਨੇ ਬੱਚੇ ਆ, ਉਹ ਸਾਨੂੰ ਪਤਾ ਲੱਗਦਾ ਹੈ। ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕੇਤੇ ਗਾਵਨ ਹਾਰੇ, ਤੇ ਇਹਨਾਂ ਰਾਗਾਂ ਤੇ ਰਾਗੜੀਆਂ ਨੂੰ ਗਾਉਣ ਵਾਲੇ ਕਿੰਨੇ ਕੁ ਹਨ। ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਅੱਗੇ ਬਚਨ ਕੀਤਾ, ਗਾਵ ਹੈ ਤੁਹਨੋ, ਇਸ ਨੂੰ ਤੁਹਨੋ ਕਹਿਣਾ ਹੈ। ਕਈ ਤੁਹਨੂੰ ਕਹਿ ਦਿੰਦੇ ਆ, ਤੁਹਨੂੰ, ਇੱਥੇ ਨੋ ਹੈ। ਗਾਵ ਹੈ ਤੁਹਨੋ, ਨੋ ਕਹਿਣਾ ਹੈ, ਨੋ ਨਹੀਂ ਕਹਿਣਾ। ਜੇ ਨੋ ਕਹੋਗੇ ਬਿੰਦੀ ਲੱਗ ਜਾਏਗੀ। ਗਾਵ ਹੈ ਤੁਹਨੋ ਪੌਣ ਪਾਣੀ ਬੈਸੰਤਰ, ਇਹਨਾਂ ਤਿੰਨਾਂ ਹਰੂਫਾਂ ਦੇ ਉੱਤੇ ਵਿਸ਼ਰਾਮ ਹੈ। ਮਹਾਰਾਜ ਜੀ ਕਹਿੰਦੇ ਨੇ, हे ਪ੍ਰਭੂ ਜੀਓ, ਤੁਸੀਂ ਹਵਾ ਪੈਦਾ ਕੀਤੀ ਤੇ ਹਵਾ ਨੇ ਆਖਿਆ, ਮਹਾਰਾਜ ਮੈਨੂੰ ਵੀ ਕੋਈ ਤੁਸੀਂ ਛੁੱਟੀ ਦੇ ਦਿਓ। ਇਹ ਬਲੈਕ ਫਰਾਈਡੇ ਆ ਗਿਆ, ਕ੍ਰਿਸਮਸ ਆ ਗਈ ਜੀ, ਮਹਾਰਾਜ ਮੈਨੂੰ ਵੀ ਤੁਸੀਂ ਹੋਲੀਡੇ ਦੇ ਦਿਓ। ਲੌਂਗ ਵੀਕਐਂਡ ਹੈ ਜੀ, ਫਲਾਣੀ ਜਯੰਤੀ ਆ ਗਈ ਜੀ। ਤੇ ਮਹਾਰਾਜ ਜੀ ਨੇ ਆਖਿਆ, ਤੇਰੇ ਸਿਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ। ਤੂੰ 1 ਸੈਕਿੰਡ ਵਾਸਤੇ, 1 ਮਿਲੀ ਸੈਕਿੰਡ ਵਾਸਤੇ ਵੀ ਤੂੰ ਆਪਣੇ ਵਰਕ ਨੂੰ ਛੱਡ ਨਹੀਂ ਸਕਦੀ। ਜਾ, ਜਿੱਥੇ ਜਿੱਥੇ ਜਾਵੇਂਗੀ ਉੱਥੇ ਉੱਥੇ ਤੇਰੀ ਝੋਲੀ ਦੇ ਵਿੱਚ ਸਿਫਤ ਸਲਾਹ ਦੀ ਦਾਤ ਪਾਈ। ਤੂੰ ਜਿਸ ਵੇਲੇ ਮਹਾਂਪੁਰਖਾਂ ਦੇ ਸਰੀਰ ਨੂੰ ਸਪਰਸ਼ ਕਰੇਂਗੀ, ਤੇਰੇ ਅੰਦਰ ਚਾਨਣ ਵੱਧ ਜਾਏਗਾ। ਹੁਣ ਹਵਾ ਆਈ ਜੀ ਧਰਤੀ ਤੇ, ਪੌਣ ਆਈ ਧਰਤੀ ਤੇ ਮਹਾਰਾਜ ਜੀ ਕਹਿੰਦੇ ਨੇ, ਸੱਚਖੰਡ ਤੋਂ ਥੱਲੇ ਆ ਗਈ, ਫੇਰ ਵੀ ਆਪਣਾ ਫਰਜ਼ ਨਿਭਾ ਰਹੀ, ਫੇਰ ਵੀ ਗਾ ਰਹੀ ਆ। ਪਾਣੀ, ਜਿੰਨਾ ਸਮੁੰਦਰ ਹੈ, ਜਿੰਨੀਆਂ ਵੀ ਨਦੀਆਂ ਨੇ, ਨਾਲੇ ਨੇ, ਜਿੱਥੇ ਜਿੱਥੇ ਪਾਣੀ ਦਾ ਸਮੂਹਾ ਹੈ, ਉਹ ਪਾਣੀ ਵੀ ਪਰਮੇਸ਼ਵਰ ਨੂੰ ਗਾ ਰਿਹਾ। ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਜਿਹੜੀ ਅੱਗ ਹੈ ਉਹ ਧਰਤੀ ਤੇ ਜਦੋਂ ਅਸੀਂ ਬਾਲਦੇ ਹਾਂ, ਅੱਗ ਦਾ ਸੁਭਾਅ ਹੈ ਉੱਪਰ ਨੂੰ ਜਾਣਾ, ਪਾਣੀ ਦਾ ਸੁਭਾਅ ਹੈ ਥੱਲੇ ਨੂੰ ਜਾਣਾ। ਤੇ ਅੱਗ ਉੱਪਰ ਕਿਉਂ ਜਾਂਦੀ ਹੈ? ਕਿਉਂਕਿ ਇਹਦਾ ਮੂਲ ਆਕਾਸ਼ ਵਿੱਚ ਹੈ, ਸੂਰਜ। ਇਹ ਆਪਣੇ ਮੂਲ ਵੱਲ ਵੱਧਦੀ ਹੈ। ਪਾਣੀ ਭਾਵੇਂ 10 ਮੰਜ਼ਲਾਂ ਤੋਂ ਉੱਤੋਂ ਥੱਲੇ ਸੁੱਟੋ, ਉਹ ਕਦੇ ਵੀ ਤੁਸੀਂ ਇੰਜ ਨਹੀਂ ਮਹਿਸੂਸ ਕਰੋ ਕਿ ਪਾਣੀ ਸੁੱਟਿਆ ਤੇ ਇਹ ਸਿੱਧਾ ਹੀ ਧਾਰ ਬਣ ਕੇ ਉੱਪਰ ਚਲਾ ਗਿਆ। ਪਾਣੀ ਹਮੇਸ਼ਾ ਥੱਲੇ ਆਏਗਾ। ਕਿਉਂ? ਉਹ ਆਪਣੇ ਮੂਲ ਵੱਲ ਵੱਧਦਾ ਪਿਆ ਹੈ, ਆਪਣੇ ਕੇਂਦਰ ਵੱਲ। ਉਹਦਾ ਕੇਂਦਰ ਕਿੱਥੇ ਹੈ? ਸਮੁੰਦਰ। ਸਮੁੰਦਰ ਹੈ ਧਰਤੀ ਤੋਂ ਵੀ ਨੀਵਾਂ। ਹਰ ਇੱਕ ਚੀਜ਼ ਆਪਣੇ ਕੇਂਦਰ ਵੱਲ ਵੱਧਦੀ ਪਈ ਹੈ। ਕੱਲੇ ਅਸੀਂ ਆ ਜੀ ਜਿਨਨੇ ਸਾਰੀਆਂ ਚੀਜ਼ਾਂ ਵੱਲ ਵਧਣਾ ਸਿੱਖ ਲਿਆ, ਸਿਵਾਏ ਗੁਰੂ ਕੀ ਬਾਣੀ ਤੋਂ। ਤੇ ਮਹਾਰਾਜ ਜੀ ਕਹਿੰਦੇ ਨੇ, ਦੇਖ ਇਹਨਾਂ ਸਾਰਿਆਂ ਨੂੰ EMPLOYEE ਰੱਖਿਆ, ਕੋਈ ਛੁੱਟੀ ਨਹੀਂ। ਇਹ ਨਹੀਂ ਕਹਿ ਸਕਦੇ ਮੈਂ ਬਿਮਾਰ ਹੋ ਗਈ ਹਾਂ। ਹਵਾ ਕਹੇ ਮੈਂ ਬਿਮਾਰ ਹੋ ਗਈ ਜੀ, ਮੈਨੂੰ ਛੁੱਟੀ ਚਾਹੀਦੀ ਹੈ। ਪਾਣੀ ਕਹੇ ਮੈਂ ਬਿਮਾਰ ਹੋ ਗਿਆ ਜੀ, ਅੱਗ ਕਹੇ ਮੈਂ ਬਿਮਾਰ ਹੋ ਗਈ। ਕੀ ਡਿਊਟੀ ਤੇ ਕੀ ਨਖਰਾ ਜੀ। ਡਿਊਟੀ ਇਜ਼ ਬਿਊਟੀ। ਮਹਾਰਾਜ ਜੀ ਕਹਿੰਦੇ ਨੇ, ਤੂੰ ਆਪਣਾ ਫਰਜ਼ ਨਿਭਾ, ਉਹ ਦਾਤਾ ਤੇਰੇ ਤੇ ਬਖਸ਼ਿਸ਼ ਕਰੇਗਾ। ਗਾਵੈ ਰਾਜਾ ਧਰਮ ਦੁਆਰੇ। ਇਸ ਨੂੰ ਦੁਆਰੇ ਨਹੀਂ ਕਹਿਣਾ, ਦੱਦੇ ਨੂੰ ਔਂਕੜ ਦੋ ਆਰੇ, ਦੁਆਰੇ ਪੋਲਾ ਪੜਾਂਗੇ। ਜੇ ਅਸੀਂ ਥੋੜਾ ਜਿਹਾ ਵੀ ਅਸੀਂ ਵਜ਼ਨ ਪਾਇਆ ਨਾ, ਇਸ ਉੱਤੇ ਥੋੜਾ ਜਿਹਾ ਵੀ ਸਟ੍ਰੈਸ ਪਾਇਆ, ਇਹ ਵਾਵਾ ਬਣ ਜਾਏਗਾ। ਗਾਵੈ ਰਾਜਾ ਧਰਮ ਦੁਆਰੇ। ਜੋ ਧਰਮ ਰਾਜ ਹੈ, ਕਹਿੰਦੇ ਨੇ, ਉਹ ਸਾਰੀ ਸ੍ਰਿਸ਼ਟੀ ਦਾ ਲੇਖਾ ਜੋਖਾ ਕਰਦਾ ਹੈ, ਜੀਵਨ ਨੂੰ ਉਹਦੇ ਅਨੁਸਾਰ ਉਹਨਾਂ ਨੂੰ ਵੱਖ-ਵੱਖ ਸਜ਼ਾ ਦਿੰਦਾ ਹੈ, ਵੱਖ-ਵੱਖ ਕਰਮਾਂ ਦਾ ਭੁਗਤਾਨ ਭੁਗਤਾਉਂਦਾ ਹੈ। ਪਰ ਉਹ ਧਰਮ ਰਾਜ ਵੀ ਪਰਮੇਸ਼ਵਰ ਨੂੰ ਗਾਉਂਦਾ ਪਿਆ ਹੈ, ਪਰਮੇਸ਼ਵਰ ਦੀ ਸਿਫਤ ਸਲਾਹ ਕਰਦਾ ਪਿਆ ਹੈ। ਦਾਸ ਬੇਨਤੀ ਕਰੇ ਜੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਦਾਸ ਦੇ ਚਿੱਤ ਵਿੱਚ ਸੀ, ਭਾਵੇਂ ਅਸੀਂ 10 ਮਿੰਟ ਹੀ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਦਰਸ਼ਨ ਕਰੀਏ, ਪਰ ਅਸੀਂ ਨਾਗਾ ਨਹੀਂ ਹੋਣਾ। ਦਾਸ ਚੜ੍ਹਾਈ ਕਰ ਜਾਏ, ਬਾਣੀ ਪੜ੍ਹਦੇ ਪੜ੍ਹਦੇ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦੇਣੀ ਹੈ। ਮਹਾਰਾਜ ਜੀ ਨੇ ਆ ਕੇ ਗੋਦ ਵਿੱਚ ਪਾ ਕੇ ਤੇ ਸੱਚਖੰਡ ਲੈ ਜਾਣਾ। ਤੇ ਜੇਕਰ ਬਿਮਾਰ ਹੁੰਦੇ ਹੁੰਦੇ ਮੈਂ ਮਰ ਗਿਆ, ਮਹਾਰਾਜ ਜੀ ਕਹਿਣਾ, ਆਖਰੀ ਸਵਾਸ ਤੇਰਾ ਧਿਆਨ ਘਰ 'ਚ ਹੀ ਰਹਿ ਗਿਆ, ਤੇਰੇ ਇੰਨੇ ਘਰ ਨੇ। ਤੇ ਆ ਚੱਕ ਸਜਣਾ ਹੁਣ ਤੈਨੂੰ ਭੂਤ ਪ੍ਰੇਤ ਦੀ ਜੂਨ ਮਿਲੀ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜ ਮਰੈ। ਪ੍ਰੇਤ ਜੋਨ ਵੱਲ ਵੱਲ ਔਤਰੈ। ਇਹਨੂੰ ਵੱਲ ਵੱਲ ਨਹੀਂ ਕਹਿਣਾ,
ਵਲ ਵਲ, ਪਰਤ ਪਰਤ ਕੇ, ਬਾਰ ਬਾਰ, ਫੇਰ ਫੇਰ ਕੁਝ ਐਸਾ ਕਰਮ ਕਰ ਜਿਹਦੇ ਨਾਲ ਤੂੰ ਪਰਮੇਸ਼ਵਰ ਦੀ ਸਿਫਤ ਸਲਾਹ ਕਰ ਸਕੇ। ਸੱਚੇ ਪਾਤਸ਼ਾਹ ਜੀ ਦੀ ਬਾਣੀ ਅਸਲ 'ਚ ਹੈ ਹੀ ਇੰਨੀ ਮਿੱਠੀ ਜੀ, ਦਾਸ ਤੇ ਗਵਾਚ ਜਾਂਦਾ ਹੈ। ਬਾਣੀ ਵਿੱਚ ਇੰਝ ਮਹਿਸੂਸ ਹੁੰਦਾ ਹੈ ਕਿ ਜਪਜੀ ਸਾਹਿਬ ਦੀ ਅਸੀਂ ਵਿਆਖਿਆ ਇੱਕ ਪੰਕਤੀ ਦੀ ਅਸੀਂ ਹਫ਼ਤਾ ਹਫ਼ਤਾ ਕਰਦੇ ਰਹੀਏ। ਮਹਾਰਾਜ ਦੀ ਬਾਣੀ ਹੈ ਇੰਨੀ ਮਿੱਠੀ, ਸੱਚੇ ਪਾਤਸ਼ਾਹ ਜੀ ਇੰਨੀ ਦਇਆ ਵਰਤਾਉਂਦੇ ਨੇ। ਕੋਟਾਨ ਕੋਟ ਸ਼ੁਕਰ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਜੀ ਨੇ ਸਰੀਰ ਡਿੱਗੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਤੇ ਮਹਾਰਾਜ ਜੀ ਨੇ ਦਇਆ ਵਰਤਾਈ ਜੀ। ਆਪ ਜੀ ਵੀ ਅਰਦਾਸ ਬੇਨਤੀ ਕਰਿਓ, ਸੱਚੇ ਪਾਤਸ਼ਾਹ ਤੁਸੀਂ ਹੀ ਗੁਰਬਾਣੀ ਦੇ ਵਿੱਚ ਬਚਨ ਕੀਤਾ ਹੈ, ਫਰੀਦਾ ਤਨ ਤਪੈ ਤਨੂਰ ਜਿਉਂ, ਤੈਨੂੰ ਇੰਨਾ ਬੁਖਾਰ ਚੜ ਗਿਆ 105 ਸਿਰ ਨੂੰ ਚੜ ਗਿਆ। ਤਨ ਤਪੈ ਤਨੂਰ ਜਿਉਂ, ਤੇਰਾ ਸਰੀਰ ਤਪਦਾ ਪਿਆ, ਭਾਫਾਂ ਨਿਕਲਦੀਆਂ ਪਈਆਂ ਨੇ। ਬਾਲਣ ਹੱਡ ਬਲੰਨ, ਤੇ ਤੇਰੀਆਂ ਜਿਹੜੀਆਂ ਹੱਡੀਆਂ ਨੇ ਇੰਜ ਬਲਦੀਆਂ ਪਈਆਂ ਨੇ ਜਿਵੇਂ ਚੁੱਲ੍ਹੇ ਵਿੱਚ ਪਾਈਆਂ ਹੋ, ਇੰਨੀਆਂ ਭਖਦੀਆਂ ਪਈਆਂ ਨੇ। ਫਿਰ ਕਹਿੰਦੇ ਨੇ ਪੈਰੀ ਥੱਕਾਂ, ਜੇ ਮੈਨੂੰ ਇੱਕਦਮ ਚੱਕਰ ਆ ਗਿਆ, ਮੈਂ ਡਿੱਗ ਗਿਆ, ਮੈਂ ਤੁਰ ਤੁਰ ਕੇ ਆਪਣੇ ਮੁਰਸ਼ਦ ਦੇ ਕੋਲ ਜਾ ਰਿਹਾ, ਆਪਣੇ ਉਸ ਇਲਾਹੀ ਨਜ਼ਰ ਕਰਨ ਵਾਲੇ ਆਪਣੇ ਗੁਰੂ ਕੋਲ ਜਾਣ ਵੇਲੇ ਮੇਰੇ ਪੈਰ ਥੱਕ ਗਏ, ਮੈਂ ਡਿੱਗ ਪਿਆ। ਕਹਿੰਦੇ ਹੁਣ ਪੈਰਾਂ ਦੀ ਤਾਕਤ ਨਹੀਂ, ਪੈਰੀ ਥੱਕਾਂ ਸਿਰ ਜੁਲਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਪੈਰ ਬਣਾ ਕੇ ਆਪਣੇ ਗੁਰੂ ਵੱਲ ਵਧਾਂਗਾ। ਇੰਨਾ ਮੈਂ ਬਿਮਾਰ ਹੋ ਗਿਆ ਜੀ, ਮੈਂ ਤਾਂ ਵੀ ਆਪਣੇ ਗੁਰੂ ਵੱਲ ਵਧਾਂਗਾ, ਸਿਰ ਦੇ ਭਾਰ ਤੁਰ ਕੇ ਜਾਵਾਂਗਾ, ਕਿਉਂਕਿ ਮੈਨੂੰ ਪਤਾ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਦਰਸ਼ਨਾਂ ਤੋਂ ਵੱਡੀ ਸੰਸਾਰ ਦੀ ਚੀਜ਼ ਕੋਈ ਹੈ ਹੀ ਨਹੀਂ। ਪੈਰੀ ਥੱਕਾਂ ਸਿਰ ਜੁਲਾਂ, ਸਿਰ ਦੇ ਭਾਰ ਮੈਂ ਤੁਰ ਕੇ ਜਾਵਾਂ, ਜੇ ਮੂੰਹ ਪਿਰੀ ਮਿਲਨ, ਕਹਿਣ ਲੱਗੇ ਜੇ ਮੇਰਾ ਮਾਲਕ, ਮੇਰਾ ਗੁਰੂ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ। ਤੇ ਸਾਡਾ ਤੇ ਗੁਰੂ ਬਾਰ-ਬਾਰ ਹੋਕਾ ਦਿੰਦਾ ਹੈ, ਆ ਮੇਰਾ ਬੱਚਿਆ, ਮੇਰਾ ਤੇ ਸਭ ਤੋਂ ਮੂਲ ਕਾਰਜ ਹੀ ਇਹ ਹੈ, ਤੈਨੂੰ ਮੈਂ ਰੱਬ ਹੋਣ ਦਾ ਤੈਨੂੰ ਮੈਂ ਆਸ਼ੀਰਵਾਦ ਦਿੰਦਾ ਹਾਂ। ਮੰਨ ਲਓ ਵੀ ਕੋਈ ਬੇਹੋਸ਼ ਵੀ ਹੋ ਜਾਏ ਨਾ ਜੀ, ਜਿਹੜੇ ਹੋਸ਼ ਵਿੱਚ ਬੈਠੇ ਨੇ ਉਹ ਆਪਣੇ ਹੋਸ਼ ਦਾ ਲਾਹਾ ਲੈ ਲੈਣ, ਸਵਾਸਾਂ ਦਾ ਲਾਹਾ ਲੈ ਲੈਣ, ਉਸ ਆਤਮਾ ਵੱਲ, ਉਸ ਸਰੀਰ ਵੱਲ ਦੇਖ ਕੇ ਗੁਰੂ ਦੀ ਬਾਣੀ ਦਾ ਜਾਪ ਕਰਨ, ਉਸ ਸਰੀਰ ਦਾ ਕਰਮ ਕੱਟਿਆ ਜਾਏਗਾ, ਕਰਮ ਕੱਟਿਆ ਜਾਏਗਾ। ਸੱਚੇ ਪਾਤਸ਼ਾਹ ਜੀ ਭਲੀ ਕਰਨ ਜੀ। ਸਰੀਰ ਭਾਵੇਂ ਕੱਟਿਆ ਜਾਏ, ਵੱਢਿਆ ਜਾਏ, ਕਾਇਆ ਕਾਪਰ ਚੀਰ ਬਹੁ ਫਾਰੇ, ਸਰੀਰ ਚੀਰਿਆ ਜਾਏ, ਹਰ ਰੰਗ ਨਾ ਲਹੈ ਸੁਭਾਗਾ। ਪਰਮੇਸ਼ਵਰ ਦੇ ਨਾਮ ਦਾ ਰੰਗ, ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦਾ ਰੰਗ ਕਦੀ ਵੀ ਉਹ ਉਤਰੇਗਾ ਨਹੀਂ, ਫਿੱਕਾ ਪਏਗਾ ਨਹੀਂ। ਅਸੀਂ ਕਹੀਏ ਜੀ ਐਗਜ਼ਾਮਪਲ ਉਹ ਦੇਖ, ਕਲਗੀਧਰ ਪਾਤਸ਼ਾਹ ਦਾ ਪਿਆਰਾ ਬਿਨਾਂ ਸੀਸ ਤੋਂ ਆਪਣੇ ਹੱਥ ਦੇ ਉੱਤੇ ਸੀਸ ਚੁੱਕਦਾ ਹੈ ਤੇ ਫਿਰ ਸੱਜੇ ਹੱਥ ਦੇ ਨਾਲ ਖੰਡਾ ਵਾਹ ਰਿਹਾ ਹੈ, ਆਪਣੇ ਗੁਰੂ ਦੇ ਪਿਆਰ ਦੇ ਵਿੱਚ ਜਾ ਰਿਹਾ ਹੈ। ਅਸੀਂ ਇਹ ਨਾ ਕਹੀਏ ਕਿ ਉਹ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਦੇਖਿਆ ਕਿ ਬਾਬਾ ਦੀਪ ਸਿੰਘ ਦਾ ਜਾਪ ਬੜਾ, ਤੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਭਾਈ ਤੂੰ ਬਦਲਾ ਲੈਣਾ ਹੈ। ਬਦਲਾ ਸ਼ਬਦ ਸਿੱਖੀ ਵਿੱਚ ਨਹੀਂ ਹੈ, ਬਦਲਾ ਸ਼ਬਦ ਸਿੱਖੀ ਵਿੱਚ ਨਹੀਂ ਹੈ, ਇਹ ਸੰਸਾਰੀ ਬੰਦੇ ਲੈਂਦੇ ਨੇ। ਕਿਸੇ ਨੇ ਕਿਸੇ ਦਾ ਬੱਚਾ ਮਾਰਿਆ ਤੇ ਹੁਣ ਜੇ ਸਿੱਖ ਉਹਦਾ ਬੱਚਾ ਮਾਰੇਗਾ ਤੇ ਇਹਨੂੰ ਕਹਿੰਦੇ ਨੇ ਬਦਲਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਜਾ ਰਹੇ ਨੇ, ਸਾਰੇ ਮੈਦਾਨੇ ਜੰਗ ਦੇ ਵਿੱਚ ਵੈਰੀਆਂ ਨੂੰ ਭਾਜਣਾ ਪੈ ਗਈਆਂ। ਉਹ ਜਿਉਂਦਿਆਂ ਨੂੰ ਤੇ ਮਾਰ ਸਕਦੇ ਆ, ਇਹ ਤੇ ਮਰੇ ਵੀ ਲੜੀ ਜਾਂਦੇ ਨੇ, ਭੱਜੋ। ਇਹ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਕੀ ਪਿਆ ਗਿਆ ਇਹਨਾਂ ਨੂੰ ਪਾਣੀ ਵਿੱਚ ਘੋਲ ਕੇ, ਕੀ ਪਿਆਇਆ ਜੀ? ਅਸੀਂ ਕਹਾਂਗੇ ਪਤਾਸੇ ਪਾ ਲਵੋ, ਖੰਡਾ ਚਲਾ ਲਵੋ, ਜਿੰਨਾ ਚਿਰ ਗੁਰੂ ਕੀ ਬਾਣੀ ਦਾ ਜਾਪ ਨਹੀਂ, 5 ਬਾਣੀਆਂ ਦਾ ਜਾਪ ਨਹੀਂ, ਉਹਨਾਂ ਚਿਰ ਪਾਣੀ ਪਾਣੀ ਹੀ ਰਹੇਗਾ। ਜਿਸ ਵੇਲੇ ਬਾਣੀ ਜਪੀ ਜਾਏਗੀ ਤੇ ਫਿਰ ਉਹ ਪਾਣੀ ਅੰਮ੍ਰਿਤ ਦੀ ਦਾਤ ਨਾਲ ਨਵਾਜਿਆ ਜਾਏਗਾ, ਉਹ ਸਾਡੇ ਜੀਵਨ ਵਿੱਚ ਚੜ੍ਹਦੀ ਕਲਾ ਪੈਦਾ ਕਰੇਗਾ। ਸਾਡੇ ਸਾਹਮਣੇ ਜਿੰਨੇ ਵੀ ਸ਼ਹੀਦ ਨੇ ਉਹ ਐਗਜ਼ਾਮਪਲ ਸਨ। ਦੇਖ ਇਹਨੂੰ ਕਹਿੰਦੇ ਨੇ ਪਿਆਰ। ਭਾਈ ਮਨੀ ਸਿੰਘ ਜੀ ਪਿਆਰ ਦੇ ਵਿੱਚ ਬੰਦ ਕਟਾ ਰਹੇ ਨੇ, ਕਿਉਂਕਿ ਦਾਤਾ ਕਹਿੰਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਬਾ ਦੀਪ ਸਿੰਘ ਜੀ ਪ੍ਰੇਮ ਦੇ ਵਿੱਚ ਜਾ ਰਹੇ ਨੇ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਵਿੱਚ। ਦਾਤਿਆ ਸਾਡਾ ਜੀਣਾ ਕਾਹਦਾ ਜੇ ਸਾਡੇ ਹੁੰਦਿਆਂ ਜਿਉਂਦੇ ਜੀ ਤੇਰੇ ਗੁਰੂ ਘਰ ਦੀ ਕੋਈ ਬੇਅਦਬੀ ਕਰ ਦੇਵੇ। ਮੈਂ ਤੇ ਮਰ ਗਿਆ ਦਾਤਿਆ ਜਿਉਂਦਾ ਹੀ, ਹੁਣ ਮੈਂ ਜੀਣਾ ਨਹੀਂ ਚਾਹੁੰਦਾ। ਵੇਖੋ ਇਹਨੂੰ ਕਹਿੰਦੇ ਨੇ ਪਿਆਰ। ਜਿਸ ਪਿਆਰੇ ਸਿਓ ਨੇਹੋ
ਤਿਸ ਆਗੈ ਮਰ ਚਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਹਨਾਂ ਸ਼ਹੀਦਾਂ, ਮੁਰੀਦਾਂ, ਮਹਾਂਪੁਰਖਾਂ ਤੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਸੀਂ ਅਰਦਾਸ ਖੜੇ ਪਤਾ ਕਿਉਂ ਹੁੰਦੇ ਆ ਜੀ? ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਕਲਗੀਧਰ ਪਾਤਸ਼ਾਹ ਜੀ ਦਾ, ਜਦੋਂ ਕੋਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਉਚਾਰੇਗਾ ਨਾ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਣਗੇ। ਉਹ ਤੁਹਾਨੂੰ ਦੇਖ ਰਹੇ ਨੇ, ਤੁਸੀਂ ਉਹਨਾਂ ਤੋਂ ਅਸੀਸ ਲੈਣੀ ਹੈ। ਤੇ ਜਦੋਂ ਅਸੀਂ ਸ਼ਹੀਦਾਂ ਦਾ ਨਾਮ ਲੈਂਦੇ ਹਾਂ, ਪਿਆਰਿਆਂ ਦਾ ਨਾਮ ਲੈਂਦੇ ਹਾਂ, ਗੁਰੂ ਮਹਾਰਾਜ ਜੀ ਦਾ ਨਾਮ ਲੈਂਦੇ ਹਾਂ, ਸਿੰਘਣੀਆਂ ਦਾ ਨਾਮ ਲੈਂਦੇ ਹਾਂ, ਇਹ ਨਾਮ ਨਹੀਂ ਅਸੀਂ ਲੈ ਰਹੇ, ਅਸੀਂ ਉਹਨਾਂ ਨੂੰ ਹਾਜ਼ਰਾ ਹਜ਼ੂਰ ਦੇਖ ਰਹੇ ਹਾਂ ਵੀ ਉਹ ਪ੍ਰਗਟ ਨੇ, ਸਾਨੂੰ ਨਹੀਂ ਦਿਸ ਰਹੇ, ਅਸੀਂ ਅੰਨੇ ਹਾਂ। ਕਹੋ ਨਾਨਕ ਇਹੋ ਨਿਤ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਉਹ ਪ੍ਰਗਟ ਨੇ, ਉਹ ਸਿੱਖਾ ਤੂੰ ਉਹਨਾਂ ਕੋਲੋਂ ਅਸੀਸ ਮੰਗ ਲੈ। ਤੇ ਸੱਚ ਹੈ ਜੀ, ਆਪ ਜੀ ਘਰੇ ਬੈਠੇ ਬੈਠੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰਕੇ ਨਾ ਤੁਸੀਂ ਅਰਦਾਸ ਕਰੋ ਵੀ ਤੁਸੀਂ ਤੇ ਮਹਾਰਾਜ ਜੀ ਦੇ ਸਭ ਤੋਂ ਨੇੜੇ ਹੋ, ਤੁਸੀਂ ਉਹਨਾਂ ਦੀ ਗੋਦ ਵਿੱਚ ਵਿਰਾਜਦੇ ਹੋ, ਕਿਰਪਾ ਕਰੋ ਸਾਡੀ ਸਿਫਾਰਿਸ਼ ਕਰ ਦਿਓ। ਤੇ ਦਾਸ ਬੇਨਤੀ ਕਰੇ ਜੀ, ਉਸ ਵੇਲੇ ਉਹ ਪ੍ਰਗਟ ਹੋਣਗੇ। ਕਿਉਂਕਿ ਜੋ ਅਰਦਾਸ ਦੇ ਵਿੱਚ ਅਸੀਂ ਸ਼ਬਦ ਸੁਣਦੇ ਹਾਂ, ਇਕੱਲੇ ਸ਼ਬਦ ਨਹੀਂ ਨੇ, ਇਹ ਤੇ ਸਿੱਖਾਂ ਦੀ ਹੂਕ ਹੈ। ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਕੋਈ ਗੱਲ ਨਹੀਂ ਸੀ ਮੰਨਦੇ ਗੁਰੂ ਦੇ ਹੁਕਮ ਵਿੱਚ, ਤਾਂ ਸਾਰੇ ਮਾਤਾ ਜੀ ਕੋਲ ਪਹੁੰਚ ਜਾਂਦੇ ਸੀ। ਤੇ ਜਦੋਂ ਅਸੀਂ ਜਾਂਦੇ ਹਾਂ ਜੋਤੀ ਸਰੂਪ ਜਿਹਦੀ ਪਾਵਨ ਪਵਿੱਤਰ ਧਰਤੀ ਉੱਤੇ, ਉਦੋਂ ਸਾਡੇ ਮਨ 'ਚ ਹੁੰਦਾ ਹੈ ਕਿ ਮਾਤਾ ਜੀ ਸਾਡੇ ਤੇ ਕਿਰਪਾ ਕਰਾ ਦਿਓ, ਬਾਬਾ ਫਤਿਹ ਸਿੰਘ ਜੀ ਤੁਸੀਂ ਕਿਰਪਾ ਕਰਾਓ ਤੇ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਕੇ ਤੇ ਸਾਨੂੰ ਤੁਸੀਂ ਇਲਾਹੀ ਦਾਤ ਦੇ ਨਾਲ ਨਵਾਜੋ। ਅਸੀਂ ਬੜੇ ਦੂਰ ਜਾ ਚੁੱਕੇ ਹਾਂ, ਸਾਨੂੰ ਬਖਸ਼ ਦਿਓ, ਬਖਸ਼ ਦਿਓ। ਆਪ ਜੀ ਮਹਿਸੂਸ ਕਰੋਗੇ ਉਸ ਵੇਲੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਉਣਗੇ, ਕਿਉਂਕਿ ਉਹ ਸਮਾਏ ਹੋਏ ਨੇ, ਖੁਦ ਅਕਾਲ ਪੁਰਖ ਦੇ ਸਪੁੱਤਰ ਹਨ, ਸਪੂਤ ਹਨ। ਮਾਤਾ ਜੀ ਆਉਣਗੇ ਤੇ ਫਿਰ ਥੋੜੀ ਜਿਹੀ ਘਾਲਣਾ ਦੇ ਨਾਲ ਵੀ ਦਾਦਾ ਮਿਹਰ ਕਰ ਦੇਗਾ। ਅਸੀਂ ਅਰਦਾਸ ਕਰੀਏ ਸਿੱਖ ਤੇ ਭਰੋਸੇ ਦੇ ਨਾਲ, ਕਣ ਦੇ ਵਿੱਚ ਆਪਣੇ ਗੁਰੂ ਨੂੰ ਪ੍ਰਗਟ ਮਹਿਸੂਸ ਕਰਦਾ। ਕਹਿੰਦੇ ਨੇ ਮੇਲਾ ਲੱਗਾ ਹੈ, ਉਹ ਗੁਰਮੁਖਾ ਮੇਲਾ ਨਹੀਂ ਲੱਗਾ। ਜਲੇਬੀਆਂ ਦੇ ਲੰਗਰ ਵਰਤਾਏ ਜਾ ਰਹੇ, ਬਦਾਮਾਂ ਦੇ ਲੰਗਰ ਵਰਤਾਏ ਜਾ ਰਹੇ। ਸਾਡੇ ਘਰ 'ਚ ਕੋਈ ਚੜ੍ਹਾਈ ਕਰ ਜਾਏ ਤੇ ਅਸੀਂ ਕੀ ਜਲੇਬੀਆਂ ਦੇ ਲੰਗਰ ਲਾਵਾਂਗੇ? ਇੰਨੇ ਅਸੀਂ ਭਟਕ ਚੁੱਕੇ ਹਾਂ, ਜ਼ਬਾਨਾਂ ਦੇ ਸਵਾਦਾਂ ਵਿੱਚ ਪੈ ਗਏ ਹਾਂ। ਤੇ ਮਹਾਂਪੁਰਖ ਪਤਾ ਕੀ ਕਹਿੰਦੇ ਨੇ, ਹੈ ਤਾਂ ਨਹੀਂ ਐਵੇਂ ਨਾ ਹੀ ਰੱਖਿਆ, ਉਹ ਕਹਿੰਦੇ ਨੇ ਮੈਂ ਜੀ 32 ਪ੍ਰਕਾਰ ਦਾ ਮੈਂ ਉੱਥੇ ਲੰਗਰ ਚਲਾਇਆ, ਅਮਾਨ ਸਿੰਘ ਤੇ ਹੋਵੇ ਵਾਲਾ, ਮੈਂ ਜੀ ਬਦਾਮਾਂ ਦੇ ਲੰਗਰ ਚਲਾਏ, ਮੈਂ ਜੀ ਪੀਜ਼ਾ ਚਲਾਤਾ, ਮੈਂ ਜੀ 버ਗਰ ਚਲਾਤਾ। ਉਹ ਭਲਿਆ ਤੇਰੇ ਘਰ 'ਚ ਕੋਈ ਚੜ੍ਹਾਈ ਕਰ ਜਾਏ ਤੇ ਤੂੰ ਇੰਜ ਕਰੇਂਗਾ? ਉਸ ਵੇਲੇ ਤੇ ਜੋ ਗੁਰੂ ਘਰ ਦੀ ਮਰਿਆਦਾ ਹੈ ਨਾ ਜੀ, ਉਸ ਵੇਲੇ ਦਾਲ ਫੁਲਕਾ ਚਾਹੀਦਾ, ਤਾਂ ਵੀ ਖੁਸ਼ਕ ਚਾਹੀਦਾ। ਜਦੋਂ ਪ੍ਰਕਾਸ਼ ਪੁਰਬ ਹੋਵੇ ਉਦੋਂ ਤੂੰ ਜੋ ਮਰਜ਼ੀ ਛਕ, ਜੋ ਮਰਜ਼ੀ ਉਡਾ, ਪੀਜ਼ਾ ਖਾ, 버ਗਰ ਖਾ, ਮਠਿਆਈਆਂ ਖਾ। ਤੇ ਸ਼ਹੀਦੀ ਪੁਰਬਾਂ ਦੇ ਉੱਤੇ ਤੂੰ ਖੁਸ਼ੀ ਬਣਾ ਰਿਹਾ ਮੂਰਖਾ, ਕਿ ਤੈਨੂੰ ਗੁਰੂ ਨਾਲ ਪਿਆਰ ਨਹੀਂ? 6ਵੇਂ ਪਾਤਸ਼ਾਹ ਜੀ ਨੇ ਬੰਦੀਆਂ ਨੂੰ ਛਡਾਇਆ, ਤੂੰ ਵੀ ਕਹਿ ਮਹਾਰਾਜ ਜੀ ਮੈਂ ਵੀ ਖੜਾਈ, ਮੈਂ ਵੀ ਬੰਦੀ ਹਾਂ, ਦਾਤਿਆ ਤੂੰ ਮੈਨੂੰ ਵੀ ਛਡਾ ਦੇ 5 ਵਿਸ਼ੇ ਵਿਕਾਰਾਂ ਦੀ ਜੇਲ੍ਹ 'ਚੋਂ। ਉਦੋਂ ਮਹਾਰਾਜ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਦੀਵੇ ਜਗਾਏ ਦੇਸੀ ਘਿਓ ਦੇ, ਤੂੰ ਲਾਈਟਾਂ ਜਗਾ, ਮੋਮਬੱਤੀਆਂ ਜਗਾ। ਤੇ ਹੁਣ ਤੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਉੱਤੇ ਤੂੰ ਕਹਿ ਰਿਹਾ ਕਿ ਇਹ ਲੰਗਰ ਬੜਾ ਸਵਾਦ, ਇਹ ਜਿਹੜਾ ਬਾਬਾ ਹੈ ਨਾ, ਇਹ ਤਰ੍ਹਾਂ ਤਰ੍ਹਾਂ ਦੇ ਲੰਗਰ ਦਾ ਬੜਾ ਸਵਾਦ, ਬੜਾ ਸਵਾਦ। ਉੱਥੇ ਤੇ ਸਾਰਿਆਂ ਦੀਆਂ ਅੱਖਾਂ ਭਿੱਜੀਆਂ ਹੋਣੀਆਂ ਚਾਹੀਦੀਆਂ ਤੇ ਕਹਿਣਾ ਚਾਹੀਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਤੁਸੀਂ ਕਿਰਪਾ ਕਰੋ ਸਾਡੇ ਉੱਤੇ ਵੀ ਬਖਸ਼ਿਸ਼ ਕਰ ਦਿਓ, ਸਾਨੂੰ ਬਖਸ਼ 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 ਦਾਤਿਆ ਸਾਨੂੰ ਬਖਸ਼ ਲੈ। ਕਿਉਂਕਿ ਜੋ ਗੁਰੂ ਦੇ ਸਪੂਤ ਹਨ ਉਹ ਸਾਡੇ ਵਾਸਤੇ ਗੁਰੂ ਰੂਪੀ ਨੇ, ਤੇ ਉਹ ਹਾਜ਼ਰ ਹੁੰਦੇ ਨੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ। 5 ਪਿਆਰਿਆਂ, 4 ਸਾਹਿਬਜ਼ਾਦਿਆਂ, ਉਹ 4 ਸਾਹਿਬਜ਼ਾਦੇ ਕਿਹੜੇ ਨੇ? ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਕਿੰਨੇ ਅਸੀਂ ਗਿਰ ਚੁੱਕੇ ਹਾਂ, ਕਿੰਨੇ ਅਸੀਂ ਦੂਰ ਜਾ ਚੁੱਕੇ ਹਾਂ। ਅਸੀਂ ਸ਼ਹੀਦੀ ਦਿਹਾੜੇ ਦੀ ਵੀ ਕਈ ਵਾਰੀ ਮੁਬਾਰਕਬਾਦ ਦੇ ਦਿੰਦੇ ਹਾਂ ਕਿ ਹੁਣ ਸ਼ਹੀਦੀ ਦਿਹਾੜਾ ਹੈ। ਤੇਰੀ ਜ਼ਬਾਨ ਉਸ ਵੇਲੇ ਕੱਟੀ ਕਿਉਂ ਨਹੀਂ ਗਈ ਜਦੋਂ ਤੂੰ ਇਹ ਗੱਲ ਕਹਿੰਦਾ
ਕਿ ਬਣਾਓ ਜੀ ਜਲੇਬੀਆਂ, ਬਣਾਓ ਜੀ ਰਸਗੁੱਲੇ, ਬਣਾਓ ਜੀ, ਚਲੋ ਜਾ ਕੇ ਮੇਲੇ ਚਲੀਏ। ਮੇਲਾ ਹੁੰਦਾ ਸੰਸਾਰੀ ਬੰਦਿਆਂ ਦਾ, ਗੁਰਸਿੱਖਾਂ ਦਾ ਤੇ ਜਾ ਕੇ ਤਰਲਾ ਹੁੰਦਾ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਖਬਰ ਸੁਣਾਈ ਸੀ ਨਾ ਭਾਈ ਨੂਰੇ ਨੇ ਵੀ ਸੱਚੇ ਪਾਤਸ਼ਾਹ ਤੁਹਾਡੇ ਦੋਵਾਂ ਬੱਚਿਆਂ ਨੂੰ ਸੱਚੇ ਪਾਤਸ਼ਾਹ ਨੀਹਾਂ 'ਚ ਚਿਣਵਾ ਦਿੱਤਾ ਗਿਆ, ਫਿਰ ਉਹਨਾਂ ਦੀ ਛਾਤੀਆਂ ਦੇ ਉੱਤੇ ਉਹਨਾਂ ਉੱਚੇ ਉੱਚੇ ਕੁਆਂਟਲ ਤੋਂ ਵੱਧ ਭਾਰੇ ਸਰੀਰਾਂ ਵਾਲਿਆਂ ਨੇ ਛਾਤੀਆਂ ਦੇ ਉੱਤੇ, ਨਿੱਕੀਆਂ ਨਿੱਕੀਆਂ ਕੋਮਲ ਛਾਤੀਆਂ ਦੇ ਉੱਤੇ ਪੈਰ ਰੱਖੇ ਦਾਤਿਆ, ਤੇ ਸਾਹਮਣੇ ਕਹਿੰਦੇ ਨੇ ਕਿ ਗਲੇ ਦੇ ਉੱਤੇ ਛੁਰਾ ਚਲਾਇਆ, ਪਰ ਸਾਹਿਬਜ਼ਾਦੇ ਡੋਲੇ ਨਹੀਂ। ਤੇ ਕਹਿੰਦੇ ਨੇ ਕਿ ਉਹ ਜਦੋਂ ਸ਼ਬਦ ਸੁਣਿਆ, ਜਿਨ੍ਹਾਂ ਨੇ ਸ਼ਬਦ ਸੁਣਿਆ ਉਹਨਾਂ ਨੂੰ 5 ਦਿਨ ਭੁੱਖ ਨਹੀਂ ਲੱਗੀ, ਜਿਨ੍ਹਾਂ ਨੂੰ ਪਤਾ ਲੱਗਾ। ਕਿਉਂਕਿ ਗੁਰੂ ਦਾ ਪਿਆਰ ਹੀ ਬੜਾ ਹੈ। ਗੁਰੂ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ। ਸੱਚੇ ਪਾਤਸ਼ਾਹ ਜੀ ਨੇ ਇੰਨਾ ਸਾਨੂੰ ਨਿਵਾਜਿਆ, ਅਸੀਂ ਬੜੇ ਵੱਡੇ ਕਿਰਤ ਘਾੜਿਆ, ਲੂਣ ਹਰਾਮੀ ਗੁਨਾਹਗਾਰ, ਬੇਗਾਨਾ ਅਲਪ ਮਤ, ਜਿਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣ ਤਤ। ਇਹ ਸੱਚੇ ਪਾਤਸ਼ਾਹ, ਅਸੀਂ ਖੁਸ਼ੀ ਨਵੰਬਰ ਦੇ ਮਹੀਨੇ ਕਿਵੇਂ ਮਨਾ ਸਕਦੇ ਹਾਂ? ਸਾਨੂੰ ਬਖਸ਼ਣ ਵਾਲਾ ਦਾਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੁਰਬਾਨ ਹੋ ਗਏ। 7 ਦਿਨ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ 5 ਜੀ ਸੰਸਾਰ ਤੋਂ ਉਸ ਨਿਰੰਕਾਰ ਦੀ ਜੋਤ ਦੇ ਵਿੱਚ ਸਮਾ ਗਏ ਜੀ। 5 ਦਿਨਾਂ ਦੇ ਵਿੱਚ 4, ਕਿਉਂਕਿ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਤੇ ਸਤਿਕਾਰਯੋਗ ਧੰਨ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦ ਹੁੰਦੇ ਨੇ। ਤੇ ਜਿਹਦੇ ਘਰ ਦੇ 5 ਦਿਨ ਦੇ ਵਿੱਚ 5 ਜੀ ਚਲੇ ਜਾਣ, ਤੇ ਤੂੰ ਆਪਣੇ ਗੁਰੂ ਦੇ ਉੱਤੇ ਐਸੇ ਸਮੇਂ ਨੂੰ ਵੇਖ ਕੇ ਤੇ ਤੂੰ ਗੁਰੂ ਘਰਾਂ ਦੇ ਵਿੱਚ ਲੰਗਰ ਖਾ ਰਿਹਾ ਹੈ, ਤੇਰੀ ਤੇ ਭੁੱਖ ਮਰ ਜਾਣੀ ਚਾਹੀਦੀ ਆ। ਇਹ ਸੱਚ ਆ। ਅਸੀਂ ਬਹੁਤ ਦੂਰ ਜਾ ਚੁੱਕੇ ਹਾਂ। ਕਰੋ ਅਰਦਾਸ, ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਦਾਤਿਆ ਕੁਝ ਨਾਂ ਨਹੀਂ ਨਿਭਣਾ, ਦਾਤਿਆ ਬਸ ਝੋਲੀ ਤੂੰ ਗੁਰਸਿੱਖੀ ਦੀ ਦਾਤ ਪਾ ਦੇ। ਉਹ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਵੱਡੇ ਸਾਕੇ ਕੀਤੇ। ਸਾਡੇ ਤੇ ਸਿਰ ਤੇ ਤਲਵਾਰ ਕੋਈ ਨਹੀਂ, ਤੇ ਅਸੀਂ ਪਹਿਲਾਂ ਹੀ ਸਾਹ ਸੱਤ ਛੱਡੀ ਬੈਠੇ ਹਾਂ। ਆਪ ਜੀ ਮਹਿਸੂਸ ਕਰੋ, ਤੁਹਾਡਾ ਬੱਚਾ ਸਾਹਮਣੇ ਹੈ, ਤੁਹਾਡੀ ਬੱਚੀ ਸਾਹਮਣੇ ਹੈ, ਤੇ ਉਹਨਾਂ ਦੀ ਛੋਟੀ ਜਿਹੀ ਛਾਤੀ ਦੇ ਉੱਤੇ 5 ਸਾਲ ਦੀ ਉਮਰ 'ਚ 7 ਸਾਲ ਦੀ ਉਮਰ ਦੇ ਵਿੱਚ ਕੁਆਂਟਲਾਂ ਦੇ ਬੰਦੇ ਗੋਡੇ ਟੇਕ ਕੇ, ਗੋਡੇ ਰੱਖ ਕੇ, ਤੇ ਹੁਣ ਗਲੇ ਦੇ ਉੱਤੇ ਛੁਰਾ ਫੇਰਦੇ ਹੋਣ। ਕਿਹੋ ਜਿਹਾ ਮਹਿਸੂਸ ਹੋਏਗਾ? ਤੁਸੀਂ ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਲੈ ਜਾਓ। ਆਪਣੇ ਬੱਚਿਆਂ ਨੂੰ ਕਤਲ ਹੁੰਦਾ ਵੇਖੋ, ਕਰੋ ਆਪਣੀਆਂ ਅੱਖਾਂ ਬੰਦ, ਤੇ ਹੁਣ ਕਤਲ ਹੁੰਦਾ ਦੇਖੋ, ਤੇ ਫਿਰ ਤੁਸੀਂ ਕਹੋਗੇ ਕਿ ਕਲਗੀਧਰ ਪਾਤਸ਼ਾਹ ਧੰਨ ਤੇਰਾ ਜਿਗਰਾ ਦਾਤਿਆ, ਧੰਨ ਹੈ ਤੂੰ। ਇੱਕ ਮੋਤੀ ਵੀ ਅੱਖਾਂ ਦੇ ਵਿੱਚੋਂ ਤੂੰ ਕੇਰਿਆ ਨਹੀਂ। ਕਿਉਂ? ਕਿਉਂਕਿ ਮੇਰਾ ਖਾਲਸਾ, ਮੇਰਾ ਸਭ ਤੋਂ ਪਿਆਰਾ ਪੁੱਤਰ ਜਿਉਂਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਚੇ ਮਰਦੀ ਕਿ ਅੱਖ ਗਰ ਖਮੋਸ਼ਾ ਗੁਣੀ। ਕਾਹਦੀ ਮਰਦਾਨਗੀ ਹੋਈ ਤੇਰੀ ਔਰੰਗਜ਼ੇਬ, ਜੇ ਤੂੰ 4 ਚੰਗਿਆੜੀਆਂ ਬੁਝਾ ਛੱਡੀਆਂ ਨੇ। ਕਿ ਆਖਿਰ ਆਤਿਸ਼ ਦਮਾਰਾ ਫਰੂਜ਼ਾ ਕੁਨੀ, ਮੇਰਾ ਖਾਲਸਾ ਜਿਉਂਦਾ ਹੈ। ਮੈਂ ਆਪਣੇ ਖਾਲਸੇ ਨੂੰ ਸਾਰੀ ਸ਼ਕਤੀ ਦਿੱਤੀ ਹੈ। ਇਹਨੇ ਆਪਣੇ ਬ੍ਰਹਮ ਅਗਨ ਦੀ ਮਹਾਨ ਪਵਿੱਤਰ ਠੰਡਕ ਦੇ ਵਿੱਚੋਂ ਤੇਰੇ ਪੈਰਾਂ ਥੱਲੇ ਅੱਗ ਬਾਲ ਦੇਣੀ ਹੈ, ਤੇ ਤੈਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਪਾਪੀ ਸ਼ਬਦ ਦੇ ਨਾਲ ਸੰਬੋਧਨ ਕਰਨਾ। ਸਾਡੇ ਤੇ ਮਹਾਰਾਜ ਨੂੰ ਇੰਨਾ ਭਰੋਸਾ, ਤੇ ਵੇਖੋ ਸਾਡਾ ਜੀਵਨ ਕਿੰਨਾ ਨਿੱਘਰ ਗਿਆ ਹੈ, ਕਿੰਨਾ ਨਿੱਘਰ ਗਿਆ। ਇਹ ਸੱਚੇ ਪਾਤਸ਼ਾਹ, ਜਦੋਂ ਅਸੀਂ ਇਹ ਸ਼ਬਦ ਬੋਲੀਏ ਨਾ, 5 ਪਿਆਰਿਆਂ, 4 ਸਾਹਿਬਜ਼ਾਦਿਆਂ, ਉਸ ਵੇਲੇ ਤੈਨੂੰ ਸਰਹੰਦ ਦੀਆਂ ਨੀਹਾਂ ਤੇ ਛੋਟੇ ਸਾਹਿਬਜ਼ਾਦੇ ਚੜ੍ਹਦੀ ਕਲਾ ਵਿੱਚ ਸ਼ਹੀਦ ਹੁੰਦੇ ਦਿਸਣੇ ਚਾਹੀਦੇ ਨੇ। ਨਹੀਂ ਤੇ ਤੇਰੀ ਅਰਦਾਸ ਕਿੱਥੇ ਪੂਰੀ ਹੋਣੀ ਆ? ਅਰਦਾਸ ਕਰਦਾ ਹੋਵੇ ਤੇਰੀਆਂ ਅੱਖਾਂ ਸੁੱਕੀਆਂ ਰਹਿ ਜਾਣ, ਜੇ ਅੱਖਾਂ ਨਹੀਂ ਭਿੱਜੀਆਂ ਤੇਰੀ ਅਰਦਾਸ ਨਹੀਂ ਪ੍ਰਵਾਨ ਹੋਣੀ। ਜਦੋਂ ਸਿੰਘਾਂ ਸਿੰਘਣੀਆਂ ਦੀ ਗੱਲ ਕਰੀਏ, ਸਾਡੀ ਮਾਂ, ਭੈਣ, ਬੱਚੀ, ਉਹਦੇ ਉੱਤੇ ਐਸਾ ਸਮਾਂ ਆ ਜਾਏ ਤੇ ਅਸੀਂ ਕੀ ਕਹਾਂਗੇ? ਅਸੀਂ ਬੜੀ ਚੜ੍ਹਦੀ ਕਲਾ 'ਚ ਅਰਦਾਸ ਪਤਾ ਕਰਦੇ ਹਾਂ,
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਤੂੰ ਅਖਬਾਰ ਪੜ੍ਹਦਾ ਪਿਆ ਕਿ ਅਰਦਾਸ ਕਰਦਾ ਪਿਆ? ਇਹ ਅਰਦਾਸ ਤੇਰੇ ਗੁਰੂ ਨੇ ਸਿਖਾਈ। ਉਹਨਾਂ ਨੂੰ ਸ਼ਹੀਦ ਹੁੰਦਿਆਂ ਦੇਖ, ਆਪਣੀ ਸੁਰਤ ਨੂੰ ਲੈ ਚੱਲ। ਤੇਰੇ ਗੁਰੂ ਨੇ ਤੈਨੂੰ ਬੜੀ ਬਖਸ਼ਿਸ਼ ਦਿੱਤੀ ਆ। 5000 10,000 ਸਾਲ ਪਿੱਛੇ ਲੈ ਚੱਲ, ਜਾ ਸਕਦਾ। ਜਿੰਨੇ ਯੁੱਗ ਪਿੱਛੇ ਜਾਣਾ ਚਾਹੁੰਦਾ ਜਾ ਸਕਦਾ, ਜਿੰਨੇ ਯੁੱਗ ਅੱਗੇ ਜਾਣਾ ਚਾਹੁੰਦਾ ਜਾ ਸਕਦਾ। ਤੇਰੇ ਕੋਲ ਸੁਰਤ ਦੀ, ਤੇਰੇ ਕੋਲ ਆਤਮਾ ਦੀ ਬੜੀ ਵੱਡੀ ਦਾਤ। ਤੂੰ ਤੇ ਆਪਣੇ ਬਸ ਰਸੋਈ ਦੇ ਵਿੱਚ ਹੀ ਫਸਿਆ ਪਿਆ, ਆਪਣੇ ਕਾਰੋਬਾਰ 'ਚ ਫਸਿਆ ਪਿਆ। ਯਾਦ ਕਰ ਤੇਰਾ ਗੁਰੂ ਕਿੰਨਾ ਵੱਡਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਾਧ ਸੰਗਤ ਜੀ, ਬਖਸ਼ ਲਿਓ, ਬਖਸ਼ ਲਿਓ, ਬਖਸ਼ ਲਿਓ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਹੁਤ ਵੱਡੇ ਕੀਰਤਕਾਰ ਆਗੇ ਸੀ, ਦਾਸ ਕੀਰਤਕਾਰ ਮਹਾਰਾਜ ਜੀ। ਅਸੀਂ ਆਪਣੀ ਗੱਲ ਕਰ ਸਕਦੇ ਹਾਂ, ਅਸੀਂ ਦੂਜੇ ਦੀ ਨਹੀਂ ਗੱਲ ਕਰ ਸਕਦੇ। ਤੁਸੀਂ ਸਾਰੇ ਧੰਤਾ ਯੋਗ ਹੋਵੋਗੇ। ਹੋ ਸਕਦਾ ਕਿ ਤੁਸੀਂ ਅਰਦਾਸ ਕਰਦੇ ਕਰਦੇ ਸਾਰੀ ਰਾਤ ਬੈਰਾਗ 'ਚ ਰਹਿੰਦੇ ਹੋ ਸਕਦਾ ਤੁਹਾਡਾ ਰੋਮ ਰੋਮ ਜਾਪ ਚੱਲਦਾ ਹੋਵੇ। ਤੁਸੀਂ ਛੋਟੇ ਸਾਹਿਬਜ਼ਾਦੇ ਦਾ ਨਾਮ ਸੁਣਦਿਆਂ ਸਾਰੀ ਤੁਹਾਡਾ ਬੈਰਾਗ ਫੁੱਟ ਪੈਂਦਾ ਹੋਵੇ, ਛੁੱਟ ਪੈਂਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈ ਦਾਤਿਆ, ਸਾਨੂੰ ਕੀਰਤਨ ਨੂੰ ਬਖਸ਼ ਲੈ। ਆਓ ਸਾਧ ਸੰਗਤ ਜੀ, ਬਾਕੀ ਦੀ ਵਿਚਾਰ ਆਪਾਂ ਕੱਲ੍ਹ ਕਰਾਂਗੇ ਜੀ। ਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਤੁਹਾਡੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਰੀਰ ਦੇ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਇੱਕ ਵਾਰੀ ਵੀ ਅਸੀਂ ਇੱਕ ਪੰਕਤੀ ਦੀ ਵਿਆਖਿਆ ਕਰ ਸਕੀਏ, ਪਰ ਮਹਾਰਾਜ ਜੀ ਵਿੱਚ ਵਰਤ ਕੇ ਕਹਿੰਦੇ ਚੱਲ ਪੁੱਤਰ, ਮੈਂ ਤੇਰੇ ਅੰਦਰ ਬੈਠਾ ਹਾਂ, ਬੋਲਣਾ ਤੇ ਮੈਂ ਆ, ਤੂੰ ਤੇ ਆਪਣੇ ਸਰੀਰ ਨੂੰ ਟਿਕਾ ਦੇ, ਬਿਠਾ, ਪੀੜ ਹੋਏਗੀ ਕੋਈ ਗੱਲ ਨਹੀਂ, ਆਪੇ ਮੈਂ ਤੇਰੀ ਪੀੜ ਨੂੰ ਹਰ ਲਵਾਂ। ਕੋਟਾਨ ਕੋਟ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਸਾਧ ਸੰਗਤ ਦੀ ਬਖਸ਼ ਲੈਣਾ। ਆਓ ਆਪਾਂ ਗੁਰੂ ਪਿਆਰ ਦੇ ਵਿੱਚ ਸਿਮਰਨ ਕਰੀਏ, ਸਿਮਰਨ ਕਰੀਏ। ਵਾਹਿਗੁਰੂ ਸ਼ਹੀਦੀ ਪੁਰਬ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੁਹਾਡੇ ਕੰਨ 'ਚ ਪਵੇ ਨਾ, ਆਪਣੇ ਬੱਚਿਆਂ ਨੂੰ ਕਤਲ ਹੁੰਦਾ ਦੇਖੋਗੇ ਨਾ, ਤੀਰ ਵੱਜਦੇ ਹੋਏ ਤੁਸੀਂ ਜਦੋਂ ਦੇਖੋਗੇ ਵੀ ਸੈਂਕੜੇ ਤੀਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਨੂੰ ਵਿੰਨ ਕੇ ਰੱਖ ਕੇ ਤੇ ਸਰੀਰ ਦੇ ਵਿੱਚ ਹੀ ਅਟਕ ਗਏ ਨੇ, ਤੇ ਕਲਗੀਧਰ ਪਾਤਸ਼ਾਹ ਜੀ ਨੇ ਜਕਾਰਾ ਛੱਡਿਆ। ਕਾਹਦਾ ਜਕਾਰਾ? ਵੀ ਇੱਕ ਬ੍ਰਹਮ ਗਿਆਨੀ ਆਤਮਾ, ਇੱਕ ਪੂਰਨ ਮਹਾਂਪੁਰਖ, ਦਰਗਾਹੀ ਰਗਾਹੀ ਸ਼ਕਤੀ ਆਪਣੇ ਖੂਨ ਨੂੰ ਧਰਤੀ ਤੇ ਜਿਸ ਵੇਲੇ ਡੋਲਦੀ ਹੈ ਤੇ ਉਹਦੇ ਖੂਨ ਦੇ ਵਿੱਚੋਂ ਲੱਖਾਂ ਕਰੋੜਾਂ ਉਹਨਾਂ ਵਰਗੇ ਵੱਡੇ ਯੋਧੇ, ਵੱਡੇ ਮਹਾਂਪੁਰਖ ਪੈਦਾ ਹੁੰਦੇ ਨੇ। ਚਮਕੌਰ ਦੀ ਗੜੀ ਨੂੰ ਜਿਸ ਵੇਲੇ ਦੇਖਦਾ, ਚਮਕੌਰ ਸਾਹਿਬ ਜੀ ਦੇ ਗੁਰੂ ਘਰ ਨੂੰ, ਤੇ ਉੱਥੇ ਕਈ ਵਾਰ ਇੰਝ ਲੱਗਦਾ ਹੈ ਕਿ ਮੈਦਾਨੇ ਜੰਗ ਛਿੜਿਆ ਹੋਇਆ। ਸੁਰਤ ਉੱਥੇ ਪਹੁੰਚ ਜਾਂਦੀ ਹੈ। ਜੋ ਕਮਾਈ ਵਾਲੇ ਨੇ ਨਾ ਉਹ ਦੱਸਦੇ ਨੇ, ਸੁਰਤ ਨਿਕਲ ਕੇ ਉੱਥੇ ਪਹੁੰਚ ਜਾਂਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਜਕਾਰੇ ਛੱਡੇ ਤੇ ਫਿਰ ਛੋਟੇ ਸਾਹਿਬਜ਼ਾਦੇ ਨੂੰ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਆਖਿਆ, ਖਾਹਿਸ਼ ਹੈ तुम्हें तेग चलाते हुए देखें, आंख से तुम्हें बरशी खाते हुए देखें। ਉਹ ਮੇਰਿਆ ਬੱਚਿਆ, ਜਦੋਂ ਤੂੰ ਮੈਦਾਨੇ ਜੰਗ ਦੇ ਵਿੱਚ ਲੜੇ, ਬਰਸ਼ੀ ਤੈਨੂੰ ਵੱਜੇ ਤੇ ਬਰਸ਼ੀ ਜਿਹੜੀ ਹੋਵੇ ਉਹ ਹੋਵੇ ਥੋੜੀ ਜਿਹੀ ਉਬੜ ਖਬੜ, ਤੇ ਜਦੋਂ ਤੈਨੂੰ ਵੱਜੇ ਤੇ ਆਂਦਰਾਂ ਫਸ ਜਾਣ, ਤੇ ਆਂਦਰਾਂ ਜਦੋਂ ਅਗਲਾ ਬਰਸ਼ੀ ਕੱਢੇ ਤੇਰੀਆਂ ਆਂਦਰਾਂ ਨਿਕਲ ਜਾਣ, ਤੇ ਤੂੰ ਚੜ੍ਹਦੀ ਕਲਾ ਦੇ ਵਿੱਚ
ਆਪਣੇ ਗੁਰੂ ਦੇ ਸ਼ਬਦ ਨੂੰ ਨਹੀਂ ਭੁੱਲਣਾ, ਤੂੰ ਜਕਾਰਾ ਛੱਡਣਾ ਤੇ ਮੂੰਹ ਮੇਰੇ ਵਾਲੇ ਪਾਸੇ ਕਰਨਾ, ਮੂੰਹ ਮੇਰੇ ਵੱਲ ਕਰਨਾ। ਕਿਤੇ ਆਉਣ ਵਾਲੇ ਸਮੇਂ 'ਚ ਕੋਈ ਇਹ ਨਾ ਕਹਿ ਦੇਵੇ ਕਿ ਤੀਰਾਂ ਤੋਂ ਡਰਦੇ, ਨੇਜ਼ਿਆਂ ਤੋਂ ਡਰਦੇ, ਬੰਦੂਕਾਂ ਤੋਂ ਡਰਦੇ ਹੋਏ ਗੋਬਿੰਦ ਸਿੰਘ ਦੇ ਬੱਚੇ ਦੌੜ ਗਏ ਤੇ ਇਹਨਾਂ ਦੀ ਪਿੱਠ ਦੇ ਵਿੱਚ ਤੀਰ ਵੱਜੇ ਨੇ, ਪਿੱਠ ਦੇ ਵਿੱਚ ਸ਼ਸਤਰਾਂ ਨੇ ਇਹਨਾਂ ਨੂੰ ਵਿੰਨ ਕੇ ਰੱਖ ਦਿੱਤਾ। ਨਹੀਂ, ਤੁਸੀਂ ਨਵਾਜੇ ਹੋਏ ਹੋ। ਅਸੀਂ ਇਤਿਹਾਸ 'ਚ ਨਹੀਂ ਪੜ੍ਹਦੇ ਕਿ ਕਿਸੇ ਵੀ ਸਾਹਿਬਜ਼ਾਦੇ ਨੇ ਸੀ ਕੀਤੀ ਹੋਵੇ, ਕਿਸੇ ਨੇ ਵੀ ਆਪਣੇ ਆਪ ਨੂੰ ਇਹ ਕਿਹਾ ਹੋਵੇ ਕਿ ਹਾਂ ਮੈਨੂੰ ਤੁਸੀਂ ਛੱਡ ਦਿਓ, ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ, ਪਰ ਹੁਣ ਮੇਰਾ ਬੱਚਾਪਣ ਜੋ ਅੰਦਰ ਹੈ ਨਾ ਉਹ ਮੈਂ ਛੱਡ ਦਿੱਤਾ ਹੈ। ਮੇਰੇ ਅੱਜ ਤੋਂ ਬਾਅਦ ਪਿਤਾ ਤੁਸੀਂ, ਜੋ ਤੁਸੀਂ ਕਹੋਗੇ ਮੈਨੂੰ ਪ੍ਰਵਾਨ, ਮੇਰੀ ਜ਼ਿੰਦਗੀ ਬਖਸ਼ ਦਿਓ। ਅਸੀਂ ਇਹ ਸ਼ਬਦ ਸੋਚ ਵੀ ਨਹੀਂ ਸਕਦੇ। ਜੇ ਕੋਈ ਲਿਖ ਕੇ ਵੀ ਇਹ ਸਾਬਤ ਕਰੇ ਉਹਨਾਂ ਨੇ ਕਿਹਾ ਸੀ ਤੇ ਸਿੱਖ ਮੰਨ ਹੀ ਨਹੀਂ ਸਕਦਾ, ਕਿਉਂਕਿ ਪੁਰਾਤਨ ਖਰੜੇ, ਪੁਰਾਣੇ ਸਮੇਂ ਦੀਆਂ ਅਖਬਾਰਾਂ ਤੋਂ ਕਈ ਵਿਦਵਾਨਾਂ ਨੇ ਉਹ ਖਰੜਿਆਂ ਦਾ ਉਤਾਰਾ ਕੀਤਾ ਹੈ। ਦੂਨਾ ਸਿੰਘ ਹੰਡੂਰੀਆ ਉਸ ਵੇਲੇ ਹਾਜ਼ਰ ਸੀ, ਆਪ ਦੀ ਕਿਤਾਬ ਜ਼ਰੂਰ ਪੜ੍ਹਿਓ, ਕਥਾ ਗੁਰਸੁਤਨ ਕੀ। ਉਹ ਉਸ ਵੇਲੇ ਹਾਜ਼ਰ ਸੀ ਤੇ ਉਸ ਵੇਲੇ ਕਹਿੰਦੇ ਨੇ ਜੋ ਜੋ ਉਹਨੇ ਦੇਖਿਆ ਉਹਨੇ ਸਾਰਾ ਲਿਖਿਆ। ਛੋਟੇ ਸਾਹਿਬਜ਼ਾਦਿਆਂ ਨੇ ਬੜੇ ਸੋਹਣੇ ਸੋਹਣੇ ਨੀਲੇ ਰੰਗ ਦੇ ਚੋਲੇ ਪਾਏ ਸਨ ਤੇ ਕਹਿੰਦੇ ਨੇ ਹੱਥ ਘੜੀਆਂ ਪਾਈਆਂ ਹੋਈਆਂ ਸਨ ਤੇ ਕੋਮਲ ਕੋਮਲ ਕਲਾਈਆਂ ਦੇ ਵਿੱਚੋਂ, ਗੁੱਟਾਂ ਦੇ ਵਿੱਚੋਂ ਖੂਨ ਵਗਦਾ ਪਿਆ ਸੀ ਤੇ ਚੜ੍ਹਦੀ ਕਲਾ ਵਿੱਚ। ਇਹ ਥੋੜਾ ਕਿ ਰੱਥ ਆਇਆ ਤੇ ਸਤਿਕਾਰ ਨਾਲ ਲੈ ਕੇ ਗਏ। ਜਿਹੜਾ ਦੁਸ਼ਮਣ ਉਹ ਕਦੇ ਸਤਿਕਾਰ ਥੋੜਾ ਕਰਦਾ ਹੁੰਦਾ। ਫਿਰ ਕਿਸੇ ਦਿਨ ਵਿਚਾਰ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਸਮੂਹ ਸੰਗਤ ਅਸੀਸਾਂ ਬਖਸ਼ਿਓ। ਅਸੀਂ ਗੁਰੂ ਜਸ ਕਰਦੇ, ਗੁਰੂ ਜਸ ਸੁਣਦੇ, ਅਸੀਂ ਸੰਸਾਰ ਤੋਂ ਕੂਚ ਕਰ ਜਾਈਏ ਤਾਂ ਜੋ ਗੁਰੂ ਮਹਾਰਾਜ ਦੀ ਸਾਨੂੰ ਖੁਸ਼ੀ ਮਿਲ ਸਕੇ। ਹਾਂਜੀ। ਕੀਤੇ ਰਾਗ ਪਰਿਸਿਓ ਕਹੀਅਨ, ਕੀਤੇ ਗਾਵਣ ਹਾਰੇ, ਗਾਵਹਿ ਤੁਹਨੋ ਪਾਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਕੀਤੇ ਰਾਗ ਪਰਿਸਿਓ ਕਹੀਅਨ, ਕੀਤੇ ਗਾਵਣ ਹਾਰੇ, ਗਾਵਹਿ ਤੁਹਨੋ ਪਾਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।